ਲਓ ਜੀ, ਹੁਣ ਤੇ ਸਿਆਣ ਆਉਣ ਲੱਗ ਪਈ ਹੋਣੀ ਆ। ਹੋ ਸਕਦਾ ਵੀ ਗੱਲਾਂ ਵੀ ਹੁੰਦੀਆਂ ਹੁਣ। ਹਾਂ ਨਾ, ਅੱਗੇ ਨਾਲੋਂ ਥੋੜ੍ਹਾ ਜਿਹਾ ਭਾਰਾ ਹੋਇਆ। ਗੱਡੀ ਵੀ ਉਹ ਨਹੀਂ ਹੈਗੀ ਹੁਣ ਤੇ। ਅੱਛਾ, ਉਹ ਮੁੰਡਾ ਐਤਕੀ ਨਵਾਂ ਨਾਲ ਹੈ ਨਾ। ਇਹ ਮੈਂ ਉਹ ਗੱਲਾਂ ਕਰ ਰਿਹਾ ਜਿਹੜੀਆਂ ਹੋ ਸਕਦਾ ਵੀ ਅੱਜ ਕੱਲ੍ਹ ਲੀਡਰਾਂ ਨੂੰ ਦੇਖ ਕੇ ਪਿੰਡਾਂ ਦੇ ਵਿੱਚ ਉਹਨਾਂ ਦੇ ਆਪਣੇ ਹੀ ਵੋਟਰ ਕਰਦੇ ਹੋਣ, ਜਿਨ੍ਹਾਂ ਨੂੰ 5 ਸਾਲ ਪਹਿਲਾਂ ਉਹ ਮਿਲੇ ਸੀ, ਜਾਂ ਜਦੋਂ 5 ਸਾਲ ਪਹਿਲਾਂ ਕਿਤੇ ਵੋਟਾਂ ਲੈਣ ਲੂਣ ਆਏ ਸੀ ਅਤੇ ਉਦੋਂ ਉਹਨਾਂ ਨੇ ਕਿਤੇ ਦੇਖਿਆ ਸੀਗਾ। ਕਿਉਂਕਿ 5 ਸਾਲਾਂ 'ਚ ਸੁੱਖ ਨਾਲ ਸਿਹਤ ਵੀ ਭਾਰੀ ਹੋਣੀ ਆ, ਗੱਡੀਆਂ ਵੀ ਬਦਲੀਆਂ ਜਾਣੀਆਂ, ਨਾਲ ਦੇ ਬੰਦੇ ਵੀ ਇੱਧਰ ਉੱਧਰ ਵਾਲੇ ਬਦਲੇ ਜਾਣੇ ਆ। ਸੋ ਇਹ ਇਸ ਵਕਤ ਪੰਜਾਬ ਦਾ ਮਾਹੌਲ ਚਾਲ ਆ। ਪ੍ਰੋਗਰਾਮ ਉਹੀ ਪ੍ਰਾਈਮ ਫੋਕਸ ਪ੍ਰਾਈਮ ਏਸ਼ੀਆ TV ਤੁਸੀਂ ਦੇਖ ਰਹੇ ਹੋ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਅਤੇ ਨਾਲ ਵੀਰ ਪਰਮਵੀਰ ਬਾਠ ਹੋਰੀ। ਹੋਰ ਬਾਠ ਸਾਹਿਬ ਚੜ੍ਹਦੀ ਕਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਹਾਰਾਜ, ਕਿੱਦਾਂ ਸਿਹਤਾਂ? ਸਿਹਤਾਂ ਆਨੰਦ 'ਚ ਨੇ ਜੀ, ਠੀਕ ਠਾਕ ਆ। ਤੁਹਾਡਾ ਕੋਈ ਫਰਕ ਨਹੀਂ ਪਿਆ ਨਾ ਕੱਲ੍ਹ ਨਾਲੋਂ? ਨਹੀਂ, ਮੇਰਾ ਫਰਕ ਹੀ ਪੈਣਾ ਨਾ, ਬਾਅਦ ਨਾ ਘੱਟ। 3 ਡੰਡ ਪਹਿਲਾਂ ਮਾਰੀ ਦੇ, 3 ਹੁਣ ਮਾਰੀ ਦੇ ਆ। ਬੈਠਕਾਂ ਵੀ 2 ਦੀਆਂ 2 ਹੀ ਰੱਖੀਆਂ ਰੋਜ਼। ਨਹੀਂ, ਇਹ ਵਧੀਆ। ਦੇਖੋ, 5 ਦਾ ਕੰਮ ਨਿਬੜ ਜਾਂਦਾ। ਇਹ ਬਹੁਤ ਵਧੀਆ। ਦੇਖੋ ਜੀ, ਇਹ ਹੈ ਉਹ ਮਤਲਬ ਸਿਹਤ ਦਾ ਰਾਜ਼ ਜਿਹੜਾ ਕਿ ਅਸੀਂ ਕਦੀ ਨਹੀਂ ਦੱਸਿਆ, ਪਰ ਅੱਜ ਚਲੋ ਬਾਠ ਸਾਹਿਬ ਅਚਾਨਕ ਤੁਹਾਡੇ ਮੂੰਹ ਨਿਕਲ ਗਿਆ। ਕਿਸੇ ਵੇਲੇ ਨਿਕਲ ਜਾਂਦੀ ਗੱਲ, ਨਹੀਂ ਪਤਾ ਲੱਗਦਾ। ਨਹੀਂ, ਇੱਦਾਂ ਹੀ ਆ। ਬਾਕੀ ਮੈਂ ਵੀ ਦੱਸ ਦੇਣਾ ਵੀ ਰੋਟੀਆਂ 6 ਲਾਈ ਦੀਆਂ, 4 ਭਰਾ ਦੀਆਂ, 2 ਮੇਰੀਆਂ ਤੇ 2 ਚੋਂ ਵੀ ਅੱਧੀ ਖੋਹ ਖਾ ਜਾਂਦੇ ਆ। ਚਲੋ ਇਹ ਹੁਣ ਇਹ ਵੀ ਰਾਜ, ਮੈਂ ਕਿਹਾ ਇਹ ਵੀ ਕੱਢ ਦਈਏ, ਕੋਈ ਗੱਲ ਅੱਧੀ ਨਾ ਰਹੇ। ਇੱਦਾਂ ਕਰ ਲਓ ਹੁਣ, ਇੱਦਾਂ ਕਰ ਲਓ ਹੁਣ। ਤੁਸੀਂ ਸਾਨੂੰ ਫਿਰ ਬਦਨਾਮ ਕਰੋਗੇ ਫਿਰ ਤੁਸੀਂ ਹੁਣ। ਹੈ ਨਹੀਂ, ਮੈਂ ਤਾਂ ਇਹ ਕਹਿੰਦਾ ਵੀ ਇਹਨਾਂ ਨੂੰ ਸ਼ੁਰੂ ਤੋਂ ਇੱਕ ਤਾਂ ਵੱਧ ਖਾਣ ਦੀ ਆਦਤ ਹੈ, ਇੱਕ ਖੋਹ ਕੇ ਖਾਣ ਦੀ ਆਦਤ ਹੈ, ਤੀਸਰਾ ਜਾਨੀ ਖਾਣ ਦੀ ਆਦਤ ਹੈ। ਨਹੀਂ ਬਾਠ ਸਾਹਿਬ, ਦੇਖੋ ਹੱਕ ਨਹੀਂ ਦੱਬੀਦਾ ਕਦੀ ਵੀ ਕਿਸੇ ਦਾ। ਨਹੀਂ, ਹੱਕ ਤਾਂ ਨਹੀਂ, ਕਿਉਂਕਿ ਤੁਹਾਨੂੰ ਲੱਗਦਾ ਕਿ ਸਾਡਾ ਹੀ ਹੱਕ ਆ ਸਾਰੇ ਪਾਸੇ। ਇਹ ਦੇਖੋ ਕਾਰਨ ਹੈ ਵੀ ਦੇਖੋ ਹੱਕ ਹਲਾਲ ਦੀ ਇੱਕ ਤੁਹਾਡੀ ਬਣਦੀ, ਉੱਤੇ ਅੱਧੀ ਵੱਧ ਦੇਈਦੀ, ਉਹਦਾ ਕੋਈ ਸ਼ੁਕਰ ਨਹੀਂ ਕਰਨਾ ਬੰਦੇ ਨੇ। ਹੈ ਮਤਲਬ ਤੁਹਾਡੀ ਪ੍ਰੋਬਲਮ ਇਹ ਆ, ਵੋਟਰਾਂ ਦੀ ਵੀ ਸ਼ਿਕਾਇਤ ਕਰੀ ਜਾਣੀ ਵੀ ਆਹ ਕਿਉਂ, ਉਹ ਕਿਉਂ। ਇਹ ਨਹੀਂ ਵੀ ਜੋ ਮਿਲਿਆ ਉਹਦਾ ਧੰਨਵਾਦ ਕਰੀਏ। ਨਹੀਂ, ਤੁਹਾਡੀ ਵੀ ਤਾਂ ਹੋਈ ਹੈ ਨਾ ਵੀ ਸ਼ਿਕਾਇਤ ਸੁਣੀ ਜਾਣੀ ਤਾਂ ਹੱਲ ਨਹੀਂ ਕਰਨੀ। ਨਹੀਂ, ਦੇ ਹੱਲ ਹੋ ਗਈ ਤੇ ਫਿਰ ਅਗਲੀਆਂ ਵੋਟਾਂ ਕਿੱਦਾਂ ਲੈਣੀਆਂ? ਗੱਲ ਠੀਕ ਹੈ ਤੁਹਾਡੀ। ਇਹ ਬੜਾ ਜ਼ਰੂਰੀ ਆ ਬਾਠ ਸਾਹਿਬ। ਦੇਖੋ ਕਾਰਨ ਇਹ ਆ ਵੀ ਜੇ ਬੰਦਾ ਚਿੱਕੜ ਚੋਂ ਨਿਕਲ ਗਿਆ ਉਹਨੇ ਭੁੱਲ ਜਾਣਾ। ਇਸ ਕਰਕੇ ਉਹਨੂੰ ਉਹਦੇ ਵਿੱਚ ਰੱਖੋ ਹਮੇਸ਼ਾ। ਜਦੋਂ ਜਾਓ ਇਹੋ ਕਰ, ਉਹ ਸਾਨੂੰ ਚਿੱਕੜ ਚੋਂ ਕੱਢੋ। ਕਿਉਂਕਿ ਜੇ ਉਹ ਚਿੱਕੜ ਚੋਂ ਨਿਕਲੂਗਾ, ਖੂਹ ਚੋਂ ਨਿਕਲੂਗਾ, ਡੱਡੂ ਖੂਹ ਚੋਂ ਬਾਹਰ ਆਇਆ, ਫਿਰ ਉਹਨੇ ਦੁਨੀਆ ਵੇਖਣੀ ਵੀ ਯਾਰ ਹੋਰ ਵੀ ਵਸਦੇ। ਇਸ ਕਰਕੇ ਵੀ ਇੱਕ ਰਣਨੀਤੀ ਦਾ, ਰਾਜਨੀਤੀ ਦਾ ਹਿੱਸਾ ਆ ਵੀ ਉਹਨੂੰ ਖੂਹ 'ਚ ਰੱਖਣਾ। ਨਹੀਂ, ਉਹਨੂੰ ਨਾ ਪਤਾ ਲੱਗੇ ਵੀ ਆਸੇ ਪਾਸੇ ਕੀ ਹੁੰਦਾ। ਸਫਲ ਤੁਸੀਂ ਹੈਗੇ ਹੋ ਕਿਉਂਕਿ ਤੱਕ ਸੀਗੇ, ਪਰ ਆ ਜਿਹੜੇ ਤੁਸੀਂ ਚੈਨਲ ਵਾਲੇ ਤੰਗ ਕਰਦੇ ਨਾ ਸਾਨੂੰ, ਐ ਕਰੋ ਇਹਨਾਂ ਨੂੰ ਸਵਾਲ ਪੁੱਛੋ। ਨਹੀਂ ਕਰਦੇ ਗੱਲ ਤੁਹਾਡੇ ਨਾਲ ਵੀ। ਨਹੀਂ, ਦੇਖੋ ਸੰਧਾਲੀਆ ਸਾਹਿਬ, ਤੁਸੀਂ ਗੱਲ ਤਾਂ ਕਰਨੀ ਹੈ, ਕਿਉਂਕਿ ਗੱਲ ਤੁਸੀਂ ਕਰਨ ਨਹੀਂ ਦੇਣੀ ਨਾ। ਰੌਲਾ ਇਹ ਇੱਕ ਉਹਦੀ ਗੱਲ ਕਰਨ ਦਾ ਮਤਲਬ ਹੈ ਵੀ ਗੱਲ ਦੱਸ ਕੇ ਜਵਾਬ ਪੁੱਛਣਾ। ਇਹ ਹੁੰਦਾ ਗੱਲ ਹੀ ਨਹੀਂ ਕਰਨ ਦੇਣੀ, ਆਪ ਦੀ ਸੁਣਾਉਣੀ ਹੈ, ਤੁਹਾਨੂੰ ਆਦਤ ਪਈ। ਬਾਕੀ ਜਿਹੜੀ ਤੁਸੀਂ ਖੂਹ ਦੀ ਗੱਲ ਕੀਤੀ, ਅਸੀਂ ਪੰਜਾਬ ਦੇ ਵੋਟਰਾਂ ਨਾਲ ਇੱਕ ਚੀਜ਼ ਜ਼ਰੂਰ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਤੁਹਾਨੂੰ ਖੂਹ 'ਚ ਰੱਖਿਆ, ਤੁਸੀਂ ਖੂਹ ਤੋਂ ਬਾਹਰ ਆਉਣਾ, ਤੁਹਾਡੀ ਆਜ਼ਾਦੀ, ਤੁਹਾਡੀ ਪ੍ਰਾਪਤੀ, ਤੁਹਾਡਾ ਅਸਲ ਰਿਜ਼ਲਟ ਉਹ ਆ। ਪਰ ਤੁਹਾਨੂੰ ਖੂਹ ਦੇ ਵਿੱਚ ਬੈਠਿਆਂ ਨੂੰ ਹੀ ਪਤਾ ਕੀ ਕਹੀ ਜਾਂਦੇ ਆ। ਅੱਛਾ, ਖੂਹ 'ਚੋਂ ਕੋਈ ਗੱਲ ਨਹੀਂ, ਪੱਕਾ ਕਰਾ ਦਿੰਦੇ ਆ। ਅੱਛਾ, ਖੂਹ 'ਚ ਹੀ ਹੋ ਜੇ, ਕੋਈ ਗੱਲ ਨਹੀਂ, ਥੱਲੇ ਅੱਧੇ ਟੈਲਾਂ ਲਵਾ ਦਿੰਦੇ ਆ। ਜਾਣੀ ਖੂਹ ਦੇ ਵਿੱਚੋਂ ਬਾਹਰ ਆਉਣ ਦੀ ਗੱਲ ਕੋਈ ਨਹੀਂ ਕਰਦਾ। ਮੈਂ ਦੇਖ ਰਿਹਾ ਸੀ ਕਿ ਜਿੰਨੇ ਵੀ ਥਾਵਾਂ ਦੇ ਉੱਤੇ ਪੰਜਾਬ ਦੀ ਲੀਡਰਸ਼ਿਪ, ਚਾਹੇ ਕਿਸੇ ਧਿਰ ਦੀ ਹੈ, ਜਿਹਦਾ ਵਿਰੋਧ ਹੋ ਰਿਹਾ, ਸੰਧਾਵਾਲੀਆ ਸਾਹਿਬ, ਉੱਥੇ ਇੱਕ ਗੱਲ ਤਾਂ ਬਹੁਤ ਹਾਂ ਪੱਖੀ ਆ ਕਿ ਲੋਕ ਸਵਾਲ ਪੁੱਛਣ ਲੱਗੇ। ਲੋਕ ਇੱਦਾਂ ਨਹੀਂ ਵਿਰੋਧ ਕਰਦੇ ਕਿ ਭੱਜ ਜਾ ਇੱਥੋਂ, ਕੋਈ ਗਾਲ ਨਹੀਂ ਕੱਢ ਰਿਹਾ। ਲੋਕ ਸਵਾਲ ਪੁੱਛ ਕੇ ਵਿਰੋਧ ਕਰਦੇ ਆ, ਅਤੇ ਇਹ ਪੰਜਾਬ ਦੇ ਲਈ ਇੱਕ ਬਹੁਤ ਚੰਗਾ ਸਾਈਨ ਹੈ ਕਿ ਲੋਕਾਂ ਦੇ ਵਿੱਚ ਸਵਾਲ ਪੁੱਛਣ ਦੀ ਹਿੰਮਤ ਆ ਗਈ ਹੈ। ਪਰ ਦੂਸਰੇ ਪਾਸੇ ਜਿਹੜੀ ਸਾਡੇ ਲਈ ਬਹੁਤ ਚਿੰਤਤ ਕਰਨ ਵਾਲੀ ਗੱਲ ਹੈ, ਲੋਕ ਸਵਾਲ ਕੀ ਪੁੱਛਦੇ ਆ? ਕਹਿੰਦੇ ਜੀ 5 ਸਾਲਾਂ 'ਚ ਸਾਡੇ ਘਰ ਦੇ ਮੂਹਰੇ ਤੇ ਗਲੀ ਨਹੀਂ ਬਣੀ, 5 ਸਾਲਾਂ ਦੇ ਵਿੱਚ ਸਾਡੇ ਤੇ ਇੱਥੇ ਨਾਲੀਆਂ ਵਾਲਾ ਪਾਣੀ ਗਲੀ ਦੇ ਵਿੱਚ ਆ ਕਿ ਨਾਲੀਆਂ ਸਾਡੀਆਂ ਕੱਚੀਆਂ, ਸਾਡੇ ਤਾਂ ਪਿੰਡ ਦਾ ਛੱਪੜ ਸਾਫ਼ ਨਹੀਂ ਹੋਇਆ। ਜਾਣੀ ਕਿ 1947 ਤੋਂ ਲੈ ਕੇ 2022 ਤੱਕ ਸਾਡੇ ਲੀਡਰ ਇਸ ਗੱਲ ਦੇ ਵਿੱਚ ਸਫਲ ਹੋਏ ਆ ਕਿ ਪਹਿਲੀ ਗੱਲ ਕਿ ਲੋਕ ਸਵਾਲ ਨਾ ਪੁੱਛਣ, ਜੇ ਲੋਕ ਸਵਾਲ ਪੁੱਛਣ ਵੀ ਤਾਂ ਗਲੀਆਂ ਨਾਲੀਆਂ ਤੋਂ ਉੱਪਰ ਨਾ ਆ ਸਕਣ। ਇਹ ਬਹੁਤ ਵੱਡਾ ਮਸਲਾ। ਤੀਸਰੀ ਗੱਲ, ਜੇ ਇਹਦੇ ਤੋਂ ਵੱਧ ਕੇ ਤੀਸਰੇ ਮਸਲੇ ਦੇ ਉੱਤੇ ਕੋਈ ਪਹੁੰਚਦਾ ਵੀ ਹੈ, ਸਾਨੂੰ ਤਾਂ ਕਦੇ ਪਿਲਸਣ ਨਹੀਂ ਵੇਲੇ ਸਿਰ ਮਿਲੀ। ਜਾਣੀ 250, ਫਿਰ 500 ਜਾਂ 750 ਰੁਪਈਆ ਪੈਨਸ਼ਨ। ਸਾਨੂੰ ਇਤਰਾਜ਼ ਇਸ ਗੱਲ ਦਾ ਕਿ ਉਹ ਵੇਲੇ ਸਿਰ ਨਹੀਂ ਮਿਲੀ, ਜਦ ਕਿ 1500 ਰੁਪਈਏ ਜਾਂ 2000 ਜਾਂ 2500 ਰੁਪਈਏ ਨਾਲ ਵੀ ਕਿਸੇ ਬਜ਼ੁਰਗ ਦਾ ਕੋਈ ਗੁਜ਼ਾਰਾ ਨਹੀਂ ਹੋ ਸਕਦਾ। ਅਜੇ ਵੀ ਦੇਖੋ, ਅਸੀਂ ਇੱਕ ਸਟੈਪ ਲੰਘ ਲਿਆ ਕਿ ਅਸੀਂ ਲੀਡਰਾਂ ਨੂੰ ਸਵਾਲ ਪੁੱਛਣ ਲੱਗੇ ਹਾਂ, ਪਰ ਜਿਹੜਾ ਦੂਸਰਾ ਸਟੈਪ, ਜਿਹੜਾ ਇਹਨਾਂ 20-21 ਦਿਨਾਂ ਦੇ ਵਿੱਚ ਸਾਨੂੰ ਜ਼ਰੂਰ ਉਸ ਪੌੜੇ ਤੇ ਪੈਰ ਰੱਖਣਾ ਪਊਗਾ ਕਿ ਸਾਡੇ ਰੌਲੇ ਪਿੰਡ ਦੀ ਗਲੀ ਤੇ ਪਿੰਡ ਦੀ ਨਾਲੀ ਨਹੀਂ ਹੈ। ਸਾਡਾ ਰੌਲਾ ਚੰਗਾ ਸਿੱਖਿਆ ਤੰਤਰ, ਚੰਗਾ ਸਿਹਤ ਤੰਤਰ, ਤੇ ਸਭ ਤੋਂ ਵੱਡੀ ਗੱਲ ਹੈ ਕਿ ਪ੍ਰਦੂਸ਼ਣ, ਚਾਹੇ ਉਹ ਪਾਣੀ ਦਾ, ਚਾਹੇ ਉਹ ਹਵਾ ਦਾ, ਉਹਦੇ ਤੋਂ ਮੁਕਤੀ ਹੈ। ਨਹੀਂ, ਗੱਲਾਂ ਠੀਕ ਹੈ ਤੁਹਾਡੀਆਂ ਸਾਰੀਆਂ, ਪਰ ਮੈਂ ਤੁਹਾਨੂੰ ਪਹਿਲਾਂ ਦੱਸਦੀ ਗੱਲ ਵੀ ਦੇਖੋ ਕਾਰਨ ਹੈ ਵੀ ਜੇ ਤੇ ਉੱਥੇ ਰੱਖਿਆ ਜਾਊਗਾ ਫਿਰ ਕੰਮ ਠੀਕ ਰਹੂਗਾ। ਜੇ ਬੰਦੇ ਬਾਹਰ ਆਉਣਗੇ, ਡੱਡੂ ਵਿੱਚ ਰਹਿਣ ਤੇ ਗਿਣੇ ਜਾਂਦੇ ਕਿੰਨੇ ਹੀ,
ਬਾਹਰ ਆ ਕੇ ਤੇ ਭੁੜਕ ਕੇ ਕੋਈ ਇੱਧਰ ਪਰਾਲੀ ਥੱਲੇ ਜਾ ਵੜਿਆ, ਕੋਈ ਉੱਧਰ ਖਾਲ 'ਚ ਜਾ ਵੜਿਆ। ਅਸੀਂ ਵੀ ਚਾਹੁੰਦੇ ਵੀ ਉਹਨਾਂ ਦੀ ਸੇਫਟੀ ਰਹੇ। ਐਵੇਂ ਕੋਈ ਭੁੜਕ ਕੇ ਉੱਥੋਂ ਨਿਕਲੂਗਾ, ਨਿਕਲ ਕੇ ਸੜਕ 'ਤੇ ਜਾਊਗਾ, ਐਵੇਂ ਕਿਸੇ ਲੀਡਰ ਦੀ ਗੱਡੀ ਥੱਲੇ ਆਊਗਾ। ਇਹ ਗੱਲ ਤਾਂ ਤੁਹਾਡੀ ਠੀਕ ਹੈ। ਨਹੀਂ, ਪਰ ਵੈਸੇ ਚਲੋ ਇਹ ਹੋ ਗਈ ਗੱਲ ਵੱਖਰੀ। ਐਤਕੀ ਫਰਕ ਪਿਆ ਪਿਆ ਲੋਕਾਂ ਦਾ। ਫਰਕ ਪਏ ਦੀ ਇੱਕ ਵੀਡੀਓ ਮੈਂ ਦੇਖਦਾ ਸੀ, ਉਹ ਕਹਿੰਦੇ ਵੀ ਬਜ਼ੁਰਗੋ ਐਤਕੀ ਕਹਿੰਦੇ ਵੀ ਕੰਮ ਬਹੁਤ ਕਰਤਾ ਕਾਂਗਰਸ ਸਰਕਾਰ, ਕਹਿੰਦੇ ਘਰ ਘਰ ਨੌਕਰੀ ਦੇਣੀ, ਕਹਿੰਦੇ ਦਿੱਤੀ। ਅਸੀਂ ਤਾਂ ਰਿਟਾਇਰ ਵੀ ਹੋ ਕੇ ਆ ਗਏ 5 ਸਾਲਾਂ ਦੇ, ਛੇਤੀ ਕਰ ਦਿੰਦੇ। ਉਹ ਕਹਿੰਦੇ 17 ਦੀ ਸਾਨੂੰ ਨੌਕਰੀ ਦੇ ਗਏ ਕੈਪਟਨ ਸਾਹਿਬ, ਤੇ ਆਹ 22 'ਚ ਅਸੀਂ ਰਿਟਾਇਰ ਹੋ ਗਏ, ਵਿਹਲੇ ਤਾਸ਼ ਖੇਡਣਾ ਵੇਲਾ। ਕਹਿੰਦੇ ਇੰਨਾ ਵਿਕਾਸ ਕਰ ਦਿੱਤਾ। ਨਹੀਂ, ਉਹ ਕਹਿੰਦੇ ਜੀ ਇੰਨੀ ਛੇਤੀ ਕਾ ਤੁਸੀਂ ਹੋਰ ਮੁੰਡੇ ਰੱਖਣੇ ਸੀ ਨਾ ਉਹਨੇ ਉੱਥੇ। ਸਾਡੇ ਤੋਂ ਹੋਰ ਵੀ ਕਹਿੰਦੇ ਤੁਹਾਨੂੰ ਪੈਨਸ਼ਨ, ਤੁਸੀਂ ਬਹੁਤ ਵਧੀਆ ਕੰਮ ਕੀਤਾ, ਦੇਸ਼ ਸੂਬੇ ਦੀ ਤਰੱਕੀ 'ਚ ਹਿੱਸਾ ਪਾਇਆ, ਤੁਸੀਂ ਹੁਣ ਜਾ ਕੇ ਬਜ਼ੁਰਗਾਂ ਦਾ ਜੀ ਲਾਓ, ਤੁਹਾਨੂੰ ਪੈਨਸ਼ਨ ਮਿਲ ਜਾਊਗੀ। ਅਸੀਂ ਹੋਰ ਬੰਦੇ ਰੱਖ ਦੇਣੇ ਆ, ਤੇ ਉਹ ਵੀ ਕੱਚੇ ਨਹੀਂ ਰੱਖਣੇ, ਪੱਕੇ ਰੱਖਣੇ ਆ। ਨਹੀਂ, ਮਤਲਬ ਇਹ ਮੈਂ ਸੋਚਦਾ ਵੀ ਜੇ ਇਹੋ ਜਿਹੀਆਂ ਗੱਲਾਂ ਹੁਣ ਕਰਨ ਲੱਗ ਪਏ, ਜਿੱਦਾਂ ਕਹਿੰਦਾ ਵੀ ਸਮਾਰਟਫੋਨ ਦਿੱਤੇ, ਕਹਿੰਦਾ ਦਿੱਤੇ। ਉਹ ਕਹਿੰਦਾ ਮੇਰੇ ਤਾਂ ਦੋਵੇਂ ਅੰਗੂਠੇ ਦੁਖਣ ਲੱਗ ਪਏ ਬਟਨ ਦੱਬਦਾ। ਦੋ ਦੇ ਦਿੱਤੇ, ਕਹਿੰਦਾ ਮੇਰੇ ਤਾਂ ਅੰਗੂਠੇ ਦੁਖਣ ਲੱਗ ਪਏ, ਇੰਨਾ ਕੁਛ ਦੇ ਰਹੇ ਨੇ। ਫਿਰ ਹੁਣ ਜੇ ਲੋਕ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ, ਲੋਕਾਂ ਨੂੰ ਇਹ ਸੋਝੀ ਆ ਗਈ ਵੀ ਯਾਰ ਇਹਨਾਂ ਨੇ ਸਾਨੂੰ ਕਦੀ ਇੱਕੋ ਕਹਿੰਦਾ ਵੀ ਮੈਂ ਆ ਗਿਆ, ਤੂੰ ਹੁਣ ਬਹਿ ਜਾ ਸਾਹ ਲੈ ਲਾ। ਹੈ ਦੋ ਖਿਡਾਰੀ ਨੇ ਨਾ। ਉਹ ਕਹਿੰਦਾ ਵੀ ਅੱਛਾ ਫਿਰ ਮੈਂ ਆ ਗਿਆ, ਉਹ ਕਹਿੰਦਾ ਹੁਣ ਤੂੰ ਸਾਹ ਲੈ, ਕੋਈ ਗੱਲ ਨਹੀਂ ਮੇਰੀ ਵਾਰੀ। ਉਹ ਕਹਿੰਦਾ ਵੀ ਤੂੰ ਹੁਣ ਮੇਰੇ, ਕੋਈ ਗੱਲ ਨਹੀਂ, ਫਿਰ 5 ਸਾਲ ਤੁਸੀਂ ਚਲਾ ਲਓ। ਹੁਣ ਇਹ ਜਿਹੜਾ ਇੱਕ ਦੂਸਰੇ ਦੇ ਉੱਪਰ ਇਸ ਤਰ੍ਹਾਂ ਮੇਰੇ ਖਿਆਲ ਨਾਲ ਵਾਰੀ ਵੱਟੇ ਵਾਲਾ ਕੰਮ ਚੱਲਦਾ ਸੀ, ਉਹਦੇ ਤੋਂ ਲੋਕ ਤੇ ਅਵੇਅਰ ਹੋਇਆ। ਆਪਾਂ ਨਹੀਂ ਆਂਦੇ ਵੀ ਕੋਈ ਇਹਨੂੰ ਤੀਜੇ ਨੂੰ, ਕੋਈ ਚੌਥੇ ਨੂੰ, ਪੰਜਵੇਂ ਨੂੰ ਟਰਾਈ ਕਰ ਲਓ। ਮੈਂ ਨਾ ਵੀ ਪਹਿਲੇ ਨੂੰ ਸੁਧਾਰ ਕੇ ਦੇਖ ਲਓ, ਉਹਦੀ ਕੋਈ ਨਾ ਕੋਈ ਨਾੜ ਤੇ ਐਸੀ ਹੋਊਗੀ ਨਾ ਜੇ ਤੋਂ ਅਗਲਾ ਨਾ 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 ਇੱਥੋਂ ਨਾ ਦੱਬੀ, ਬਾਕੀ ਠੀਕ ਹੀ ਹੈ ਨਾ। ਉਹ ਵਾਲੀ ਨਾੜ ਕੋਈ ਜੇ ਕਿਤੇ ਕਾਬੂ ਆ ਜਾਵੇ ਤੇ ਉਹਦਾ ਜ਼ਿਆਦਾ ਫਾਇਦਾ, ਕਿਉਂਕਿ ਕਾਰਨ ਇਹ ਨਾ ਵੀ ਇੱਕ ਵਾਰ ਪੰਛੀ ਛਤਰੀ ਤੋਂ ਉੱਡ ਗਿਆ ਕਬੂਤਰ, ਫਿਰ ਉਹਨੇ 5 ਸਾਲ ਨਹੀਂ ਲੱਭਣਾ। ਪਰ ਜੇ ਕੋਈ ਨਾੜ ਉਹੋ ਜਿਹੀ ਹੋਵੇ ਵੀ ਜਿਹੜਾ ਆਖੇ ਵੀ ਐਂ ਗੁੱਡਿਆਂ ਨੂੰ ਪਤੰਗਾਂ ਨੂੰ, ਵੀ ਪਤੰਗ ਜਿੰਨਾ ਮਰਜ਼ੀ ਚੜ੍ਹ ਜੇ, ਡੋਰ ਹੱਥ 'ਚ ਹੋਵੇ, ਉਹਦਾ ਕੋਈ ਨਾ ਕੋਈ ਹੱਲ ਹੋ ਜੇ ਨਾ ਕਿਤੇ। ਸੰਧਾਲੀਆ ਸਾਹਿਬ, 3 ਉਦਾਹਰਨਾਂ ਜਿਹੜੀਆਂ ਪਿਛਲੇ 24 ਘੰਟਿਆਂ 'ਚ ਆਪਣੇ ਸਾਹਮਣੇ ਆ। ਅਸੀਂ ਸ਼ੁਰੂਆਤ ਇਸ ਗੱਲ ਤੋਂ ਕਰਦੇ ਹਾਂ ਕਿ ਕੋਈ ਕਿਸੇ ਨੂੰ ਮਾੜੀ ਸ਼ਬਦਾਵਲੀ ਨਾ ਬੋਲੋ, ਪਿੰਡਾਂ ਦੇ ਵਿੱਚ ਲੀਡਰਾਂ ਨੂੰ ਆਉਣ ਦਿਓ, ਉਹਨਾਂ ਦਾ ਲੋਕਤੰਤਰੀ ਹੱਕ ਹੈ ਪ੍ਰਚਾਰ ਕਰਨਾ। ਪਰ ਬਹੁਤ ਚੰਗਾ ਲੱਗਿਆ ਕਿ ਕੋਵਿਡ ਤੋਂ ਬਾਅਦ, ਕਿਸਾਨ ਅੰਦੋਲਨ ਤੋਂ ਬਾਅਦ, ਪੰਜਾਬ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਦੇ ਵਿੱਚ ਜਿੱਥੇ ਅਕਾਲੀ ਲੋਕ ਨੇ, ਕਾਂਗਰਸੀ ਲੋਕ ਨੇ, ਆਪ ਦੇ ਲੋਕ ਨੇ, ਭਾਜਪਾ ਦੇ ਲੋਕ ਨੇ, ਸਾਰੀਆਂ ਪਾਰਟੀਆਂ ਦੇ ਲੋਕ ਨੇ, ਉੱਥੇ ਪੰਜਾਬੀ ਵੀ ਹੈਗੇ ਆ ਜਿਹੜੇ ਕਿਸੇ ਪਾਰਟੀ ਦੇ ਨਾਲ ਬੱਝੇ ਨਹੀਂ ਹੋਏ। ਉਹ ਕਹਿੰਦੇ ਜੀ ਸਾਨੂੰ ਕੰਮ, ਨੀਤੀ ਤੇ ਨੀਅਤ, 3 ਚੀਜ਼ਾਂ ਜ਼ਰੂਰ ਚਾਹੀਦੀਆਂ। ਹੁਣ ਤੁਸੀਂ ਦੇਖੋ ਕਿ ਅਰਵਿੰਦ ਖੰਨਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਇਸ ਵੇਲੇ ਸੰਗਰੂਰ ਤੋਂ। ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਸਾਹਿਬ ਜਿਹੜੇ ਮੌਜੂਦਾ MLA ਨੇ, ਕਾਂਗਰਸ ਦੇ ਲੀਡਰ ਨੇ, ਉਹ ਫਰੀਦਕੋਟ ਤੋਂ ਨੇ। ਤੀਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਇੱਕ ਸੱਜਣ ਜਿਹੜੇ ਆ ਉਹ ਵੀ ਕਾਂਗਰਸ ਪਾਰਟੀ ਤੋਂ ਨੇ। ਪਹਿਲਾਂ ਅਕਾਲੀ ਦਲ ਦੇ ਵਿੱਚ ਉਹ MP ਵੀ ਰਹੇ, MLA ਵੀ ਰਹੇ, ਉਹਦੇ ਤੋਂ ਬਾਅਦ ਫਿਰ ਉਹ ਅੱਜਕੱਲ ਕਾਂਗਰਸ ਦੇ ਵਿੱਚ ਨੇ। ਤੇ ਉਹਨਾਂ ਦਾ ਬੇਟਾ ਜੁੱਲੀ ਬਿਸਤਰੇ ਵਾਲਾ ਦਵਿੰਦਰ ਸਿੰਘ ਘੁਬਾਇਆ, ਉਹ ਅੱਜਕੱਲ MLA ਆ, ਤੇ ਪਿਤਾ ਜੀ ਉਹਨਾਂ ਦੇ ਸ਼ੇਰ ਸਿੰਘ ਘੁਬਾਇਆ। ਤਿੰਨੋਂ ਬੰਦਿਆਂ ਨੂੰ ਵੱਖ-ਵੱਖ ਪਿੰਡਾਂ ਦੇ ਵਿੱਚ ਸਵਾਲ ਪੁੱਛੇ ਗਏ। ਸਭ ਤੋਂ ਪਹਿਲਾਂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਹੋਰਾਂ ਤੋਂ ਆਪਾਂ ਸ਼ੁਰੂ ਕਰਦੇ ਹਾਂ। ਅਸੀਂ ਫੇਰ ਕਹਿੰਦੇ ਹਾਂ ਕਿ ਚੰਗੀ ਸ਼ਬਦਾਵਲੀ ਬੋਲਣੀ ਚਾਹੀਦੀ, ਸਤਿਕਾਰ ਕਰਨਾ ਚਾਹੀਦਾ। ਉਹ ਆਏ, ਕਹਿੰਦੇ ਜੀ ਅਸੀਂ ਵਿਕਾਸ ਵੀ ਕੀਤਾ, ਵੋਟਾਂ ਪਾਓ। ਲੋਕਾਂ ਨੇ ਜਿਹੜਾ ਮੁੱਦਾ ਚੁੱਕਿਆ, ਜਿੱਥੋਂ ਲੱਗਦਾ ਕਿ ਪੰਜਾਬ ਜਿਉਂਦਾ ਰਹਿਣਾ ਹੈ, ਲੋਕਾਂ ਦੇ ਵਿੱਚ ਜਾਗ ਆ ਗਈ ਹੈ। ਲੋਕ ਕਹਿੰਦੇ ਜੀ ਸਾਨੂੰ ਨਸ਼ੇ ਦੇ ਮੁੱਦੇ ਤੇ ਜਵਾਬ ਚਾਹੀਦਾ ਕਿ ਨਸ਼ਾ ਵਿਕਦਾ ਹੈ, ਨਿਆਣੇ ਤੜਫ ਰਹੇ ਨੇ, ਘਰ ਤਬਾਹ ਹੋ ਰਹੇ ਨੇ। 5 ਸਾਲਾਂ ਦੇ ਵਿੱਚ ਤੁਹਾਡੀ ਸਰਕਾਰ ਨੇ ਨਸ਼ੇ ਦੇ ਮੁੱਦੇ ਤੇ ਕੀ ਕੀਤਾ? ਹੁਣ ਜਦੋਂ ਇੱਕ ਮੌਜੂਦਾ ਵਿਧਾਇਕ ਨੂੰ ਇਹ ਸਵਾਲ ਪੁੱਛਿਆ ਜਾ ਰਿਹਾ ਹੈ, ਉੱਥੇ ਕਿਸੇ ਨੇ ਪੈਨਸ਼ਨ ਦੀ ਗੱਲ ਨਹੀਂ ਕੀਤੀ, ਕਿਸੇ ਨੇ ਗਲੀ ਬਣਾਉਣ ਦੀ ਗੱਲ ਨਹੀਂ ਕੀਤੀ, ਕਿਸੇ ਨੇ ਨਾਲੀ ਦੀ ਗੱਲ ਨਹੀਂ ਕੀਤੀ, ਕਿਸੇ ਨੇ ਪਰਚੇ ਦੀ ਗੱਲ ਨਹੀਂ ਕੀਤੀ। ਤੇ ਜਦੋਂ ਪੰਜਾਬ ਦੇ ਲੋਕ ਸੱਤਾਧਾਰੀ ਧਿਰ ਦੇ ਮੌਜੂਦਾ ਵਿਧਾਇਕ ਨੂੰ, ਉਹ ਊੜਾ ਆੜਾ ਈੜੀ ਕੋਈ ਵੀ ਹੋਵੇ, ਜਦੋਂ ਸਵਾਲ ਪੁੱਛਣ ਦੀ ਹਿੰਮਤ ਰੱਖਦੇ ਆ, ਤੇ ਜਦੋਂ ਇਹ ਕਿਹਾ ਜਾਂਦਾ ਜੀ ਇਹਨਾਂ ਨੇ ਤਾਂ ਸ਼ਰਾਬ ਲੈ ਕੇ ਵੋਟਾਂ ਪਾਉਣੀਆਂ, ਇਹਨਾਂ ਨੇ ਤਾਂ ਪੈਸੇ ਲੈ ਕੇ ਵੋਟਾਂ ਪਾਉਣੀਆਂ, ਇਹਨਾਂ ਨੇ ਧਰਮ ਤੇ ਜਾਤੀ ਦੇ ਆਧਾਰ ਤੇ ਵੋਟਾਂ ਪਾਉਣੀਆਂ, ਨਹੀਂ। ਜਦੋਂ ਇਹ ਜਾਗ ਲੱਗ ਗਈ ਹੈ ਨਾ, ਤਾਂ ਫਿਰ ਉਹ ਜਾਗ ਬਹੁਤ ਦੂਰ ਤੱਕ ਜਾਂਦੀ ਹੈ। ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ, ਪਰ ਕਾਰਨ ਇਹ ਹੈ ਨਾ ਵੀ ਹੁਣ ਸਵਾਲ ਤਾਂ ਪੁੱਛੇ ਜਾ ਰਹੇ, ਪਰ ਉਹਨਾਂ ਸਵਾਲਾਂ ਦਾ ਜਵਾਬ ਕੀ ਹੈ ਵੀ ਅਸੀਂ ਕੀਤਾ, ਤੁਸੀਂ ਸਾਨੂੰ ਇੱਕ ਵਾਰ ਫਿਰ ਮੌਕਾ ਦਿਓ, ਅਸੀਂ ਫਿਰ ਕਰਾਂਗੇ। ਜੇ ਕਿ ਦੂਜੇ ਨੂੰ ਪੁੱਛ ਲਓ, ਸਾਡੇ ਕੋਲ ਤਾਂ ਮੌਕਾ ਹੀ ਨਹੀਂ ਆਇਆ, ਸਾਨੂੰ ਇੱਕ ਵਾਰ ਮੌਕਾ ਦਿਓ, ਫਿਰ ਅਸੀਂ ਤੈਨੂੰ ਕਰਕੇ ਵਿਖਾਵਾਂਗੇ। ਇਹ ਮੇਰੇ ਖਿਆਲ ਨਾਲ ਜਿਹੜਾ ਮੌਕੇ ਵਾਲਾ ਕੰਮ ਹੈ ਨਾ, ਅਗਲਾ ਕਹਿੰਦਾ ਇੱਕ ਵਾਰ ਬਾਅਦ ਮੌਕਾ ਜਾਂ ਲੱਗ ਜੇ ਸਹੀ ਮੇਰਾ, ਫਿਰ ਮੈਂ ਇਹਨਾਂ ਨੂੰ ਕਿੱਥੇ ਡਾਈ ਦਿੰਦਾ ਜੀ, ਹੈ ਨਾ। ਹੁਣ ਇਹ ਜਿਹੜੀ ਚੀਜ਼ ਹੈ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਮਾੜੀ। ਬਾਕੀ ਨਸ਼ੇ ਵਾਲੀ ਗੱਲ ਜੇ ਕੋਈ ਪੁੱਛੇ ਗਿੱਛੇ ਤਾਂ ਜੋ ਲੋਕਾਂ ਦੇ ਰਿਵਿਊ ਆਉਂਦੇ, ਉਹ ਕਹਿੰਦੇ ਵੀ ਨਹੀਂ ਜੀ ਨਾ ਖਤਮ ਹੋਇਆ, ਸਗੋਂ ਉਲਟਾ ਅੱਗੇ ਨਾਲੋਂ ਵਧਿਆ। ਜੇ ਕੋਈ ਕਹਿੰਦਾ ਵੀ ਰਿਸ਼ਵਤਖੋਰੀ ਦੂਜਾ ਤੇ ਜਾਓ, ਕਹਿੰਦੇ ਜੀ ਅੱਗੇ ਨਾਲੋਂ ਕੰਮ ਵਧਿਆ। ਫਿਰ ਉਹ ਕਹਿੰਦੇ ਜੀ ਕੋਈ ਕੁਰਜੇ ਵਾਲਾ, ਕਹਿੰਦੇ ਕਰਜ਼ਾ ਜਿਹੜਾ ਮਾਫੀ ਵਾਲਾ ਸੀਗਾ ਉਹ ਤਾਂ ਲੋਕ ਡਿਫਾਲਟਰ ਹੋ ਗਏ ਵਿਚਾਰੇ, ਵੀ ਉਦੋਂ ਉਹਨਾਂ ਨੇ ਦਿੱਤਾ ਲਿਆ ਨੀਗਾ,
ਈਵਨ ਬਿੱਲਾਂ ਵਾਲਾ ਮਾਮਲਾ ਵੀ ਸੀਗਾ ਵੀ ਜਿਨ੍ਹਾਂ ਨੇ ਨਹੀਂ ਤਾਰੇ ਉਹਨਾਂ ਦੇ ਵੀ ਪਲਾਸ ਚੁੱਕੀ ਫਿਰਦੇ ਸੀ ਘੇਰੇ ਵੀ ਜਾਂ ਤੇ ਤਾਰ ਦਿਓ, ਨਹੀਂ ਤੇ ਫਿਰ ਕੱਟ ਕੇ ਲੈ ਜਾਣਾ ਮੀਟਰ ਜੀ। ਇਹ ਜੋ ਗੱਲਾਂ ਨੇ ਇਹ ਪਿੰਡਾਂ ਥਾਵਾਂ ਤੱਕ ਪਹੁੰਚ ਗਈਆਂ, ਪਿੰਡਾਂ ਦੇ ਲੋਕਾਂ ਦੇ ਸਵਾਲ ਨੇ। ਹੁਣ ਇਹਨਾਂ ਨੂੰ ਐਡਰੈਸ ਕਰਨਾ ਉਹਨਾਂ ਸਾਰਿਆਂ ਉਮੀਦਵਾਰਾਂ ਨੇ ਜਿਨ੍ਹਾਂ ਨੇ ਹੱਥ ਜੋੜ ਕੇ ਉੱਥੇ ਕਹਿਣਾ ਵੀ ਸਾਨੂੰ ਵੋਟ ਪਾ ਦਿਓ। ਹੁਣ ਜਾਂ ਤਾਂ ਉੱਥੇ ਉਹ ਤਸੱਲੀ ਬਖਸ਼ ਜਵਾਬ ਦੇ ਲੈਣ, ਜਾਂ ਜਿਨ੍ਹਾਂ ਨੇ ਸੱਤਾ ਹੰਡਾਈ ਉਹ ਆਪਣਾ ਰਿਪੋਰਟ ਕਾਰਡ ਲੈ ਕੇ ਜਾਣ, ਫਿਰ ਤੇ ਹੋ ਸਕਦਾ ਵੀ ਉਹ ਕਨਵਿੰਸ ਹੋ ਜਾਣ। ਨਹੀਂ ਤੇ ਫਿਰ ਜਿੱਦਾਂ ਉਹ ਪਹਿਲਾਂ ਤੇ ਗੱਲਾਂ ਹੀ ਹੁੰਦੀਆਂ ਸੀ, ਵੋਟਰ ਤੁਹਾਨੂੰ ਪਤਾ ਰੱਬ ਹੈ ਜੀ, ਉਹਦੇ ਕੋਲੇ ਵੋਟ ਦੀ ਤਾਕਤ ਹੈ। ਪਹਿਲਾਂ ਹੋ ਸਕਦਾ ਕਹਿੰਦੇ ਹੁਣ, ਪਰ ਐਤਕੀ ਸੱਚੀ ਹੈਗੀ ਜਾਪਦੀ ਆ। ਨਹੀਂ, ਉਹ ਕਹਿੰਦੇ ਜੀ ਵੋਟਰ ਰੱਬ ਦਾ ਤਾਂ ਪਤਾ ਨਹੀਂ, ਰੱਬ ਜ਼ਰੂਰ ਹੈ ਜਿਹੜੇ ਜਾਂਦੇ ਆ। ਸ਼ੇਰ ਸਿੰਘ ਘੁਬਾਇਆ ਸਾਹਿਬ, ਸਾਨੂੰ ਨਹੀਂ ਪਤਾ ਕਿ ਜਿਹੜੇ ਉਹਨਾਂ ਦੇ ਵਿਦਿਅਕ ਅਦਾਰੇ ਨੇ ਉਹਨਾਂ ਦੇ ਵਿੱਚ ਅਧਿਆਪਕ ਕਿੰਨੇ ਕੁ ਨੇ, ਵਿਦਿਆਰਥੀ ਕਿੰਨੇ ਕੁ ਨੇ, ਕੀ ਕੰਮ ਚੱਲਦਾ ਕੀ ਨਹੀਂ ਚੱਲਦਾ ਨਾ, ਵੀ ਕਿੰਨਾ ਕੁ ਵਧੀਆ ਜਾਂ ਨਹੀਂ। ਸ਼ੇਰ ਸਿੰਘ ਘੁਬਾਇਆ ਸਾਹਿਬ ਕਿਉਂਕਿ ਉਹ ਇੱਕ ਐਸੇ ਸ਼ਖਸੀਅਤ ਨੇ ਜਿਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਲਈ ਜਲਾਲਾਬਾਦ ਸੀਟ ਖਾਲੀ ਕੀਤੀ ਸੀ, ਫਿਰ ਐਮਪੀ ਬਣਾਇਆ ਸੀ ਉਹਨਾਂ ਨੂੰ। ਉਹ ਵੱਖਰੀ ਗੱਲ ਹੈ ਕਿ ਮੁੜ ਕੇ ਐਸੇ ਐਮਪੀ ਬਣਾਏ ਕਿ ਅਕਾਲੀ ਦਲ ਤੋਂ ਵੀ ਬਾਹਰ ਹੋ ਗਏ। ਮੁੰਡਾ ਸੁਖਨਾ ਕਾਂਗਰਸ ਪਾਰਟੀ ਦਾ ਐਮਐਲਏ ਹੈ। ਉਹ ਲੱਖੇ ਪਿੰਡ ਦੇ ਵਿੱਚ ਗਏ, ਮੁੰਡੇ ਲਈ ਵੋਟਾਂ ਮੰਗਣੀਆਂ ਸੀ ਕਿਉਂਕਿ 2-3 ਜਗ੍ਹਾ ਦੇ ਉੱਤੇ ਦਵਿੰਦਰ ਸਿੰਘ ਘੁਬਾਇਆ ਦਾ ਵੀ ਵਿਰੋਧ ਹੋਇਆ ਸੀ। ਹੁਣ ਘੁਬਾਇਆ ਸਾਹਿਬ ਗਏ ਤਾਂ ਪਿੰਡ ਦੇ ਲੋਕ ਕਹਿੰਦੇ ਜੀ ਇੱਥੇ ਬਹਿ ਜਾਓ, ਘੁਬਾਇਆ ਸਾਹਿਬ ਅਸੀਂ ਖੜੇ ਹਾਂ, ਵਿਰੋਧ ਹੈ, ਸਾਨੂੰ ਦੱਸੋ ਕਿ ਪਿਛਲੇ 5 ਸਾਲਾਂ 'ਚ ਕਿੰਨੇ ਪਿੰਡ 'ਚ ਗੇੜੇ ਮਾਰੇ, ਸਰਕਾਰ ਤੁਹਾਡੀ ਪਾਰਟੀ ਦੀ ਸੀ, ਮੁੰਡਾ ਤੁਹਾਡਾ ਐਮਐਲਏ ਸੀ, ਡਿਵੈਲਪਮੈਂਟ ਕੀਤੀ ਕਿਹੜੀ ਹੈ। ਬਥੇਰਾ ਸਮਝਾਇਆ ਉਹਨਾਂ ਨੇ ਕਿਉਂਕਿ ਪੁਰਾਣੇ ਬੰਦੇ ਆ, ਸਮਝਾਉਣਾ ਆਉਂਦਾ। ਪਰ ਪਿੰਡ ਵਾਲੇ ਕਹਿੰਦੇ ਨਾ, ਰੌਲਾ ਇਹ ਨਹੀਂ ਹੈ, ਰੌਲਾ ਇਹ ਕਿ ਤੁਸੀਂ ਦੱਸੋ ਕਿ ਪਿਛਲੇ 5 ਸਾਲਾਂ ਦੇ ਵਿੱਚ ਗੇੜੇ ਕਿੰਨੇ ਮਾਰੇ ਆ ਤੇ ਆਣ ਕੇ ਕੀਤਾ ਕੀ ਆ, ਸਾਨੂੰ ਹਿਸਾਬ ਕਿਤਾਬ ਚਾਹੀਦਾ। ਘੁਬਾਇਆ ਸਾਹਿਬ ਮੁੜ ਗਏ ਤੇ ਪੱਤਰਕਾਰਾਂ ਨੇ ਪੁੱਛਿਆ ਜੀ ਘੁਬਾਇਆ ਸਾਹਿਬ, ਉਹ ਕਹਿੰਦੇ ਜੀ ਉਥੋਂ ਮੁੜਿਆ, ਉਹ ਕਹਿੰਦੇ ਜੀ ਮਾੜਾ ਮੋਟਾ ਹੋ ਜਾਂਦਾ ਹੁੰਦਾ, ਗੁੱਸੇ ਗਿਲੇ ਤਾਂ ਹੁੰਦੇ ਹੀ ਆ, ਲੱਖਾਂ ਲੋਕ ਨੇ, ਵੋਟਰ ਨੇ, ਕਿਸੇ ਨਾ ਕਿਸੇ ਦਾ ਕੰਮ ਕੋਈ ਨਾ ਕੋਈ ਰਹਿ ਜਾਂਦਾ ਹੁੰਦਾ, ਐਸੀ ਗੱਲ ਨਹੀਂ। ਪਰ ਜਦੋਂ ਇੱਕ ਸਾਬਕਾ ਐਮਪੀ, ਇੱਕ ਸਾਬਕਾ ਐਮਐਲਏ ਤੇ ਮੌਜੂਦਾ ਐਮਐਲਏ ਸਾਹਿਬ ਦੇ ਪਿਤਾ ਜੀ ਨੂੰ ਲੋਕ ਇਹ ਸਵਾਲ ਪੁੱਛਣ ਕਿ ਭਾਈ ਪੌਣੇ 5 ਸਾਲ ਬਾਅਦ ਕੱਢੀਆਂ ਨੌਕਰੀਆਂ, ਪੌਣੇ 5 ਸਾਲ ਬਾਅਦ ਲੱਗਾ ਤੁਹਾਡਾ ਗੇੜਾ, ਉਹ ਸਾਨੂੰ ਪ੍ਰਵਾਨ ਨਹੀਂ, ਤੇ ਜੇ ਗੇੜਾ ਲੱਗਾ ਵੀ ਤੇ ਕਿਸੇ ਵੱਡੇ ਤੁਹਾਡੇ ਵਰਗੇ ਵੱਡੇ ਬੰਦੇ ਦੇ ਘਰੋਂ ਹੋ ਕੇ ਤੁਸੀਂ ਮੁੜ ਜਾਓ 4 ਬੰਦਿਆਂ ਨੂੰ ਮਿਲ ਕੇ, ਇਹ ਨਹੀਂ। ਜਿੱਦਾਂ ਅੱਜ ਪਿੰਡ ਦਾ ਇਕੱਠ ਚਾਹੁੰਦੇ ਹੋ ਨਾ, ਇੱਦਾਂ 5 ਸਾਲ ਪਿੰਡ ਦੇ ਇਕੱਠ ਹੋਏ ਕਿਉਂ ਨਹੀਂ? ਤੇ ਜਦੋਂ ਲੋਕਾਂ 'ਚ ਇੱਦਾਂ ਸੋਝੀ ਆ ਜਾਂਦੀ ਹੈ ਫਿਰ ਤਾਂ ਠੀਕ ਹੀ ਹੁੰਦਾ ਹੈ। ਇਹਦੀ ਫਰਕ ਤੇ ਹੈਗਾ, ਪਰ ਚਲੋ ਇਹ ਆਪਾਂ ਤੇ ਵਾਰ-ਵਾਰ ਇਹੀ ਬੇਨਤੀ ਕਰਦੇ ਆਂ ਵੀ ਜਿੰਨੇ ਵੀ ਜਾਣਾ, ਜਿੰਨੇ ਵੀ ਆਪਣੇ ਵੱਲੋਂ ਗੱਲ ਰੱਖਣੀ ਆ, ਉਹ ਆਪਣਾ ਰਿਪੋਰਟ ਕਾਰਡ ਲੈ ਕੇ ਜਾਵੇ ਜੇ ਉਹਨੇ ਕੁਝ ਕੀਤਾ। ਜੇ ਮੌਕਾ ਨਹੀਂ ਮਿਲਿਆ ਤੇ ਆਪਣਾ ਐਟਲੀਸਟ ਵਿਜ਼ਨ ਲੈ ਕੇ ਜਾਵੇ, ਉਹ ਵੀ ਪ੍ਰੈਕਟੀਕਲ। ਇਹ ਨਹੀਂ ਵੀ ਕੋਈ ਨਹੀਂ ਬਣਾਵਾਂਗੇ, ਕੋਈ ਨਹੀਂ ਕਰਾਂਗੇ, ਅਗਲੇ ਨੂੰ ਗੱਲ ਪ੍ਰੈਕਟੀਕਲ ਜੀ ਲੱਗੇ ਵੀ ਯਾਰ ਅੱਛਾ ਆਹ ਗੱਲ ਹੈ, ਆਹ ਇਹਦੇ 'ਚ ਹੋ ਸਕਦਾ, ਆਹ ਨਹੀਂ ਹੋ ਸਕਦਾ, ਇੰਨਾ ਕੁ ਮੈਂ ਕਰ ਦੂੰ ਤੇ ਇੰਨਾ ਕੁ ਮੇਰਾ ਵਾਅਦਾ। ਜੇ ਤੂੰ ਕਨਵਿੰਸ ਕਰਨ 'ਚ ਕਾਮਯਾਬ ਹੋ ਗਏ ਠੀਕ ਆ। ਮੈਂ ਨਾ ਵੀ ਅਰਵਿੰਦ ਖੰਨਾ ਸਾਹਿਬ ਦੀ ਗੱਲ ਕਰ ਲਓ, ਫਿਰ ਆਪਾਂ ਮੁੱਖ ਮੰਤਰੀ ਵੀ ਦੱਸਣਾ। ਨਹੀਂ ਠੀਕ ਹੈ ਜੀ। ਅਰਵਿੰਦ ਖੰਨਾ ਸਾਹਿਬ ਕਾਂਗਰਸੀ ਰਹੇ ਆ, ਸੰਗਰੂਰ ਧੂਰੀ ਤੋਂ ਐਮਐਲਏ ਰਹੇ ਆ, ਉਹ ਧੂਰੀ ਜਿਹੜਾ ਐਤਕੀ ਪੰਜਾਬ ਦੀ ਸਿਆਸਤ ਦਾ ਧੁਰਾ ਬਣਿਆ ਫਿਰਦਾ ਹੈ। ਤੇ ਦੂਸਰੇ ਪਾਸੇ ਉਹ ਹੁਣ ਕਹਿੰਦੇ ਜੀ ਭਾਰਤੀ ਜਨਤਾ ਪਾਰਟੀ ਚਲੇ ਗਏ, ਕਿਉਂਕਿ ਇੱਕੋ ਹੀ ਬੰਦੇ ਨੇ ਜਿਹੜੇ ਆਪਣੀ ਮਰਜ਼ੀ ਦੇ ਨਾਲ ਰਾਜਨੀਤੀ ਤੋਂ ਥੋੜ੍ਹੇ ਸਾਲ ਪਰੇ ਰਹੇ ਸੀ। ਹੁਣ ਉਹ ਵੋਟਾਂ ਮੰਗਣ ਗਏ ਤਾਂ ਫਿਰ ਉੱਥੇ ਕਿਸਾਨ ਇਕੱਠੇ ਹੋ ਗਏ, ਉਹਨਾਂ ਨੇ ਵੀ, ਕਿਉਂਕਿ ਉਹ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੇ, ਕਿਤੇ ਨਾ ਕਿਤੇ ਮਾੜਾ ਮੋਟਾ ਗੁੱਸਾ ਗਿਲਾ ਤਾਂ ਹੈਗਾ ਹੀ ਆ ਭਾਈ। ਚਲੋ ਉਹਨਾਂ ਨੇ ਨਾਅਰੇਬਾਜ਼ੀ ਕੀਤੀ ਤੇ ਫਿਰ ਅਰਵਿੰਦ ਖੰਨਾ ਸਾਹਿਬ ਕਹਿੰਦੇ ਜੇ ਦੇਖੋ 3 ਕਾਨੂੰਨ ਵੀ ਵਾਪਸ ਲਏ ਆ, ਉਦੋਂ ਮਾਫੀ ਵੀ ਮੰਗੀ ਹੈ, ਜੇ ਕੋਈ ਸਮੱਸਿਆ ਹੈਗੀ ਹੈ ਤੇ ਕੇਂਦਰ ਦੇ ਵਿੱਚ ਸਰਕਾਰ ਆਪਣੀ ਹੈ, ਆਪਾਂ ਹੱਲ ਕਰਾਂਗੇ। ਪਰ ਕੋਈ ਲੀਡਰ, ਸੰਧਾਲੀਆ ਸਾਹਿਬ ਹੁਣ ਇਹ ਨਹੀਂ ਕਹਿ ਸਕਦਾ, ਆਮ ਆਦਮੀ ਪਾਰਟੀ ਵਾਲਿਆਂ ਦਾ ਪਟਿਆਲੇ ਤੇ ਉਧਰਲੇ ਪਾਸੇ ਜਲੰਧਰ ਦੇ ਵਿੱਚ ਘਿਰਾਓ ਹੋਇਆ ਸੀ ਵੱਡੇ ਲੀਡਰਾਂ ਦਾ, ਰਾਘਵ ਚੱਡਾ ਸਾਹਿਬ ਦਾ ਵੀ, ਤੇ ਬਾਹਰਲਿਆਂ ਨੇ ਨਹੀਂ ਸੀ ਕੀਤਾ, ਆਪਣਿਆਂ ਨੇ ਕੀਤਾ ਸੀ। ਯਾਨੀ ਹੁਣ ਇਹ ਗੱਲ ਕਲੀਅਰ ਹੈ, ਜੇ ਕਿਸੇ ਵੀ ਲੀਡਰ ਦੇ ਮਨ ਦੇ ਵਿੱਚ ਇਹ ਆ ਨਾ ਕਿ ਕੋਈ ਗੱਲ ਨਹੀਂ ਹੁਣ ਐਮਐਲਏ ਬਣ ਗਏ ਆ ਜਾਂ ਵੋਟਾਂ ਪੈ ਗਈਆਂ ਹਾਰ ਗਏ ਆ, ਸਾਲ ਕੁ ਬਾਅਦ ਨੇੜੇ ਜਾ ਕੇ ਦੇਖਾਂਗੇ ਕਹਾਣੀ ਕੀ ਵਾਪਰਦੀ ਹੈ, ਇੱਦਾਂ ਹੁਣ ਲੋਕ ਜੀਣ ਨਹੀਂ ਦਿੰਦੇ। ਉਹ ਕਹਿੰਦੇ ਜੀ 4.5 ਸਾਲ ਅਸੀਂ ਫਾਕੇ ਕੱਟੇ ਆ, ਹੁਣ 3 ਕੁ ਮਹੀਨੇ ਆ, ਤੁਹਾਨੂੰ ਸਾਡੀਆਂ ਗੱਲਾਂ ਸੁਣਨ ਨੂੰ ਮਿਲਣਗੀਆਂ, ਤੁਹਾਨੂੰ ਸੁਣਨੀਆਂ ਪੈਣਗੀਆਂ। ਤੇ ਜਿਨ੍ਹਾਂ ਨੇ ਹੁਣ ਅੱਗੋਂ ਲੀਡਰ ਬਣਨਾ ਇਹ ਸਮਝ ਕੇ ਰਹਿਣ, ਰਾਜਨੀਤੀ ਹੁਣ 5 ਸਾਲਾਂ ਬਾਅਦ 1 ਸਾਲ ਦੀ ਨਹੀਂ, 5 ਸਾਲ ਲਗਾਤਾਰ ਸਰਗਰਮ ਰਹਿਣ ਦੀ ਹੈ। ਇਹ ਉਹ ਗੱਲ ਠੀਕ ਆ। ਦੂਜੀ ਗੱਲ ਆਪਾਂ ਜ਼ਰੂਰ ਕਰਨੀ ਹੈ ਉਹ ਇਹ ਆ ਕਿ ਵੀ ਜਿੱਦਣ ਰਾਹੁਲ ਗਾਂਧੀ ਸਾਹਿਬ ਆਏ ਆ, ਉਦਣ ਉਹਨਾਂ ਨੇ ਕਿਹਾ ਵੀ ਅਸੀਂ ਫਿਰ ਤੁਹਾਨੂੰ ਮੁੱਖ ਮੰਤਰੀ ਦਾ ਚਿਹਰਾ ਦੇਵਾਂਗੇ। ਉਦੋਂ 2 ਚਿਹਰਿਆਂ ਦੀ ਗੱਲ ਹੋਈ ਸੀ ਤੇ ਐਵੇਂ ਆਪਾਂ ਰੌਲੇ ਰੱਪੇ 'ਚ ਕਹਿਤਾ ਹੈ ਵੀ ਇਹ ਦੋਵਾਂ ਤੇ ਗੱਲ ਨਿਬੜਨੀ ਨਹੀਂ ਗੀ, ਇਹ ਗੱਲ ਵੱਧ ਜਾਣੀ। 2-4 ਬੰਦਿਆਂ ਦੇ ਨਾਂ ਆਪਾਂ ਲੈ ਵੀ ਸੀਗੇ, ਪਤਾ ਨਹੀਂ ਜਾਂ ਤੇ ਹੁਣ ਉਹਨਾਂ ਤੱਕ ਗੱਲ ਪਹੁੰਚ ਗਈ ਜਾਂ ਫਿਰ ਜਿਹੜਾ ਆਪਾਂ ਅੰਦਾਜ਼ਾ ਲਾਇਆ ਸੀ ਉਹ ਗੱਲ ਸੱਚੀਓ ਸੱਚੀ ਹੋ ਗਈ। ਹੌਲੀ ਹੌਲੀ ਉੱਧਰੋਂ ਹੀ ਆਵਾਜ਼ ਆਉਣ ਲੱਗ ਪੈਂਦੀ ਏਡੀ ਤੇ ਗੱਲ ਕੋਈ ਨਹੀਂ ਹੈ, ਚਾਹਵਾਨ ਹੈ ਅਸੀਂ ਹੁਣ ਬੰਦਿਆਂ ਦੇ ਨਾਮ ਹੀ ਦੱਸਦੇ ਹੌਲੀ ਹੌਲੀ। ਦੇਖੋ ਗੱਲ ਇੱਕ ਤਾਂ ਬੜੀ ਕਲੀਅਰ ਹੈ ਕਿ 2 ਦਾਅਵੇਦਾਰ ਤਾਂ ਹੈਗੇ ਆ, ਦੋਨਾਂ ਨੇ ਕਿਹਾ ਵੀ ਕਿ ਮੌਕਾ ਦਿਓ, ਸਟੇਜ ਤੋਂ ਕਿਹਾ, ਰਾਹੁਲ ਗਾਂਧੀ ਦੀ ਹਾਜ਼ਰੀ 'ਚ ਕਿਹਾ। ਜਾਖੜ ਸਾਹਿਬ ਨੇ ਕਦੇ ਵੀ ਮਨਾ ਨਹੀਂ ਕੀਤਾ। ਤੇ ਭਾਰਤ ਦੇ ਵਿੱਚ ਜੇ ਕੋਈ ਬੰਦਾ ਇਹ ਸੋਚਦਾ ਜੀ ਜਾਖੜ ਸਾਹਿਬ ਨੇ ਤਾਂ ਚੋਣ ਨਹੀਂ ਲੜਨੀ, ਮੈਨੂੰ ਨਹੀਂ ਲੱਗਦਾ ਕਿ ਯੋਗੀ ਆਦਿੱਤਿਆਨਾਥ ਸਾਹਿਬ ਉਦੋਂ ਐਮਐਲਏ ਸੀ, ਉਦੋਂ ਮੁੱਖ ਮੰਤਰੀ ਬਣਾਤੇ ਸੀ। ਮੈਨੂੰ ਨਹੀਂ ਲੱਗਦਾ ਜਦੋਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸਾਹਿਬ ਬਣਿਆ ਤਾਂ ਉਹ ਐਮਐਲਏ ਸੀ, ਜਲਾਲਾਬਾਦ ਦੀ ਸੀਟ ਸ਼ੇਰ ਸਿੰਘ ਘੁਬਾਏ ਨੇ ਇਸੇ ਕਰਕੇ ਖਾਲੀ ਕੀਤੀ ਸੀ। ਬੜੇ ਬੰਦੇ ਹੁੰਦੇ ਆ
ਜਿਹੜੇ ਬਾਅਦ ਵਿੱਚ ਆ ਕੇ ਐਮਐਲਏ ਬਣਦੇ ਆ। ਇਸ ਕਰਕੇ ਜਾਖੜ ਸਾਹਿਬ ਵੀ ਹੈਗੇ ਨੇ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਤਾਂ ਕਮਾਲ ਕਰਤੀ। ਉਹ ਕਹਿੰਦੇ ਜੀ ਤੁਸੀਂ ਦੱਸੋ ਮੇਰੇ 'ਚ ਕੋਈ ਕਮੀ ਹੈ, ਮੇਰੇ 'ਚ ਕੋਈ ਘਾਟ ਹੈ ਕਿ ਮੈਂ ਸੀਐਮ ਨਹੀਂ ਬਣ ਸਕਦਾ? ਘਾਟ ਦੱਸੋ ਕੀ ਹੈ। ਸਗੋਂ ਕਹਿੰਦੇ ਪੰਜਾਬ ਤੋਂ 11 ਮੈਂਬਰ ਪਾਰਲੀਮੈਂਟ ਨੇ ਕਾਂਗਰਸ ਤੇ, 11 ਉਹਨਾਂ ਰਾਜ ਸਭਾ ਵਾਲੇ ਵਿੱਚ ਪਾਏ ਨੇ। ਉਹ 11 ਮੈਂਬਰ ਪਾਰਲੀਮੈਂਟ ਜਿਹੜੇ ਆ ਉਹਨਾਂ ਦੇ ਵਿੱਚੋਂ ਇੱਕੋ ਇੱਕ ਕੱਲਾ ਪ੍ਰਤਾਪ ਸਿੰਘ ਬਾਜਵਾ ਨੂੰ ਰਾਹੁਲ ਗਾਂਧੀ ਨੇ ਟਿਕਟ ਦਿੱਤੀ ਹੈ, ਕਿਸੇ ਗੱਲ ਨੂੰ ਹੀ ਦਿੱਤੀ ਹੈ। ਉਹ ਕਹਿੰਦੇ ਕੋਈ ਗੱਲ ਨਹੀਂ, ਉਹ ਬਾਅਦ ਵਿੱਚ ਦੇਖਾਂਗੇ, ਕਿਸੇ ਦਾ ਵੀ ਨੰਬਰ ਇੱਥੇ ਲੱਗ ਸਕਦਾ, ਕੋਈ ਗੱਲ ਨਹੀਂ। ਫਿਰ ਉਧਰਲੇ ਪਾਸੇ ਆਪਾਂ ਥੋੜਾ ਜਿਹਾ ਕਾਦੀਆਂ ਤੋਂ ਖੱਬੇ ਪਾਸੇ ਨੂੰ ਹੋਈਏ ਤਾਂ ਉੱਥੇ ਫਿਰ ਇੱਕ ਉਪ ਮੁੱਖ ਮੰਤਰੀ ਨੇ। ਹੁਣ ਤਾਂ ਕਿਉਂਕਿ ਵਿੱਚ ਫਰਕ ਵੀ ਥੋੜਾ ਹੀ ਹੈ ਨਾ, ਕੈਬਨਿਟ ਮੰਤਰੀ ਤੋਂ ਮੁੱਖ ਮੰਤਰੀ ਦੇ ਵਿਚਾਲੇ ਤਾਂ ਉਪ ਮੁੱਖ ਮੰਤਰੀ ਹੁੰਦਾ, ਤੇ ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਨੇ, ਉਹਨਾਂ ਨੇ ਬਿਲਕੁਲ ਨਹੀਂ ਕਿਹਾ। ਉਹਨਾਂ ਨੇ ਸਿਰਫ ਇੱਕੋ ਹੀ ਗੱਲ ਕਹੀ। ਉਹ ਕਹਿੰਦੇ ਜੀ ਦੇਖੋ 2 ਬੰਦਿਆਂ ਦਾ ਰੌਲਾ, ਮੌਕਾ ਹੀ ਤੁਸੀਂ ਤੀਜੇ ਨੂੰ ਦੇ ਦਿਓ। ਬਸ ਆਹੀ ਗੱਲ ਆਪਾਂ ਉਦੋਂ ਕਰਦੇ ਸੀ ਵੀ ਇਹ ਗੱਲ ਹੋ ਸਕਦੀ ਆ ਵੀਰ ਜੀ, ਵੀ ਰੱਬ ਨਾ ਕਰੇ ਵੀ ਇਦਾਂ ਹੁੰਦੀ ਆ, ਪਰ ਇਹ ਖਲਾਰਾ ਕਾਂਗਰਸ ਪਾਰਟੀ ਦਾ ਪੈ ਜਾਣਾ ਜੀ, ਵੀ ਜੇ ਕਿਤੇ ਇੱਧਰ ਉੱਧਰ ਹੋ ਜਾਂਦੀ। ਵੈਸੇ ਇਹਦੇ 'ਚ ਆਪਾਂ ਇੱਕ ਗੱਲ ਹੋਰ ਕੋਟ ਕਰਦੀ, ਸੁਭਾਸ਼ ਸ਼ਰਮਾ ਹੋਰੀ ਬੀਜੇਪੀ ਦੇ ਲੀਡਰ ਨੇ, ਗੱਲ ਪ੍ਰਾਈਮ ਏਸ਼ੀਆ ਨਾਲ ਕਰਦੇ ਸੀ। ਉਹਨਾਂ ਨੇ ਪੁੱਛ ਲਿਆ, ਕਹਿੰਦਾ ਮਹਾਰਾਜ ਇਹ ਫਿਰ ਕਿੱਦਾਂ ਤੁਹਾਨੂੰ ਯਾਦ ਆ? ਕਹਿੰਦੇ ਇਹ ਤਾਂ ਗੱਲ ਬੜੀ ਕਲੀਅਰ ਹੈ, ਮੈਂ ਤੁਹਾਨੂੰ ਕਹਿੰਦੇ ਲਿਖ ਕੇ ਦੇਣ ਨੂੰ ਤਿਆਰ ਹਾਂ ਵੀ ਜੇ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਮੁੱਖ ਮੰਤਰੀ ਦੇ ਤੌਰ 'ਤੇ ਨਾਂ ਅਨਾਊਂਸ ਨਾ ਹੋਇਆ ਫਿਰ ਪਟਾਕਾ ਪੈਣਾ, ਜੇ ਮੈਂ ਤੈਨੂੰ ਹੁਣੇ ਦੱਸੀ ਆ ਨਾ। ਇਹਦਾ ਮਤਲਬ ਵਿਰੋਧੀਆਂ ਨੂੰ ਵੀ ਪਤਾ ਵੀ ਭਾਈ ਸਾਹਿਬ ਪਟਾਕਾ ਕਾਂਗਰਸ ਪਾਰਟੀ 'ਚ ਪੈਣਾ। ਹੁਣ ਗੱਲ ਇਹ ਆ ਵੀ ਜਿੱਦਾਂ ਇੱਕ ਹੁੰਦਾ ਨਾ ਵੀ ਸਾਈਕਲ 'ਤੇ ਬੰਦਾ ਪੱਠੇ ਲਈ ਜਾਂਦਾ, ਉਹਨੂੰ ਨਹੀਂ ਪਤਾ ਵੀ ਪਟਾਕਾ ਸਾਈਕਲ ਦਾ ਪੈਣ ਨੂੰ ਫਿਰਦਾ, ਉਹ ਐਂ ਫੁੱਲਿਆ ਜਾਏਗਾ ਨਾਲ। ਜਿਹੜੇ ਬੰਦੇ ਲਾਗੇ ਖਲੋਤੇ ਹੁੰਦੇ ਉਹਨੂੰ ਦੇਖਦਾ ਵੀ ਲੈ ਪਿਆ ਲੈ ਹੁਣ ਬਸ ਇਹਨੇ ਮੁੜਨਾ ਮਗਰੋਂ ਇਹਦੇ ਪਟਾਕਾ ਪੈਣਾ, ਘਰ ਨਹੀਂ ਪਹੁੰਚਦਾ। ਉਹ ਕਈ ਵਾਰੀ ਫਿਰ ਹੁੰਦਾ ਉਹ ਮੁੜ ਜਾਂਦਾ ਤੇ ਅੱਧੇ ਇੱਕ ਮਿੰਟ ਬਾਅਦ ਠੁੱਸ ਪੈ ਗਿਆ ਪਟਾਕਾ। ਫਰਕ ਨਹੀਂ ਉਹਨਾਂ ਕੋਈ ਪੈ ਖੁਸ਼ ਏਦਾਂ ਹੋਣਗੇ ਪੈ ਗਿਆ ਪਟਾਕਾ, ਵੀ ਸਾਹਮਣੇ ਨਹੀਂ ਪਿਆ ਉੱਲੇ ਪਿਆ ਪਰ ਪੈ ਗਿਆ ਜੀ। ਸੋ ਉਹਦੀ ਵੀ ਆਸ ਹੈਗੀ। ਬਾਕੀ ਚਲੋ ਹੁਣ ਰਾਹੁਲ ਗਾਂਧੀ ਸਾਹਿਬ ਹੋ ਸਕਦਾ ਵੀ ਵਿਚਾਰੇ ਸਿਰ ਪੀੜ ਦੀਆਂ ਗੋਲੀਆਂ ਖਾ ਖਾ ਸੋਚਦੇ ਹੋਣ ਵੀ ਅੱਛਾ ਯਾਰ ਨਾਂ ਤੇ 2 ਹੀ ਸੀਗੇ, ਆਹ ਹੁਣ 3-4 ਜਣੇ ਚਿੱਠੀਆਂ ਦੇਈ ਜਾਂਦੇ ਆ। ਨਹੀਂ ਤੁਸੀਂ ਇਹ ਦੇਖੋ ਚਿੱਠੀਆਂ ਦਾ ਕੋਈ ਨਹੀਂ। ਉਧਰ ਚੰਨੀ ਸਾਹਿਬ ਨੇ ਮਰਿੰਡੇ ਦੇ ਵਿੱਚ ਫਿਰ ਰੋਡ ਸ਼ੋਅ ਕੱਢਿਆ ਹਲਕਾ ਜਿਹਾ ਛੋਟਾ, ਕਹਿੰਦੇ ਮੈਂ ਤਾਂ ਸਿੱਧੂ ਸਾਹਿਬ ਇੱਕ ਹਾਂ, ਅਸੀਂ ਇੱਕ ਦੂਜੇ ਦੀ ਮਦਦ ਕਰਾਂਗੇ, ਗੱਲ ਹੀ ਕਿਹੜੀ ਹੈ, ਅਸੀਂ ਕਮਜ਼ੋਰ ਥੋੜੀ ਇੱਕ ਦੂਜੇ ਨੂੰ ਹੋਣ ਦਿਆਂਗੇ, ਸਾਡੇ 'ਚ ਕੋਈ ਫਰਕ ਨਹੀਂ ਹੈ। ਕਿਹਾ ਰੰਧਾਵਾ ਸਾਹਿਬ ਨੇ ਵੀ ਹੈ, ਕਹਿੰਦੇ ਬਿਕਰਮ ਸਿੰਘ ਮਜੀਠੀਆ ਨੇ ਕਿਤੇ ਸਾਡੇ ਪ੍ਰਧਾਨ ਸਿੱਧੂ ਨੂੰ ਹਰਾ ਦੇਣਾ, ਅੰਮ੍ਰਿਤਸਰ ਪੂਰਬੀ ਤੋਂ ਹੋ ਹੀ ਨਹੀਂ ਸਕਦਾ। ਪ੍ਰਧਾਨ ਸਾਡਾ ਬੜਾ ਮਜ਼ਬੂਤ ਉੱਥੋਂ ਕੈਂਡੀਡੇਟ ਹੈ, ਉਹਨਾਂ ਨੇ ਵਧੀਆ ਉੱਥੇ ਕੰਮ ਕੀਤਾ। ਮਜੀਠੀਆ ਦੇ ਵੱਸ ਦੀ ਗੱਲ ਨਹੀਂ ਕਹਿੰਦੇ ਕਿ ਸਾਡੇ ਪ੍ਰਧਾਨ ਹਰਾਣਾ। ਇਹ ਗੱਲ ਬਿਲਕੁਲ ਰੰਧਾਵਾ ਸਾਹਿਬ ਨੇ ਠੀਕ ਆਖੀ ਹੈ ਕਿ ਮਜੀਠੀਆ ਸਾਹਿਬ ਦੇ ਵੱਸ ਦੀ ਗੱਲ ਨਹੀਂ, ਪਰ ਜੇ ਕਿਤੇ ਪਾਰਟੀ ਦੇ ਅੰਦਰੋਂ ਕੰਮ ਹੋ ਗਿਆ, ਹੋ ਸਕਦਾ ਭਾਈ ਫਿਰ ਪਾਰਟੀ ਦੇ ਅੰਦਰੋਂ ਕਿਸੇ ਦੇ ਵੱਸ ਦੀ। ਹਾਂ ਨਹੀਂ ਵੈਸੇ ਸਿਆਸੀ ਬਿਆਨ ਆ ਵੀ ਮਜੀਠੀਏ ਦੇ ਵਾਸਤਾ ਕਿੱਥੇ ਸਿੱਧੂ ਨੂੰ ਹਰਾ ਜਾਣਾ ਉਹਦੇ। ਆਹੋ ਨਹੀਂ ਬਾਕੀ ਮੈਨੂੰ ਇਹ ਗੱਲ ਚੇਤੇ ਆ ਗਈ, ਸੁਭਾਸ਼ ਸ਼ਰਮਾ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਨਾ ਕਿ ਜੇ ਸਿੱਧੂ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਨਾ ਬਣਾਇਆ ਉਹਨੇ ਪਾਰਟੀ ਛੱਡ ਜਾਣੀ। ਮੈਨੂੰ ਲੱਗਦਾ ਕਿ ਉਹ ਸੁਭਾਸ਼ ਸ਼ਰਮਾ ਸਾਹਿਬ ਨਹੀਂ ਬੋਲਦੇ, ਉਹ ਤਜਰਬਾ ਬੋਲਦੇ ਹੀ, ਕਿਉਂਕਿ ਉਹਨਾਂ ਨੇ ਦੇਖਿਆ ਕਿ ਸਾਡੀ ਪਾਰਟੀ ਦੇ ਇੱਕ ਬਹੁਤ ਵੱਡੇ ਸ਼੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਲੀਡਰ ਪਾਰਟੀ ਦੇ ਪ੍ਰਧਾਨ ਰਹੇ, ਕੈਬਨਿਟ ਮਿਨਿਸਟਰ ਰਹੇ, ਪਾਰਟੀ ਦੇ ਵਿੱਚ ਰੁਤਬਾ ਹੀ ਕਿਸੇ ਵੇਲੇ ਮਦਨ ਮੋਹਨ ਮਿੱਤਲ ਹੋਰਾਂ ਦਾ ਹੁੰਦਾ ਸੀ। ਜਾਣੀ 2 ਬੰਦੇ, ਇੱਕ ਟੰਡਨ ਸਾਹਿਬ ਹੁੰਦੇ ਸੀ, ਇੱਕ ਮਿੱਤਲ ਸਾਹਿਬ ਹੁੰਦੇ ਸੀ। ਮੈਂ ਜਦੋਂ ਛੋਟਾ ਹੁੰਦਾ ਸੀ 2 ਹੀ ਨਾਂ ਸੁਣੀਂਦੇ ਸੀ ਜ਼ਿਆਦਾ। ਹੁਣ ਮਿੱਤਲ ਸਾਹਿਬ ਉਹਨਾਂ ਨੇ ਦੇਖਿਆ ਕਿ ਜੇ ਇੱਕ ਬੰਦਾ ਟਿਕਟ ਨਾ ਮਿਲਣ ਕਰਕੇ ਪਾਰਟੀ ਛੱਡ ਸਕਦਾ ਤੇ ਮੁੱਖ ਮੰਤਰੀ ਦੇ ਅਹੁਦੇ ਦਾ ਨਾਮ ਅਨਾਉਂਸ ਨਾ ਹੋਣ ਕਰਕੇ ਪਾਰਟੀ ਛੱਡਣੀ ਤਾਂ ਫਿਰ ਬਹੁਤ ਵੱਡਾ ਰੀਜ਼ਨ ਹੋ ਗਿਆ। ਹੁਣ ਮਿੱਤਲ ਸਾਹਿਬ ਨੇ ਦੇਖੋ ਤੁਸੀਂ ਬੜੇ ਆਰਾਮ ਦੇ ਨਾਲ ਉਹ ਆਪਦੇ ਲਈ ਆਪਦੇ ਮੁੰਡੇ ਅਰਵਿੰਦ ਮਿੱਤਲ ਦੇ ਲਈ ਟਿਕਟ ਮੰਗਦੇ ਸੀ ਕਿ ਸ਼੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਦੇ ਦਿਓ। ਭਾਰਤੀ ਜਨਤਾ ਪਾਰਟੀ ਨੇ ਕਿਹਾ ਨਹੀਂ ਡਾਕਟਰ ਪਰਮਿੰਦਰ ਸ਼ਰਮਾ ਵਧੀਆ ਬੰਦੇ ਨੇ, ਪਿਛਲੀ ਵਾਰੀ 35-36 ਹਜ਼ਾਰ ਵੋਟਾਂ ਲੈ ਗਿਆ ਸੀ। ਇਹ ਨਹੀਂ ਦੱਸਿਆ ਕਿ 30 ਹਜ਼ਾਰ ਨਾਲ ਹਰ ਵੀ ਗਏ ਸੀ, ਕਿ ਉਹ 35-36 ਹਜ਼ਾਰ ਵੋਟਾਂ ਲੈ ਗਿਆ ਸੀ। ਤੁਸੀਂ ਲੀਡਰ ਸੀਨੀਅਰ ਹੋ ਪਰ ਟਿਕਟ ਡਾਕਟਰ ਪਰਮਿੰਦਰ ਸ਼ਰਮਾ ਦੀ ਹੈ। ਉਹਨਾਂ ਨੇ ਫਿਰ ਕਹਿੰਦੇ 1-2 ਦਿਨ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਰਾਬਤਾ ਕੀਤਾ। ਸੁਖਬੀਰ ਸਿੰਘ ਬਾਦਲ ਸਾਹਿਬ ਨੇ 2 ਦਿਨ ਤਾਂ ਨਹੀਂ ਡਾਹ ਦਿੱਤੀ ਬਹੁਤੀ। ਫਿਰ ਡਾਕਟਰ ਦਲਜੀਤ ਸਿੰਘ ਚੀਮਾ ਗਏ ਕਿ ਗੁਆਂਢੀ ਹਲਕੇ ਰੋਪੜ ਤੋਂ ਇਲੈਕਸ਼ਨ ਲੜਦੇ ਆ। 2 ਘੰਟੇ ਮੁਲਾਕਾਤ ਹੋਈ। ਫਿਰ ਮਿੱਤਲ ਸਾਹਿਬ ਵਿਚਾਲੇ ਬੈਠੇ, ਸੁਖਬੀਰ ਸਿੰਘ ਬਾਦਲ ਸਾਹਿਬ ਬੈਠੇ। ਕਹਿੰਦੇ ਜੀ ਦੇਖੋ ਗੱਲ ਇਹ ਹੈ, ਇੰਚਾਰਜ ਅਨੰਦਪੁਰ ਸਾਹਿਬ ਦੀ ਮੁਹਿੰਮ ਦੇ ਇੰਚਾਰਜ ਵੈਸੇ ਸਾਰੇ ਹੀ ਪੰਜਾਬ ਦੇ ਨੇ, ਅੱਧੀ ਭਾਜਪਾ ਕਹਿੰਦੇ ਇਹਨਾਂ ਨੇ ਲੈਣੀ ਆ। ਮੈਂ ਹੈਰਾਨ ਸੀ ਉਹਲੇ ਕਿ ਭਾਜਪਾ 'ਚ ਰਹਿੰਦੇ ਉਹਨਾਂ ਨੂੰ 117 ਦੇ ਵਿੱਚੋਂ ਇੱਕ ਹਲਕੇ ਦੀ ਤਾਂ ਟਿਕਟ ਨਹੀਂ ਮਿਲੀ ਤੇ ਬਾਕੀ ਸਾਰੇ ਪੰਜਾਬ ਦੇ ਵਿੱਚੋਂ ਅੱਧੀ ਭਾਜਪਾ ਕਿੱਦਾਂ ਲੈਣਗੇ ਯਾਰ। ਉਹ ਬੀਜੇਪੀ ਜਦੋਂ ਸੀਗੀ ਉਦੋਂ ਸੀਨੀਅਰ ਮੀਤ ਪ੍ਰਧਾਨ ਨਹੀਂ ਸੀ ਨਾ, ਹੁਣ ਉਹ ਸੀਨੀਅਰ ਮੀਤ ਪ੍ਰਧਾਨ ਨੇ ਅਕਾਲੀ ਦਲ ਦੇ ਨਾਲ ਲੱਗਦੀ। ਹਾਂ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਮਦਨ ਮੋਹਨ ਮਿੱਤਲ ਜੀ, ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਦੇਖੋ ਕਾਰਨ ਇਹ ਆ ਵੀ ਜਿਹੜੀ ਅਕਾਲੀ ਪਾਰਟੀ ਹੈ ਨਾ
ਇਹ ਤਾਂ ਸ਼ੁਰੂ ਤੋਂ ਹੀ ਸਾਡਾ ਲਗਾਓ ਸੀਗਾ। ਜਦੋਂ ਇਹ ਸਮਝੌਤਾ ਹੋਇਆ ਕਹਿੰਦੇ, ਉਦੋਂ ਸਮਝੌਤਾ ਕਰਨ ਵਾਲਾ ਮੈਂ ਸੀ। ਮੈਂ ਉਹ ਜੋੜਿਆ ਤੇ ਸਦਕੇ ਜਾਈਏ ਕਹਿੰਦੇ ਬਾਦਲ ਸਾਹਿਬ ਦੇ, ਜਿਨ੍ਹਾਂ ਨੇ ਉਹ ਨਿਭਾਇਆ ਤੇ ਪੰਜਾਬ ਦੇ ਵਿੱਚ ਦੋਹਾਂ ਧਿਰਾਂ ਨੂੰ ਐ ਘਿਓ ਖਿਚੜੀ ਰੱਖਿਆ। ਇਹ ਜਿਹੜੀ ਸ਼ਾਂਤੀ, ਜਿਹੜਾ ਭਾਈਚਾਰਾ ਬਣਾਇਆ ਬਾਦਲ ਸਾਹਿਬ ਨੇ, ਉਹਦਾ ਮੈਂ ਬੜਾ ਰਿਣੀ ਆ ਤੇ ਮੈਂ ਬੜਾ ਫੈਨ ਆ। ਤੇ ਠੀਕ ਆ, ਫਿਰ ਕਹਿੰਦੇ ਜੇ ਕੁਝ ਕਰ ਸਕਦੀ ਆ ਪਾਰਟੀ ਤੇ ਉਹ ਅਕਾਲੀ ਦਲ ਹੈ, ਇਸ ਕਰਕੇ ਮੈਂ ਆ ਗਿਆ। ਪਰ ਮੈਂ ਕੁਦਰਤੀ ਯਾਦ ਕਰਦਾ ਸੀ ਵੀ ਜੇ ਮੈਂ ਗਲਤ ਨਹੀਂ, ਜੋਸ਼ੀ ਸਾਹਿਬ ਨੇ ਜਦੋਂ ਭਲਾਕੀ ਮਾਰੀ ਹੈ ਬੀਜੇਪੀ ਚੋਂ ਅਕਾਲੀ ਦਲ 'ਚ, ਉਦੋਂ ਜੋ ਰੌਲਾ ਇਹਨਾਂ ਦਾ ਵੀ ਪੈਂਦਾ ਵੀ ਮਿੱਤਲ ਸਾਹਿਬ ਵੀ ਕੁਝ ਠੀਕ ਨਹੀਂ ਮਹਿਸੂਸ ਕਰ ਰਹੇ ਉੱਥੇ, ਪਤਾ ਨਹੀਂ ਇੰਨਾ ਚਿਰ ਵੇਟ ਕਾਹਦੀ ਕਰਦੇ ਰਹੇ। ਨਹੀਂ, ਮੈਨੂੰ ਹੋਰ ਚੇਤਾ ਆ ਗਿਆ ਉਹ ਤੋਂ ਵੀ ਪਹਿਲਾਂ ਕਿ ਜਦੋਂ ਅਕਾਲੀ ਦਲ ਵਿਰੋਧ ਕਰਦਾ ਸੀ ਖੇਤੀ ਕਾਨੂੰਨਾਂ ਦਾ, ਅਸਤੀਫਾ ਦੇ ਕੇ ਆ ਗਿਆ, ਗੱਠਜੋੜ ਤੋੜ ਕੇ ਆ ਗਿਆ, ਉਦੋਂ ਮਿੱਤਲ ਸਾਹਿਬ ਨੇ ਕਈ ਕੁਝ ਆਖਿਆ ਸੀ। ਵੈਸੇ ਗੱਲ ਹੀ ਕਰਦਾ, ਮੈਂ ਬਹੁਤਾ ਕਹਿਣਾ ਨਹੀਂ ਚਾਹੁੰਦਾ। ਨਹੀਂ ਅਸੀਂ ਕਿਉਂ ਕਹਿਣਾ ਬਈ, ਆਪਾਂ ਨੂੰ ਲੋੜ ਹੀ ਕੋਈ ਨਹੀਂ। ਕੀ ਲੋੜ ਆ ਬਈ? ਵਿੱਚ ਵਿਚਾਲੇ ਬੰਦੇ ਇਹ ਵੀ ਕਹਿੰਦੇ ਆ, ਉਹ ਕਹਿੰਦੇ ਜੀ ਸੂਤ ਉੱਥੋਂ ਦੇ ਜਿਹੜੇ ਕਾਂਗਰਸੀ ਵਿਧਾਇਕ ਆ ਉਹਨਾਂ ਦੇ ਨਾਲ ਵੀ ਇਹਨਾਂ ਦਾ ਵਾਹਵਾ ਹੈ ਕਿ ਪਾਰਟੀ ਦੇ ਕੋਲੇ ਸ਼ਾਇਦ ਇਹ ਵੀ ਗੱਲਾਂ ਬਾਤਾਂ ਜਾਂਦੀਆਂ ਸੀ ਕਿ ਠੀਕ ਹੀ ਆ ਕੰਮ ਕਰ ਜਿਆ। ਹੁਣ ਚਲੋ ਮਿੱਤਲ ਸਾਹਿਬ ਆਏ ਨੇ, ਬਹੁਤ ਚੰਗੀ ਗੱਲ ਹੈ। ਜਾਣੀ ਜਦੋਂ ਮਿੱਤਲ ਸਾਹਿਬ ਇੱਕ ਟਿਕਟ ਦੇ ਲਈ ਉੱਧਰ ਚਲੇ ਗਏ, ਫਿਰ ਸੁਭਾਸ਼ ਸ਼ਰਮਾ ਸਾਹਿਬ ਨੇ ਸੋਚਿਆ ਹੋਣਾ ਯਾਰ ਜੀ ਉਹ ਇੱਕ ਹਲਕੇ ਦੀ ਟਿਕਟ ਦੇ ਕਰਕੇ ਜਾ ਸਕਦੇ ਆ, ਤੇ ਫਿਰ ਸਿੱਧੂ ਸਾਹਿਬ ਜੇ ਕੱਲ੍ਹ ਨੂੰ ਮੁੱਖ ਮੰਤਰੀ ਦਾਅਵੇਦਾਰ ਨਾ ਹੋਏ ਫਿਰ ਇਹ ਵੀ ਜਾ ਸਕਦੇ, ਇਹ ਬਿਆਨ ਦੇਣਾ ਬਣਦਾ ਹੈ। ਨਹੀਂ ਚਲੋ ਗੱਲ ਪਤਾ ਕੀ ਹੈ ਬਾਠ ਸਾਹਿਬ, ਕਾਰਨ ਹੈ ਵੀ ਬਿਆਨ ਉਹ ਦਿਓ ਜਿਹੜਾ ਮਾੜਾ ਮੋਟ ਚਰਚਾ 'ਚ ਚੱਲੇ, ਕੰਨ ਤੇ ਖੜੇ ਕਰਦੇ ਨਾ ਅਗਲੇ ਦੇ ਜੀ। ਹੁਣ ਉਸ ਬਿਆਨ ਨਾਲ ਉਹ ਕੰਮ ਚੱਲ ਪਿਆ। ਪਰ ਦੂਜੇ ਪਾਸੇ ਜੇ ਆਪਾਂ ਸਿੱਧੂ ਸਾਹਿਬ ਤੇ ਆ ਜਾਈਏ, ਤੇ ਸਿੱਧੂ ਸਾਹਿਬ ਕਾਗਜ਼ ਦਾਖਲ ਕਰਨ ਗਏ। ਕਾਗਜ਼ ਦਾਖਲ ਕਰਨ ਤੋਂ ਬਾਅਦ ਫਿਰ ਆਪਣੇ ਭਾਈਚਾਰੇ ਨੇ ਮਾਈਕ ਲਾਏ ਸੀ ਤੇ ਆ ਗਏ ਉੱਥੇ। ਫਿਰ ਉੱਥੇ ਜਿਸ ਹਿਸਾਬ ਨਾਲ ਉਹ ਵਰੇ, ਕਿਉਂਕਿ ਵਰੇ ਸ਼ਬਦ ਹੀ ਵਰਤਿਆ ਜਾਂਦਾ, ਜੋ ਕੁਛ ਉਹਨਾਂ ਨੇ ਬੋਲਿਆ, ਜਿੱਧਰੋਂ ਸ਼ੁਰੂ ਹੋਏ, ਜਿੱਧਰੋਂ ਕਹਿੰਦੇ ਵੀ ਜਿੱਧਰੋਂ ਕਿਧਰੋਂ ਚੜ੍ਹੇ ਕਿਧਰੋਂ ਲੱਥੇ ਜਾ ਕੇ, ਉਹ ਕੰਮ ਜਿਹੜਾ ਉਹਨਾਂ ਨੇ ਕੀਤਾ ਤੇ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਸਿੱਧੂ ਦੇ ਖਿਲਾਫ ਮਾਫੀਆ ਲੜ ਰਿਹਾ, ਤੇ ਇਹ ਹੁਣ ਸ਼ਹਿਰ ਵਾਲਿਆਂ ਨੇ ਡਿਸਾਈਡ ਕਰਨਾ ਵੀ ਮਾਫੀਆ ਜਿਤਾਉਣਾ ਕਿ ਸਿੱਧੂ। ਨਹੀਂ, ਬਹੁਤ ਜ਼ਿਆਦਾ ਉਹ ਜਾਣੀ ਤੱਤੇ ਹੋਏ ਨਵਜੋਤ ਸਿੰਘ ਸਿੱਧੂ ਹੋਰੇ। ਉਹ ਕਹਿੰਦੇ ਮੈਨੂੰ ਕੰਪੇਨ ਕਰਨ ਦੀ ਲੋੜ ਨਹੀਂ ਹੈ, ਸ਼ਹਿਰ ਦੇ ਲੋਕ ਮੈਨੂੰ ਉਦੋਂ ਤੋਂ ਜਾਣਦੇ ਆ ਜਦੋਂ ਦਾ ਮੈਂ MP ਹਾਂ, ਤੇ ਸ਼ਹਿਰ ਦੇ ਲੋਕਾਂ ਨੇ ਮੈਨੂੰ ਉਦੋਂ ਵੀ ਜਾਣਿਆ ਜਦੋਂ ਮੈਂ ਇੱਥੋਂ ਮਨਾ ਕਰ ਦਿੱਤਾ ਸੀ ਕਿ ਮੈਂ ਅੰਮ੍ਰਿਤਸਰ ਛੱਡ ਕੇ ਨਹੀਂ ਜਾਣਾ। ਤੇ ਨਾਲ ਦੀ ਨਾਲ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਸਾਹਿਬ ਨੂੰ ਇੱਕ ਚੁਣੌਤੀ ਦਿੱਤੀ। ਉਹ ਕਹਿੰਦੇ ਜੀ ਮੈਨੂੰ ਕਹਿੰਦੇ ਨੇ ਉਹਦੀ ਜ਼ਮਾਨਤ ਜ਼ਬਤ ਨਹੀਂ ਹੈ, ਹੋ ਸਕਦਾ ਹੋ ਜਾਣੀ ਹੋਵੇ। ਫਿਰ ਮਜੀਠੀਆ ਸਾਹਿਬ ਜੇ ਤੁਹਾਨੂੰ ਇੰਨਾ ਹੀ ਪਤਾ ਨਾ ਇਕੱਲਾ ਫਿਰ ਇੱਥੋਂ ਹੀ ਚੋਣ ਲੜੋ, ਫਿਰ ਮਜੀਠੇ ਤੋਂ ਕਿਸੇ ਟਿਕਟ ਕਿਸੇ ਹੋਰ ਨੂੰ ਦੇ ਦਿਓ, ਫਿਰ ਦੋ ਹਲਕਿਆਂ ਤੋਂ ਨਾ ਲੜੋ। ਵੀ ਜੇ ਤੁਹਾਨੂੰ ਯਕੀਨ ਹੀ ਆ ਕਿ ਤੁਸੀਂ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਨਵਜੋਤ ਸਿੰਘ ਸਿੱਧੂ ਨੂੰ ਹਰਾ ਹੀ ਦੇਣਾ, ਤੇ ਮਜੀਠੇ ਤੋਂ ਤੁਸੀਂ ਕਹਿੰਦੇ ਮੈਂ ਜਿੱਤਣਾ ਜ਼ਰੂਰ ਹੈ, ਫਿਰ ਦੋ ਤੋਂ ਕਾਹਤੋਂ ਜਿੱਤਣਾ? ਤੁਸੀਂ ਐਂ ਕਰੋ, ਇੱਕੋ ਹੀ ਹਲਕੇ ਤੋਂ ਮੇਰੇ ਖਿਲਾਫ ਆ ਕੇ ਇੱਥੋਂ ਹੀ ਚੋਣ ਲੜੋ ਅੰਮ੍ਰਿਤਸਰ ਪੂਰਬੀ ਤੋਂ, ਗੱਲ ਤਾਂ ਫੇਰ ਬਣਦੀ ਹੈ। ਹੁਣ ਜੇ ਦੋ ਹਲਕਿਆਂ ਤੋਂ ਮਜੀਠਾ ਸਾਹਿਬ ਜਿੱਤਦੇ ਆ, ਫਿਰ ਇੱਕ ਹਲਕਾ ਛੱਡਣਾ ਪਊਗਾ, ਉਹ ਭਾਰਤਾ ਪਊਗਾ। ਹੋਰ ਕੋਈ ਵੀ ਪੰਜਾਬ ਦੇ ਵਿੱਚ ਲੀਡਰ ਦੋ ਹਲਕਿਆਂ ਤੋਂ ਚੋਣ ਨਹੀਂ ਲੜ ਰਿਹਾ। ਸੰਵਿਧਾਨ ਰੋਕਦਾ ਵੀ ਨਹੀਂ, ਇਹ ਕਾਨੂੰਨ ਦੀ ਉਲੰਘਣਾ ਵੀ ਨਹੀਂ, ਪਰ ਸਿੱਧੂ ਸਾਹਿਬ ਨੇ ਚੁਣੌਤੀ ਦਿੱਤੀ ਹੈ। ਜਿਹੜੀਆਂ ਗੱਲਾਂ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਹੀਆਂ, ਉਹਨਾਂ ਨੇ ਤਾਂ ਦੁੱਕੀ ਸ਼ਬਦ ਵੀ ਵਰਤਿਆ, ਉਹਨਾਂ ਨੇ ਤਾਂ ਧੋਖੇਬਾਜ਼, ਫਰਾਡੀ, ਬਹੁਤ ਸਾਰੇ ਸ਼ਬਦ ਵਰਤੇ। ਤਾਂ ਹੀ ਕਿਹਾ ਬਹੁਤ ਗਰਮੀ, ਇੰਨੇ ਗਰਮ ਵੀ ਜਦੋਂ ਉਹ ਆਪਣੇ ਵਾਲੇ ਬੰਦੇ ਪੁੱਛਦੇ ਸਿੱਧੂ ਸਾਹਿਬ ਉਹ ਯਾਰ ਤੂੰ ਖੜ ਜਾ ਹੁਣ ਮੈਨੂੰ ਗੱਲ ਕਰਨ ਦੇ, ਨਵੇੜ ਲੈਣ ਦੇ ਕਰੇ, ਮੈਨੂੰ ਇੱਕ ਗੱਲ ਕਰ ਲੈਣ ਦੇ। ਹੁਣ ਮਤਲਬ ਉਹ ਜਿਹੜੇ ਮੇਰੇ ਖਿਆਲ ਨਾਲ ਰੌਂਚ ਸੀਗੇ, ਖੈਰ ਇਸ ਰੌਂ ਦੇ ਲਈ ਤਾਂ ਸਿੱਧੂ ਸਾਹਿਬ ਜਾਣੇ ਜਾਂਦੇ ਆ। ਬਾਕੀ ਜਿੱਦਾਂ ਉਹਨਾਂ ਨੇ ਇਹ ਵੀ ਜ਼ਿਕਰ ਕਰ ਦਿੱਤਾ ਵੀ ਦੇਖੋ ਜੀ ਮੈਂ ਕਰੋੜਾਂ ਰੁਪਈਆ ਫਲਾਣੇ ਥਾਂ 'ਤੇ ਆਪਣੀ ਜੇਬ 'ਚੋਂ ਦਿੱਤਾ, ਲੱਖਾਂ ਰੁਪਈਆ ਫਲਾਣੇ ਥਾਂ 'ਤੇ ਆਪਣੀ ਜੇਬ 'ਚੋਂ ਦਿੱਤਾ, ਤੇ ਜਦੋਂ ਸਿੱਧੂ ਇਹਨੇ ਕਰੋੜ ਕਮਾਉਂਦਾ ਸੀਗਾ ਫਿਰ ਉਹ ਗੱਲ ਉਸੇ ਦੇ ਆਂਦੇ ਹਰੇ ਰੰਗ ਦੀ ਕੁਆਲਿਸ 'ਤੇ ਆ ਜਾਂਦੇ। ਅੱਜ ਕਹਿੰਦੇ ਮੈਂ ਉਹਦਾ 5% ਨਹੀਂ ਕਮਾਉਂਦਾ, ਪਰ ਫਿਰ ਵੀ ਮੈਂ ਖੜਾ ਲੋਕਾਂ ਦੇ ਵਿੱਚ, ਮੇਰੇ 'ਤੇ ਦਾਗ ਕੋਈ ਨਹੀਂ। ਜੇ ਇਹ ਦਾਗ ਹੁੰਦਾ, ਸ਼ਬਦ ਨਾਲ ਵਰਤਿਆ, ਉਹ ਕਹਿੰਦੇ ਵੀ ਜੇ ਦਾਗ ਹੁੰਦਾ, ਜੇ ਕਿਤੇ ਘੁੰਡੀ ਹੁੰਦੀ ਤੇ ਸਿੱਧੂ ਇੱਥੇ ਨਾ ਖਲੋਤਾ, ਲੱਗਦਾ ਕਦੋਂ ਦਾ ਠੋਕਿਆ ਹੋਣਾ ਹੈਗਲਾ। ਹਾਂ, ਵੀ ਸਾਰੇ ਠੋਕਣ ਨੂੰ ਫਿਰਦੇ ਆ ਤੇ ਠੋਕ ਹੀ ਦੇਣਾ ਸੀ। ਸੰਧਾਲੀਆ ਸਾਹਿਬ ਨਾਲ ਲੱਗਦੀ ਉਹਨਾਂ ਦੇ ਭੈਣ ਜੀ ਜਿਹੜੇ ਨੇ, ਜਿਹੜੇ ਸੁਮਨ ਤੂਰ ਜੀ, ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਸਿੱਧੂ ਨੂੰ ਤਾਂ ਅਸੀਂ ਪੁੱਤ ਆਂਦੇ ਸੀ, ਸਿੱਧੂ ਨੇ ਸਾਡੀ ਮਾਂ ਦਾ ਖਿਆਲ ਨਹੀਂ ਰੱਖਿਆ, ਬੜਾ ਕੁਛ ਕਿਹਾ ਉਹਨਾਂ ਨੇ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਤੇ ਨਾਲ ਦੀ ਨਾਲ ਮਨਜੀਤ ਸਿੰਘ ਖਹਿਰਾ, ਜਿਹੜੇ ਕਿ ਆਪਣੇ ਆਪ ਨੂੰ ਉਹਨਾਂ ਦੇ ਪਿਤਾ ਜੀ ਦੇ ਦੋਸਤ ਕਹਿੰਦੇ ਆ, ਉਹ ਕਹਿੰਦੇ ਜੀ ਮੈਂ ਇੱਕੋ ਇੱਕ ਜਿਉਂਦਾ ਬੰਦਾ ਜਿਹੜਾ ਕਿ ਭਗਵੰਤ ਸਿੰਘ ਸਿੱਧੂ ਹੋਰਾਂ ਦੇ ਬਹੁਤ ਨੇੜੇ ਸੀ। ਉਹ ਦੋਨਾਂ ਗੱਲਾਂ ਤੋਂ ਬਾਅਦ ਹੁਣ ਉਹਦੀ ਚਰਚਾ ਹੌਲੀ ਹੌਲੀ ਥੱਲੇ ਨੂੰ ਆਉਣੀ ਸ਼ੁਰੂ ਹੋ ਗਈ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਤੇ ਇਹ ਕਹਿਤਾ ਕਿ 40 ਸਾਲ ਹੋ ਗਏ ਮੇਰੇ ਪੇਰੈਂਟਸ ਦੀ ਮੌਤ ਹੋਏ ਨੂੰ, ਤੇ ਮੈਂ ਇੰਨਾ ਗਰਕਿਆ ਨਹੀਂ, ਮੈਂ ਇੰਨਾ ਨੀਵਾਂ ਨਹੀਂ ਹੋ ਸਕਦਾ ਕਿ ਮੈਂ ਉਹਨਾਂ ਦੀ ਕਬਰ ਪੁੱਟ ਕੇ ਉਹਨਾਂ ਨੂੰ ਸਿਆਸਤ ਦੇ ਵਿੱਚ ਲੈ ਕੇ ਆਵਾਂ। ਇਸ ਕਰਕੇ ਲੋਕ ਸਭ ਜਾਣਦੇ ਆ, ਮੈਂ ਉਸ ਮੁੱਦੇ ਤੇ ਨਹੀਂ ਆਉਣਾ ਚਾਹੁੰਦਾ। ਪਰ ਜੋ ਮਨਜੀਤ ਸਿੰਘ ਖਹਿਰਾ ਹੋਰਾਂ ਨੇ ਕਿਹਾ, ਕਿਉਂਕਿ ਉਹ ਬੜਾ ਕਲੀਅਰ, ਉਹ ਕਹਿੰਦੇ ਜੀ ਦੇਖੋ ਗੱਲ ਇਹ ਹੈ, ਇਹ ਗੱਲ ਸਾਫ਼ ਕੀਤੀ ਉਹਨਾਂ ਨੇ। ਉਹ ਕਹਿੰਦੇ ਜੀ ਕਿ ਉਹ ਜਿਹੜੀਆਂ ਦੋ ਲੜਕੀਆਂ ਨੇ, ਉਹ ਕਹਿੰਦੇ ਜੀ ਬੱਬੀ ਆ ਉਹਨਾਂ ਦਾ ਛੋਟਾ ਨਾਮ, ਯਾਨੀ ਉਹਨਾਂ ਨੇ ਨਿੱਕੀਆਂ ਨਿੱਕੀਆਂ ਗੱਲਾਂ ਦੱਸੀਆਂ। ਉਹ ਕਹਿੰਦੇ ਜੀ ਮੈਂ ਰੋਜ਼ ਉਹਨਾਂ ਦੇ ਘਰੇ ਜਾਂਦਾ ਸੀ, ਨਵਜੋਤ ਸਿੰਘ ਸਿੱਧੂ ਹੋਰਾਂ ਦੇ, ਬੈਡਮਿੰਟਨ ਖੇਡਦੇ ਸੀ, ਸਵਿਮਿੰਗ ਵੀ ਕਰਦੇ, ਕਈ ਕੁਛ।
ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਪਿਤਾ ਜੀ ਬਿਮਾਰ ਹੋਏ ਆ, ਉਹ ਪਹਿਲਾਂ ਹੀ ਆਪਣੀ ਪ੍ਰਾਪਰਟੀ ਦਾ ਮਸਲਾ ਹੱਲ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਦੇ ਗਏ ਸੀ। ਦੂਸਰੀ ਗੱਲ, ਉਹਨਾਂ ਨੇ ਇਹ ਵੀ ਕਿਹਾ ਕਿ ਇਹ ਦੋਨੋਂ ਜਿਹੜੀਆਂ ਲੜਕੀਆਂ ਨੇ, ਹੁਣ ਤਾਂ ਚਲੋ 70 ਸਾਲ ਦੀ ਉਮਰ ਹੈ, ਉਹਨਾਂ ਦਾ ਪਿਤਾ ਕੋਈ ਹੋਰ ਸੀ, ਉਹਨਾਂ ਦੇ ਮਾਤਾ ਜੀ ਜਿਹੜੇ ਆ ਆਪਣੇ ਪਹਿਲੇ ਘਰ ਵਾਲੇ ਤੋਂ ਸੈਪਰੇਟ ਹੋ ਕੇ ਫਿਰ ਇਧਰਲੇ ਪਾਸੇ ਆਏ ਸੀ। ਤੇ ਨਾਲ ਉਹਨਾਂ ਨੇ ਇਹ ਵੀ ਕਿਹਾ, ਉਹ ਕਹਿੰਦੇ ਜੀ ਮੈਂ ਇਸ ਗੱਲ ਨੂੰ ਜਾਣਦਾ ਹਾਂ ਕਿ ਜਦੋਂ ਨਵਜੋਤ ਸਿੰਘ ਸਿੱਧੂ ਦੇ ਪਿਤਾ ਦੀ ਡੈਥ ਹੋਈ ਹੈ ਤਾਂ ਨਵਜੋਤ ਸਿੰਘ ਸਿੱਧੂ ਨੇ ਆਪਣੀ ਉਸ ਮਾਤਾ ਨੂੰ ਆਫਰ ਕੀਤਾ ਸੀ ਕਿ ਤੁਸੀਂ ਮੇਰੇ ਨਾਲ ਰਹੋ, ਤੇ ਉਹਨਾਂ ਨੇ ਕਿਹਾ ਸੀ ਕਿ ਨਹੀਂ, ਮੈਂ ਤੁਹਾਡੇ ਨਾਲ ਨਹੀਂ, ਮੈਂ ਕਿਸੇ ਹੋਰ ਪਾਸੇ ਰਹਿਣਾ। ਉਹ ਕਹਿੰਦੇ ਜੀ ਮੈਂ ਕੋਈ ਰਾਜਨੀਤਿਕ ਲੀਡਰ ਨਹੀਂ, ਮੈਂ ਕੋਈ ਨਵਜੋਤ ਸਿੰਘ ਸਿੱਧੂ ਦਾ ਵਕੀਲ ਨਹੀਂ, ਪਰ ਮੈਨੂੰ ਐਂ ਲੱਗਿਆ ਕਿ ਮੈਂ ਇੱਕੋ ਇੱਕ ਬੰਦਾ ਜਿਹੜਾ ਕਿ ਉਸ ਸਾਰੀ ਚੀਜ਼ ਨੂੰ ਬਹੁਤ ਨੇੜਿਓਂ ਜਾਣਦਾ, ਨੇੜਿਓਂ ਦੇਖਦਾ, ਤੇ ਮੈਂ ਉਹ ਸਾਰੀ ਚੀਜ਼ ਦੇ ਵਿੱਚੋਂ ਗੁਜ਼ਰਿਆ, ਕਿਉਂਕਿ ਉਹ ਕਹਿੰਦੇ ਜੀ ਦੇਖਿਆ ਮੈਂ ਇਹਨਾਂ ਨੂੰ ਇਕੱਠਿਆਂ ਨੂੰ। ਤੇ ਉਹਨਾਂ ਨੇ ਸਾਫ਼ ਕੀਤਾ ਕਿ ਭਾਈ ਨਵਜੋਤ ਸਿੰਘ ਸਿੱਧੂ ਦੇ ਪਿਤਾ ਦੀ ਔਲਾਦ ਨਹੀਂ ਇਹ ਦੋਨੋਂ ਲੜਕੀਆਂ। ਤੇ ਉਹਨਾਂ ਨੂੰ ਇਹ ਵੀ ਪੁੱਛਿਆ ਪੱਤਰਕਾਰਾਂ ਨੇ, ਨਹੀਂ ਜੀ ਫਿਰ ਉਹਨਾਂ ਦਾ ਪ੍ਰਾਪਰਟੀ ਤੇ ਤੱਕ ਹੋ ਸਕਦਾ। ਉਹ ਕਹਿੰਦੇ ਮੈਂ ਵਕੀਲ ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ, ਇਹ ਕੇਸ ਕਿਸੇ ਨੇ ਕੰਸੀਡਰ ਵੀ ਨਹੀਂ ਕਰਨਾ, ਇਹ ਬਣਦਾ ਹੀ ਨਹੀਂ ਹੈ। ਇਹ ਸਿਰਫ ਤੇ ਸਿਰਫ ਕਹਿੰਦੇ ਆ ਜਿਹੜੀ ਤਰੀਕਾਂ ਇਲੈਕਸ਼ਨ ਦੇ ਨੇੜੇ ਆ ਨਾ, ਇਸ ਕਰਕੇ ਮੈਨੂੰ ਲੱਗਿਆ ਕਿ ਭਾਈ ਇਹ ਪਰਿਵਾਰ ਦਾ ਮਸਲਾ ਗਲਤ ਢੰਗ ਦੇ ਨਾਲ ਉਛਾਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂਜੀ, ਇਹ ਤਾਂ ਗੱਲ ਹੈਗੀ, ਕਿਉਂਕਿ ਮਨਜੀਤ ਸਿੰਘ ਖਹਿਰਾ ਹੋਰਾਂ ਦੀ ਐਂਟਰੀ ਇਸ ਕੇਸ ਦੇ ਵਿੱਚ, ਉਹ ਹੋ ਸਕਦਾ ਵੀ ਉਹਨਾਂ ਨੂੰ ਕਿਹਾ ਗਿਆ ਹੋਵੇ ਜਾਂ ਉਹਨਾਂ ਨੇ ਖੁਦ ਮਹਿਸੂਸ ਕੀਤਾ ਹੋਵੇ ਕਿ ਯਾਰ ਮੇਰਾ ਦੋਸਤ ਸੀ, ਉਸ ਦੋਸਤ ਦੇ ਗਾਂ ਪਰਿਵਾਰ 'ਚ ਰੌਲਾ, ਤੇ ਜਿੰਨਾ ਕੁ ਮੈਨੂੰ ਪਤਾ ਮੈਂ ਦੱਸ ਦਿਆਂ। ਜਿਹੜੀ ਗੱਲ ਉਹਨਾਂ ਇਹ ਕਹੀ ਕਿ ਵੀ ਉਹ ਸ਼ਾਇਦ 84 ਦੀ ਗੱਲ ਕਰਦੇ ਸੀ, ਵੀ 84 ਤੋਂ ਬਾਅਦ ਉਹ ਅਲੱਗ-ਅਲੱਗ ਰਹਿਣ ਲੱਗ ਪਏ ਸੀ। ਉਸ ਤੋਂ ਬਾਅਦ ਚਲੋ ਉਹਨਾਂ ਦਾ ਪਰਿਵਾਰਕ ਮਸਲਾ ਸੀ, ਕਹਿੰਦੇ ਵੀ ਨੇ ਕਦੀ ਪੁੱਛਿਆ ਵੀ ਨਹੀਂ ਕਿਸੇ ਨੇ, ਕਿਉਂਕਿ ਏਡੀ ਕੋਈ ਗੱਲ ਲੱਗਦੀ ਵੀ ਨਹੀਂ ਸੀ। ਪਰ ਜੇ ਉਹ ਕਹਿੰਦੇ ਵੀ ਗੱਲ ਹੁੰਦੀ, ਈਵਨ ਜਿੱਦਾਂ ਉਹ ਬੀਬੀ ਹੋਰਾਂ ਨੇ ਕਿਹਾ ਕਿ ਵੀ ਮਾਤਾ ਜੀ ਉੱਥੇ ਉਹਨਾਂ ਦਾ ਐਕਸੀਡੈਂਟ ਹੁੰਦਾ ਤੇ ਲਵਾਰਸ ਉਹਨਾਂ ਨੂੰ ਹੈ ਨਾ 90 ਤੋਂ ਪਹਿਲਾਂ ਹੈ ਨਾ ਮੌਤ ਹੁੰਦੀ ਹੈ, ਵੀ ਇੰਨੇ ਸਾਲ ਜੇ ਉਹ ਦੁੱਖ ਸੀ ਤੇ ਇੰਨੇ ਸਾਲ ਜਾਂ 3 ਦਹਾਕਿਆਂ ਤੋਂ ਵੱਧ ਦਾ ਸਮਾਂ ਉਹ ਗੱਲ ਕਿਸੇ ਪਾਸੇ ਨਾ ਆਉਣੀ, ਅਚਾਨਕ ਉਦੋਂ ਆਉਣੀ ਕਿ ਜਦੋਂ ਜਮਾਂ ਵੋਟਾਂ ਸਿਰ ਤੇ ਨੇ, ਉਹਦੇ ਵਿੱਚ ਘੁੰਡੀ ਹੋਰ ਲੱਗਦੀ ਆ। ਜਿਹੜੀ ਚੀਜ਼ ਬਣਾਈ ਦਿਖਾਈ ਜਾ ਰਹੀ ਉਹ ਮੈਨੂੰ ਜਾਪਦੀ ਨਹੀਂ, ਇਹ ਉਹਨਾਂ ਦਾ ਕਹਿਣਾ ਜੀ। ਹੁਣ ਮੈਨੂੰ ਲੱਗਦਾ ਵੀ ਜਿਹੜਾ ਐਂਗਲ ਉਹ ਦੱਸ ਰਹੇ ਨੇ, ਬਹੁਤ ਸਾਰੇ ਲੋਕ ਮੇਰੇ ਖਿਆਲ ਨਾਲ ਜਿਹੜੇ ਸਿਆਸੀ ਨੇ ਜਾਂ ਸਿਆਸਤ ਤੋਂ ਬਾਹਰੋਂ ਦੇਖਦੇ ਨੇ, ਉਹਨਾਂ ਨੂੰ ਕਿਤੇ ਨਾ ਕਿਤੇ ਗੱਲ ਲੱਗਦੀ। ਹੁਣ ਸੱਚ ਕੀ ਝੂਠ ਕੀ ਤੇ ਰੱਬ ਜਾਣੇ। ਸੰਧਾਲੀਆ ਸਾਹਿਬ ਤੁਸੀਂ ਦੇਖੋ, ਜਦੋਂ ਉਹ ਮੈਡਮ ਹੋਰਾਂ ਨੇ, ਸੁਮਨਤੂਰ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਉਦੋਂ ਵੀ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ, ਕਿਉਂਕਿ ਪਤਾ ਤਾਂ ਉਹਨਾਂ ਨੇ ਡਿਸਕਲੋਜ਼ ਨਹੀਂ ਕੀਤੀਆਂ, ਉਹਨਾਂ ਨੇ ਸਿੱਧਾ ਆਪਣੇ ਆਪ ਨੂੰ ਭੈਣ ਹੀ ਉੱਥੇ ਸਾਬਿਤ ਕੀਤਾ, ਤੇ ਉਹ ਤੋਂ ਪਤਾ ਨਹੀਂ ਸੀ ਲੱਗਦਾ ਕਿ ਉਹ ਸਿੱਧੇ ਰੂਪ ਦੇ ਵਿੱਚ ਨੇ। ਤੇ ਨਾਲ ਦੀ ਨਾਲ ਤੁਸੀਂ ਇਹ ਵੀ ਦੇਖੋ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਹਨਾਂ ਦੇ ਮਾਤਾ ਜੀ ਇਲੈਕਸ਼ਨ ਲੜਦੇ ਰਹੇ ਆ, ਤੇ ਉਦੋਂ ਜਿਹੜਾ ਉਹਨਾਂ ਦਾ ਪਹਿਲਾ ਸਰਨੇਮ ਹੁੰਦਾ ਸੀ, ਉਹਨਾਂ ਨੂੰ 1952 ਦੀ ਗੱਲ ਕੀਤੀ ਨਾ ਮੇਰਾ ਖਿਆਲ, ਕਿ 1952 ਦੇ ਵਿੱਚ ਇਲੈਕਸ਼ਨ ਲੜੀ, 300 ਵੋਟਾਂ ਪਈਆਂ, ਤੇ ਉਹਨਾਂ ਨੇ ਉਹ ਪੁਰਾਣੇ ਪਰਿਵਾਰ ਦਾ ਸਰਨੇਮ ਉਦੋਂ ਯੂਜ਼ ਕੀਤਾ। ਜਾਣੀ ਉਹ ਤਕਰੀਬਨ ਹਰ ਉਹ ਗੱਲ ਐਵੀਡੈਂਸ ਦੇ ਰੂਪ ਦੇ ਵਿੱਚ ਆਪਣੀ ਗੱਲਬਾਤ 'ਚ ਰੱਖ ਗਏ ਕਿ ਅਸਲ ਦੇ ਵਿੱਚ ਕਹਾਣੀ ਆ। ਤੇ ਹੁਣ ਮੈਨੂੰ ਲੱਗਦਾ ਕਿ ਸ਼ਾਇਦ ਇਹ ਮਸਲਾ ਮੱਠਾ ਹੀ ਪੈ ਜਾ, ਹੁਣ ਇਹਦੀ ਬਹੁਤੀ ਚਰਚਾ ਚੱਲਣੀ ਨਹੀਂ। ਬਾਕੀ ਮੇਰਾ ਖਿਆਲ ਸਿੱਧੂ ਸਾਹਿਬ ਨੇ ਵੀ ਜਿਸ ਹਿਸਾਬ ਨਾਲ ਕਹਿਤਾ ਵੀ ਇਹ ਜਿਸ ਹਿਸਾਬ ਦੀ ਸਿਆਸਤ ਹੋ ਰਹੀ ਤੁਹਾਨੂੰ ਪਤਾ, ਤੇ ਮੈਂ ਨਹੀਂ ਚਾਹੁੰਦਾ ਵੀ ਕਬਰਾਂ ਫਰੋਲੀਆਂ ਜਾਣ ਮੇਰੀ ਮਾਂ ਦੀਆਂ, ਬਾਕੀ ਤੁਸੀਂ ਆਪ ਸਿਆਣੇ ਹੋ। ਸੋ ਠੀਕ ਆ, ਮੇਰੇ ਖਿਆਲ ਨਾਲ ਜਿੱਦਾਂ ਉਹਨਾਂ ਨੇ ਗੱਲ ਨੂੰ ਨਿਬੇੜਨ ਵਾਲੇ ਪਾਸੇ ਗੱਲ ਕੀਤੀ, ਹੁਣ ਹੋ ਸਕਦਾ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਮੀਡੀਆ ਵੀ ਇਸ ਗੱਲ ਨੂੰ ਨਾ ਚੱਕੇ, ਜਾਂ ਇਹ ਵੀ ਹੋ ਸਕਦਾ ਵੀ ਵਿਰੋਧੀ ਵੀ ਨਾ ਚੱਕਣ, ਕਿਉਂਕਿ ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ ਸੀ, ਮਜੀਠੀਆ ਸਾਹਿਬ ਨੇ ਕਿਹਾ ਵੀ ਮੈਂ ਖੁਦ ਨਹੀਂ ਚਾਹੁੰਦਾ ਇਹੋ ਜਿਹੀ ਗੱਲ ਹੋਵੇ। ਇਸ ਮੁੱਦੇ ਤੇ ਨਾ ਟਿੱਪਣੀਆਂ ਆਈਆਂ ਕੱਲ, ਕਹਿੰਦੇ ਜੀ ਨਹੀਂ, ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਤੇ ਇਹ ਕਿਹਾ ਜਿਹੜਾ ਆਪਣੇ ਪਰਿਵਾਰ ਦਾ ਨਹੀਂ ਹੋਇਆ। ਇਹ ਗੱਲ ਬਿਲਕੁਲ ਠੀਕ ਹੈ, ਉਹਨਾਂ ਨੇ ਕਿਹਾ, ਪਰ ਉਹਦੇ ਤੋਂ ਪਹਿਲਾਂ ਜਦੋਂ ਪੱਤਰਕਾਰ ਬਾਰ-ਬਾਰ ਪੁੱਛਦੇ ਸੀ, ਪਹਿਲੀ ਸਟੇਟਮੈਂਟ ਬਿਕਰਮ ਸਿੰਘ ਮਜੀਠੀਆ ਹੋਰਾਂ ਦੀ ਇਹੀ ਸੀ ਕਿ ਆਪਾਂ ਇਸ ਮਸਲੇ ਦੇ ਉੱਤੇ ਨਾ ਬਈਏ ਤਾਂ ਚੰਗਾ ਹੈ। ਚੰਗੀ ਗੱਲ ਹੈ ਕਿ ਪੰਜਾਬ ਦੇ ਮੁੱਦਿਆਂ ਦੀ ਜਗ੍ਹਾ ਜੇ ਆਪਾਂ ਪਰਿਵਾਰਾਂ ਦੇ ਮੁੱਦੇ ਲੈ ਕੇ ਆਵਾਂਗੇ ਤਾਂ ਪੰਜਾਬ ਦਾ ਨੁਕਸਾਨ ਹੈ, ਤੇ ਉਹਨਾਂ ਤੋਂ ਸਾਰੇ ਹੀ ਸਿਆਸਤਦਾਨ ਪਰੇ ਰਹਿਣ ਤਾਂ ਬੜੀ ਚੰਗੀ ਗੱਲ ਹੈ। ਉਹਦੀ ਗੱਲ ਤੇ ਉਹੀ ਹੈ ਨਾ ਵਾਟ ਸਾਹਿਬ, ਇਹ ਉਹ ਮਸਲੇ ਆ ਜਿਨ੍ਹਾਂ 'ਚੋਂ ਸਵਾਦ ਲਿਆ ਜਾ ਸਕਦਾ। ਕਿਉਂਕਿ ਜੇ ਤੁਸੀਂ ਮੰਨ ਲਓ ਕਿਸੇ ਵੀ ABC ਲੀਡਰ ਵਾਲੇ ਪਾਸੇ ਚਲੇ ਜਾਓ, ਉਹ ਜੀ ਫਲਾਣੇ ਦਾ ਫਲਾਣੇ ਥਾਂ ਤੇ ਇੱਦਾਂ ਸੀਗਾ ਜੀ, ਢੀਂਗੜੇ ਦੀ ਤੇ ਵੀਡੀਓ ਆ ਗਈ ਸੀ ਜੀ, ਫਲਾਣੇ ਦਾ ਨਾ ਜੀ ਫਲਾਣੇ ਥਾਂ ਮੈਂ ਆਪ ਬੈਠਾ ਵੇਖਿਆ, ਉਹ ਇਹਦੇ ਨਾਲ ਨਹੀਂ ਉਹਦੇ ਫਲਾਣੇ ਨਾਲ ਰਹਿੰਦਾ, ਜਾਂ ਫਲਾਣੇ ਦੇ ਐਂ ਕੋਂ ਬਹਿੰਦੀ ਰਹਿੰਦੀ ਜੀ। ਉਹ ਗੱਲਾਂ ਹੋ ਸਕਦਾ ਵੀ ਜੇ ਤਾਂ ਤੁਸੀਂ ਸਵਾਦ ਲੈਣਾ ਫੇਰ ਜੀ ਸਦਕੇ ਲਈ ਜਾਓ, ਪਰ ਜੇ ਇਹ ਸਾਰੇ ਕੁਛ ਨਾਲ ਮੰਨ ਲਓ ਪੰਜਾਬ ਦਾ ਕੋਈ ਭਲਾ ਵੀ ਅਚਾਨਕ ਤੋਂ ਵੀ ਯਾਰ ਆ 4 ਦਿਨ ਖਬਰ ਚਲਾ ਦਿਓ, ਅਚਾਨਕ ਪੰਜਾਬ ਦਾ ਕਰਜ਼ਾ ਮਾਫ ਹੋ ਜਾਣਾ 3 ਲੱਖ ਕਰੋੜ, ਫਿਰ ਜ਼ਰੂਰ ਚਲਾਉਣੀ ਚਾਹੀਦੀ, ਫਿਰ ਕੀ ਹਰਜਾ। ਨਹੀਂ ਸੰਧਾਲੀਆ ਸਾਹਿਬ, ਪਿਛਲੇ ਦਿਨੀ ਨਾ ਭਗਵੰਤ ਮਾਨ ਸਾਹਿਬ ਦੇ ਪਰਿਵਾਰ ਦਾ ਪਹਿਲੀਆਂ ਇਲੈਕਸ਼ਨਾਂ 'ਚ ਬੜਾ ਰੌਲਾ ਪਿਆ, ਲੋਕਾਂ ਨੇ ਕੱਢ ਬਾਹਰ ਨੂੰ ਵਿਰੋਧੀਆਂ ਨੇ। ਫਿਰ ਆ ਪਿਛਲੇ ਦਿਨੀ ਇੱਕ ਮਾਲਵੇ ਦੇ ਅਕਾਲੀ ਦਲ ਦੇ ਉਮੀਦਵਾਰ ਨੇ, ਉਹਨਾਂ ਦੇ ਪਰਿਵਾਰ ਦੇ ਇੱਕ ਮੈਂਬਰ ਦੀਆਂ ਵੀਡੀਓ ਫੋਟੋ ਸਾਹਮਣੇ ਲਿਆਂਦੀਆਂ, ਉਹਨਾਂ ਨੇ ਪ੍ਰੈਸ ਕਾਨਫਰੰਸ ਤੱਕ ਕਰਨੀ ਪਈ ਦੋਨਾਂ ਪਰਿਵਾਰਾਂ ਨੂੰ ਇਕੱਠੇ ਕਰਕੇ। ਇਹ ਮਾੜੀਆਂ ਰਵਾਇਤਾਂ ਨੇ, ਇਹ ਇਧਰਲੇ ਪਾਸੇ ਨੂੰ ਨਹੀਂ ਤੁਰਨਾ ਚਾਹੀਦਾ। ਇਹ ਤੁਸੀਂ ਬਿਲਕੁਲ ਠੀਕ ਕਿਹਾ। ਆ ਪਿਛਲੇ ਦਿਨ ਹੀ ਚਰਚਾ ਚੱਲਦੀ ਸੀ, ਹੁਣ ਜੇ ਆਪਾਂ ਸਾਰੀਆਂ ਗੱਲਾਂ ਵੀ ਨਾਲ ਲਿਖ ਕੇ ਲੈ ਲਈਏ ਕਿ ਨਵਜੋਤ ਸਿੰਘ ਸਿੱਧੂ ਦਾ ਪਰਿਵਾਰ ਇੱਦਾਂ,
ਭਗਵੰਤ ਮਾਨ ਦਾ ਪਰਿਵਾਰ ਇੱਦਾਂ, ਉਸ ਅਕਾਲੀ ਆਗੂ ਦਾ ਪਰਿਵਾਰ ਇੱਦਾਂ, 20 ਚੀਜ਼ਾਂ ਹੋਰ ਲਿਆਈਆਂ ਜਾ ਸਕਦੀਆਂ। ਨਾ ਤਾਂ ਇਹਨਾਂ 4-5 ਘਟਨਾਵਾਂ ਦੇ ਕਰਕੇ ਪੰਜਾਬ ਦੇ ਸਿਰ ਕਰਜ਼ਾ ਚੜਿਆ, ਨਾ ਇਹਨਾਂ 4-5 ਘਟਨਾਵਾਂ ਦੇ ਕਰਕੇ ਪੰਜਾਬ ਦਾ ਪਾਣੀ ਥੱਲੇ ਗਿਆ, ਨਾ ਇਹਨਾਂ 4-5 ਘਟਨਾਵਾਂ ਦੇ ਕਰਕੇ ਪੰਜਾਬ ਦੇ ਵਿੱਚ ਨਸ਼ਾ ਆਇਆ। ਮੇਨ ਮੁੱਦੇ ਤਾਂ ਉਹ ਨੇ, ਉਹਨਾਂ ਮੁੱਦਿਆਂ ਨੂੰ ਡੀਫੋਕਸ ਕੀਤਾ ਜਾ ਰਿਹਾ, ਜਦ ਕਿ ਉਹਨਾਂ ਦੇ ਉੱਤੇ ਫੋਕਸ ਹੋਣਾ ਚਾਹੀਦਾ ਕਿ ਭਾਈ ਆਹ ਮੁੱਦੇ, ਇਸ ਕਰਕੇ ਲੋਕ ਦੇਖਣ ਕਿ ਇਮੋਸ਼ਨਲੀ ਤਾਂ ਤੁਸੀਂ ਹੋ ਸਕਦੇ ਹੋ ਕਿ ਭਾਈ ਆ ਦੇਖੋ ਆਹ ਕੀ ਹੋ ਗਿਆ, ਪਰ ਉਹਦੇ ਨਾਲ 5 ਸਾਲ ਬਾਅਦ ਅੱਜ ਵਾਲੀ ਮੈਨੀਫੈਸਟੋ ਆਉਣੇ ਆ, ਉਹਦੇ ਵਿੱਚ ਕੋਈ ਤਬਦੀਲੀ ਨਹੀਂ ਹੋਣੀ। ਇਹ ਗੱਲ ਹੈਗੀ ਆ। ਚਲੋ ਇਹ ਤਾਂ ਮੇਰਾ ਖਿਆਲ ਲੋਕਾਂ ਨੂੰ ਐਤਕੀ ਪਤਾ ਲੱਗ ਗਿਆ, ਕਿਉਂਕਿ 17 ਵਾਲਾ ਤੇ 22 ਵਾਲਾ ਜਿਹੜਾ ਇਹ ਚੋਣ ਦੰਗਲ ਆ, ਇਹ ਲਗਭਗ ਲੋਕਾਂ ਨੂੰ ਇਦਾਂ ਲੱਗਦਾ ਵੀ ਯਾਰ 5 ਸਾਲ ਜ਼ਿੰਦਗੀ ਦੇ ਮੰਨਫੀ ਹੋ ਗਏ, ਖੜੇ ਉੱਥੇ ਹੀ ਜਿੱਥੇ 17 'ਚ ਖੜੇ ਸੀ, ਬਿਲਕੁਲ ਉੱਥੇ ਖੜੇ। ਉਹੀ ਇਨ ਬਿਨ ਮੁੱਦੇ, ਉਹੀ ਬੇਅਦਬੀ ਵਾਲਾ ਮੁੱਦਾ, ਉਹੀ ਰੇਤ ਬੱਜਰੀ ਵਾਲਾ ਮੁੱਦਾ, ਉਹੀ ਤੁਸੀਂ ਨਸ਼ਿਆਂ ਦੀ ਗੱਲ ਕਰ ਲਓ, ਉਹੀ ਪਾਰਟੀਬਾਜ਼ੀ ਵਾਲਾ ਮੁੱਦਾ, ਉਹੀ ਗਰੀਬੀ ਵਾਲਾ, ਮਹਿੰਗਾਈ ਵਾਲਾ, ਭ੍ਰਿਸ਼ਟਾਚਾਰ ਵਾਲਾ, ਸਾਡਾ ਕੁਛ ਆ ਨਹੀਂ ਬਣਦਾ। ਈਵਨ ਸਗੋਂ ਇਹਨਾਂ 5 ਸਾਲਾਂ 'ਚ ਹੋਰ ਪਾਣੀ ਥੱਲੇ ਗਿਆ, ਇਹਨਾਂ 5 ਸਾਲਾਂ 'ਚ ਬਿਮਾਰੀਆਂ ਵਧੀਆਂ, ਇਹਨਾਂ 5 ਸਾਲਾਂ 'ਚ ਪਤਾ ਨਹੀਂ ਕਿੰਨੇ ਕੁ ਧੀਆਂ ਪੁੱਤ ਔਖੇ ਹੋ ਕੇ ਮਾਪਿਆਂ ਨੇ ਬਾਹਰ ਕੱਢੇ ਹੋਣੇ ਵੀ ਚੱਲ ਪੁੱਤ ਤੂੰ ਹੀ ਚੱਲ ਜਾ, ਕਿਸੇ ਤਰ੍ਹਾਂ ਹੋ ਜਾਣੇ, ਖਹਿੜਾ ਛੁੱਟ ਜੇ। ਪਰ ਹਾਂ, ਜੇ ਕੋਈ ਪੁੱਛੇ ਵੀ ਹਾਂ ਵੀ 17 ਤੋਂ 22 'ਚ ਕੀ ਫਰਕ ਪਿਆ, ਤੂੰ ਆਪਾਂ ਅੱਗੇ ਦੱਸਦਾ, ਉਹ ਕਹਿੰਦਾ ਵੀ ਘਰ ਘਰ ਨੌਕਰੀ, ਕਹਿੰਦਾ ਇੱਦਾਂ ਰਿਟਾਇਰ ਹੋ ਕੇ ਤਾਸ਼ ਖੇਡਣ ਨੇ, ਹੋਰ ਦੱਸੋ ਕੀ ਚਾਹੀਦਾ। ਸੰਧਾਲੀਆ ਸਾਹਿਬ, ਜੇ ਗੱਲ ਇੱਧਰ ਨੂੰ ਤੁਰੀ ਆ ਤਾਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਦਾ ਜ਼ਿਕਰ ਕਰੀਏ। ਰਾਜੇਵਾਲ ਸਾਹਿਬ ਨੇ ਸਮਰਾਲੇ 'ਚ ਦਫ਼ਤਰ ਖੋਲ੍ਹਿਆ, ਪਿੰਡ ਉਹ ਜਾ ਰਹੇ ਨੇ। ਬਾਕੀ ਬਹੁਤ ਸਾਰੇ ਥਾਵਾਂ ਤੋਂ ਵੀ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰਾਂ ਦੀਆਂ ਰਿਪੋਰਟਾਂ ਆਉਣ ਲੱਗ ਪਈਆਂ ਕਿ ਉਹਨਾਂ ਨੇ ਇਕੱਠ ਕੀਤੇ, ਛੋਟੇ ਪਿੰਡਾਂ ਦੇ ਵਿੱਚ ਵਲੰਟੀਅਰ ਰਜਿਸਟਰਡ ਕਰਕੇ ਉਹਨਾਂ ਨੇ ਡਿਊਟੀਆਂ ਲਾਤੀਆਂ। ਰਾਜੇਵਾਲ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਤਾਂ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਦੇਖੋ ਸਾਡੀਆਂ ਸਮੱਸਿਆਵਾਂ ਬਹੁਤ ਸੀ, ਪਾਰਟੀ ਰਜਿਸਟਰਡ ਕਰਾਉਣੀ ਸੀ, ਦਿੱਲੀ ਕੁਛ ਇੱਦਾਂ ਦੇ ਬੰਦੇ ਬੈਠੇ ਆ, ਸਾਡਾ ਸਾਰਾ ਰਜਿਸਟਰ ਪੂਰਾ ਸੀ, ਉਹਦੇ ਵਿੱਚੋਂ ਐਵੇਂ ਹੀ ਕਮੀਆਂ ਕੱਢਤੀਆਂ, ਫਿਰ 3 ਦਿਨ ਸਾਡੇ ਲੱਗ ਗਏ, ਅਜੇ ਵੀ ਸਾਡੀ ਰਜਿਸਟ੍ਰੇਸ਼ਨ ਮੁਕੰਮਲ ਨਹੀਂ, ਅਜੇ ਵੀ ਸਾਨੂੰ ਚੋਣ ਨਿਸ਼ਾਨ ਨਹੀਂ ਮਿਲਿਆ। ਫਿਰ ਉਹ ਕਹਿੰਦੇ ਜੇ 30 40 50 ਉਮੀਦਵਾਰ ਹੋਣ, ਸਾਂਝਾ ਚੋਣ ਨਿਸ਼ਾਨ ਮੰਗਣ ਤਾਂ ਦੇ ਦਿੰਦੇ ਆ, ਸਾਨੂੰ ਅਜੇ ਤੱਕ ਉਹ ਵੀ ਯਕੀਨ ਨਹੀਂ ਕਿ ਇਹਨਾਂ ਨੇ ਸਾਨੂੰ ਦੇਣਾ ਕਿ ਨਹੀਂ ਦੇਣਾ, ਕਿਉਂਕਿ ਅੜਿੱਕੇ ਡਾਹ ਰਹੇ ਆ। ਇੱਕ ਤਾਂ ਉਹਨਾਂ ਨੇ ਇਹ ਕਲੀਅਰ ਕਰਤਾ। ਦੂਸਰਾ ਉਹ ਕਹਿੰਦੇ ਜੀ ਅਸੀਂ, ਸਾਡਾ ਮਸਲਾ ਰੈਲੀਆਂ ਕਰਨਾ ਜਾਂ ਪਿੰਡਾਂ 'ਚ ਜਾਣਾ ਨਹੀਂ, ਅਸੀਂ ਪੰਜਾਬ ਨੂੰ ਵਿਜ਼ਨ ਦੇਣਾ ਹੈ ਤੇ ਸਾਡਾ ਸਭ ਤੋਂ ਵੱਧ ਧਿਆਨ ਮੈਨੀਫੈਸਟੋ ਤੇ ਲੱਗਾ ਤੇ 2-3 ਦਿਨ ਦੇ ਵਿੱਚ ਮੈਨੀਫੈਸਟੋ ਆ ਜਾਊਗਾ। ਹੁਣ ਕਹਿੰਦੇ ਤੁਸੀਂ 1 ਹਫ਼ਤਾ ਦਿਓ, ਕਿਉਂਕਿ ਪੱਤਰਕਾਰਾਂ ਨੇ ਸਵਾਲ ਕੀਤਾ, ਕਹਿੰਦੇ ਜੀ ਲੋਕ ਤਬਦੀਲੀ ਤਾਂ ਚਾਹੁੰਦੇ ਆ ਪਰ ਤੁਸੀਂ ਨਜ਼ਰ ਨਹੀਂ ਆਉਂਦੇ। ਆਮ ਆਦਮੀ ਪਾਰਟੀ ਦੇ ਹੱਕ 'ਚ ਤਬਦੀਲੀ ਲੱਗਦੀ ਜੇ ਕਿਸੇ ਨੇ ਵੱਖਰੀ ਵੋਟ ਪਾਉਣੀ ਹੈ। ਉਹ ਕਹਿੰਦੇ ਠੀਕ ਹੈ, ਤੁਹਾਡੀ ਗੱਲ ਮੈਂ ਸੁਣ ਲਈ, ਅਸੀਂ ਕਹਿੰਦੇ ਸਾਡਾ ਕੰਮ ਕਰਨ ਦਾ ਆਪਣਾ ਤਰੀਕਾ ਹੈ। 1 ਹਫ਼ਤੇ ਬਾਅਦ ਦੇਖਿਓ, ਹੁਣ ਅਸੀਂ ਹੋ ਗਏ ਵਿਹਲੇ, ਚੋਣ ਨਿਸ਼ਾਨ ਮਿਲੇ ਨਾ ਮਿਲੇ, ਰਜਿਸਟ੍ਰੇਸ਼ਨ ਹੋਵੇ ਨਾ ਹੋਵੇ, ਇਲੈਕਸ਼ਨ ਤਾਂ ਲੜਾਂਗੇ ਨਾ, ਤਾਂ ਤਬਦੀਲੀ ਲਈ ਲੜਾਂਗੇ। ਸਾਨੂੰ ਲੋਕਾਂ ਨੇ ਚੋਣ ਨਿਸ਼ਾਨ ਲਈ ਵੋਟਾਂ ਨਹੀਂ ਪਾਉਣੀਆਂ, ਰਜਿਸਟ੍ਰੇਸ਼ਨ ਲਈ ਵੋਟਾਂ ਨਹੀਂ ਪਾਉਣੀਆਂ, ਤਬਦੀਲੀ ਲਈ ਵੋਟਾਂ ਪਾਉਣੀਆਂ। ਤੁਹਾਡੇ ਸਾਹਮਣੇ ਨਤੀਜੇ ਹਫ਼ਤੇ ਬਾਅਦ ਕਹਿੰਦੇ ਪੁੱਛਿਓ, ਫਿਰ ਦੱਸਿਓ। ਸੰਧਾਲੀਆ ਸਾਹਿਬ ਉਹਨਾਂ ਨੇ 4 ਗੱਲਾਂ ਕਹੀਆਂ, ਬਹੁਤ ਸਾਰੇ ਲੋਕਾਂ ਨੇ ਇਗਨੋਰ ਹੀ ਕਰਤਾ ਕਿ ਭਾਈ ਇਹ ਕੋਈ ਗੱਲ ਹੋਈ। ਉਹ ਕਹਿੰਦੇ ਜੀ ਕਰਜ਼ਾ ਮਾਫ ਕਰਨਾ ਸ਼ਾਇਦ ਇਸ ਸਥਿਤੀ 'ਚ ਸੰਭਵ ਨਹੀਂ ਹੈ, ਅਸੀਂ ਆਪਣੇ ਤੌਰ ਤੇ ਕਹਿੰਦੇ ਹਾਂ, ਪਰ ਹਾਂ ਉਹ ਕਹਿੰਦੇ ਜਿਹੜੀਆਂ ਕੋਆਪਰੇਟਿਵ ਸੁਸਾਇਟੀਆਂ ਨੇ, ਉੱਥੋਂ ਮਜ਼ਦੂਰਾਂ ਨੂੰ ਵੀ ਕਰਜ਼ ਮਿਲੂਗਾ, ਉੱਥੋਂ ਕਿਸਾਨ ਨੂੰ ਵੀ ਕਰਜ਼ ਮਿਲੂਗਾ, ਤੇ ਜਿਹੜਾ ਵੇਲੇ ਸਿਰ ਵਾਪਸ ਕਰੂਗਾ ਉਹਨੂੰ ਵਿਆਜ ਨਹੀਂ ਦੇਣਾ ਪਊਗਾ। ਜਾਣੀ ਕਿ ਮੰਨ ਲਓ ਮੈਨੂੰ 40,000 ਰੁਪਈਆ ਚਾਹੀਦਾ, ਮੈਂ ਕਿੱਥੇ ਤੁਹਾਡੀਆਂ ਮਿੰਨਤਾਂ ਕਰਨੀਆਂ, ਕਿਸੇ ਰਿਸ਼ਤੇਦਾਰ ਦੀਆਂ ਕਰਨੀਆਂ, ਕਿਸੇ ਬੈਂਕ ਨੂੰ ਜਾਣਾ, ਵਿਆਜ ਤੱਕ ਨਹੀਂ ਦੇ ਹੋਣਾ। ਤੇ ਜੇ ਮੈਨੂੰ 40,000 ਮਿਲਦਾ, ਮੈਂ ਮਾੜਾ ਮੋਟਾ ਕੰਮ ਧੰਦਾ ਕਰਦਾ, ਮੁੜ ਕੇ 40 ਹੀ ਮੋੜਨਾ ਪੈਂਦਾ, ਤਾਂ ਮੈਨੂੰ ਕੀ ਮਾੜਾ। ਤੇ ਜੇ ਮੈਂ ਤੁਹਾਡੇ ਤੋਂ ਮੰਗੂਗਾ, ਜਾਣੀ ਫਾਇਦਾ ਕਿੱਥੇ ਹੋਊਗਾ, ਤਾਂ ਤੁਸੀਂ ਮੇਰਾ ਕੰਨ ਪੱਟੋਗੇ ਆ ਕੇ ਕਿ ਵੋਟ ਮੈਨੂੰ ਦਿਖਾ ਕੇ ਪਾਉਣੀ ਹੈ। ਦੂਸਰਾ ਉਹਨਾਂ ਨੇ ਵਿੱਚ ਮਜ਼ਦੂਰ ਲਿਆਂਦੇ ਆ। ਤੀਸਰੀ ਗੱਲ ਬੜੀ ਛੋਟੀ ਲੱਗਦੀ ਹੈ, ਉਹ ਕਹਿੰਦੇ ਜੀ ਪਿੰਡਾਂ ਦੇ ਵਿੱਚ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਹੁੰਦੀ ਹੈ, ਪਿੰਡਾਂ ਦੇ ਵਿੱਚ ਕਿਸੇ ਨੇ ਆਟੇ ਦੀ ਚੱਕੀ ਲਾਈ ਹੁੰਦੀ ਹੈ, ਛੋਟਾ ਜਿਹਾ ਕੋਈ ਕਾਰੋਬਾਰ ਕਰਦਾ ਹੁੰਦਾ ਤਾਂ ਬਿਜਲੀ ਬੋਰਡ ਵਾਲੇ ਆ ਕੇ ਦਰਵਾਜ਼ੇ ਤੇ ਲੱਤ ਮਾਰਦੇ ਆ, ਉਹ ਤੇਰੇ ਕੋਲ ਤਾਂ ਘਰੇਲੂ ਮੀਟਰ ਹੈ, ਤੈਨੂੰ ਕਮਰਸ਼ੀਅਲ ਮੀਟਰ ਲਵਾਉਣਾ ਪਊਗਾ। ਉਹ ਕਹਿੰਦੇ ਨਾ, ਜਿਹੜਾ ਛੋਟਾ ਜਿਹਾ 1 ਕਮਰੇ ਵਾਲਾ ਕੰਮ ਧੰਦਾ ਆ, ਉਹ ਘਰੇਲੂ ਬਿਜਲੀ ਦਰਾਂ ਦੇ ਉੱਤੇ ਕੰਮ ਕਰਾਵਾਂਗੇ, ਉਹਦੇ ਤੋਂ ਉਹਨੂੰ ਕਮਰਸ਼ੀਅਲ ਬਿਜਲੀ ਨਹੀਂ ਦੇਣੀ ਪਊਗੀ। ਫਿਰ ਉਹ ਕਹਿੰਦੇ ਜੀ 20 ਸਾਲ ਤੋਂ ਜਿਹੜੇ ਅਫਸਰ, ਜਿਹੜੇ ਲੀਡਰ ਸੱਤਾ 'ਚ ਰਹੇ ਆ, ਲੋਕਪਾਲ ਮਜ਼ਬੂਤ ਕਰਾਂਗੇ, ਉਹਨਾਂ ਦੀ ਜਾਂਚ ਕਰਾਂਗੇ, ਜੇ ਕਿਸੇ ਨੇ ਰੁਪਈਏ ਧੇਲੇ ਖਾਦੇ ਹੋਏ, ਮਿਸਮੈਚਿੰਗ ਹੋਈ, ਤਾਂ ਰੁਪਈਏ ਪੰਜਾਬ ਦੇ ਖਜ਼ਾਨੇ 'ਚ ਆਉਣਗੇ। ਹੁਣ ਇਹਦੇ ਵਿੱਚ ਕੋਈ ਵੀ ਮੁਫਤ ਦਾ ਵਾਅਦਾ ਨਹੀਂ ਹੈ, ਸਾਰੀਆਂ ਗੱਲਾਂ ਪ੍ਰੈਕਟੀਕਲ ਲੱਗਦੀਆਂ। ਹਾਂ, ਸੋਸ਼ਲ ਮੀਡੀਆ ਤੇ ਹਨੇਰੀ ਆਈ ਹੈ ਜੀ, ਇਹ ਤਾਂ ਜੀ ਆਮ ਆਦਮੀ ਪਾਰਟੀ ਨੂੰ ਹਰਾਉਣ ਨੂੰ ਆਏ ਆ। ਆਮ ਆਦਮੀ ਪਾਰਟੀ ਦੀ ਤਾਂ ਗੱਠਜੋੜ ਨਾਲ ਗੱਲ ਚੱਲਦੀ ਸੀ ਇਹਨਾਂ ਦੀ, ਜੇ ਗੱਠਜੋੜ ਹੋ ਜਾਂਦਾ ਫਿਰ ਤੁਹਾਡੀਆਂ ਸਟੇਟਮੈਂਟਾਂ ਹੋਰ ਹੁੰਦੀਆਂ। ਦੂਸਰੀ ਗੱਲ, ਕਸੂਰ ਕੀ ਆ, ਕਹਿੰਦੇ ਜੀ ਕਿਸਾਨ ਏਕਤਾ ਫੁੱਟ ਪਾਤੀ, ਹੋ ਸਕਦਾ ਪਾਤੀ ਹੋਵੇ, ਪਰ 32 ਕਿਸਾਨ ਜਥੇਬੰਦੀਆਂ ਪੰਜਾਬ ਦੇ ਵਿੱਚੋਂ ਮੋਰਚਾ ਲੈ ਕੇ ਚੱਲੀਆਂ ਸੀ, 32
ਉਹਦੇ ਵਿੱਚੋਂ 22 ਇਲੈਕਸ਼ਨ ਲੜ ਰਹੀਆਂ, ਬਹੁਮਤ ਤੋਂ ਉੱਪਰ ਉਹਨਾਂ ਨੇ ਗੱਲ ਕਹੀ। ਉਹ ਕਹਿੰਦੇ 22 ਅਸੀਂ ਇਕਮੁੱਠ ਹਾਂ ਤੇ ਅਸੀਂ ਤਬਦੀਲੀ ਲੜ ਰਹੇ ਹਾਂ, ਸਾਡੇ ਕੋਲ ਤਾਂ ਕੁਝ ਵੀ ਨਹੀਂਗਾ ਤੇ ਅਸੀਂ ਕੋਈ ਵੀ ਮੁਫਤ ਦਾ ਵਾਅਦਾ ਨਹੀਂ ਕਰਨਾ। ਅਸੀਂ ਜਿੰਨੀਆਂ ਵੀ ਚੀਜ਼ਾਂ ਕਰਨੀਆਂ ਉਹ ਪ੍ਰੈਕਟੀਕਲੀ ਕਰਨੀਆਂ ਤੇ ਜੇ ਮੁਫਤ ਦੇ ਵਾਅਦੇ ਵਾਲਿਆਂ ਨੂੰ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਉਣੀਆਂ ਜੀ ਸਦਕੇ ਪਾਉਣ, ਅਸੀਂ ਟੱਸ ਤੋਂ ਮਸ ਨਹੀਂ ਹੁੰਦੇ, ਅਸੀਂ ਤਾਂ ਪੰਜਾਬ ਬਚਾਉਣਾ ਹੀ। ਇਹਦੀ ਦੇਖੋ ਕਾਰਨ ਇਹ ਆ ਵੀ ਉਹ ਆਏ, ਉਹ ਤੇ ਸ਼ੁਰੂ ਤੋਂ ਮੇਰੇ ਖਿਆਲ ਨਾਲ ਜਦੋਂ ਪਹਿਲੇ ਦਿਨ ਹੀ ਪ੍ਰੈਸ ਕਾਨਫਰੰਸ ਕੀਤੀ ਸੀ ਉਦੋਂ ਹੀ ਉਹਨਾਂ ਨੇ ਕਿਹਾ ਸੀ ਵੀ ਯਾਰ ਸਾਡੇ ਵਾਲਾ ਕੰਮ ਉਹ ਨਹੀਂ ਹੈਗਾ ਜੋ ਉਹ ਪਹਿਲਾਂ ਕਰਦੇ ਨੇ, ਸਾਡੇ ਵਾਲੀ ਸਿਆਸਤ ਸਾਡੇ ਵਾਲੇ ਹਿਸਾਬ ਨਾਲ ਵੀ ਜੋ ਅਸੀਂ ਆਪਣੇ ਅੰਦੋਲਨ ਚੋਂ ਸਿੱਖਿਆ ਜਾਂ ਕੀਤਾ ਜਾਂ ਚੋਂ ਸਾਨੂੰ ਸਿੱਧੀਆਂ ਪ੍ਰੈਕਟੀਕਲ ਮੁਸ਼ਕਲਾਂ ਲੱਗਦੀਆਂ ਨੇ, ਕਿਉਂਕਿ ਬਾਕੀਆਂ ਦੇ ਤੇ ਵਰਕਰ ਹੁੰਦੇ ਨੇ ਜਿਹਦਾ ਕੰਮ ਤੂੰ ਜਿੰਦਾਬਾਦ ਉਦੋਂ ਕਰਨਾ ਹੀ। ਜਦੋਂ ਲੀਡਰ ਸਾਹਿਬ ਥੋੜਾ ਸਾਹ ਜਾਂ ਛੱਡਣ ਪਤਾ ਲੱਗੇ ਵੀ ਇੱਥੇ ਲੋੜ ਆ, ਉੱਥੇ 3-4 ਲਗਾਤਾਰ ਨਾਅਰੇ ਲਾਉਣੇ ਵੀ ਤਾਂ ਉਹਨੂੰ ਥੋੜਾ ਸਾਹ ਮਿਲੇ। ਉਹ ਕਹਿੰਦੇ ਵੀ ਸਾਡੇ ਵਾਲਾ ਕੰਮ ਤਾਂ ਸਿੱਧਾ ਵੀ ਸਾਡੇ ਵਾਲੇ ਬੰਦੇ ਰੋਜ਼ ਦੱਸਦੇ ਨੇ ਵੀ ਟਰਾਲੇ ਵੀ ਉਹ ਫਿਰ ਜੀ ਫਲਾਨੀ ਗੱਲ ਇੱਦਾਂ ਆ ਜੀ, ਉਹ ਫਿਰ ਪ੍ਰਧਾਨ ਜੀ ਹੁਣ ਫਿਰ ਕਿੱਦਾਂ ਕਰੀਏ ਜੀ, ਉਹਦੇ ਹਿਸਾਬ ਨਾਲ ਅਸੀਂ ਸਾਰਾ ਕੁਝ ਕਰਾਂਗੇ। ਪਰ ਆ ਜਿਹੜੀਆਂ ਗੱਲਾਂ ਉਹ ਕਰ ਰਹੇ ਨੇ ਕਿਤੇ ਨਾ ਕਿਤੇ ਲੱਗ ਤਾਂ ਨਹੀਂ ਹੈ ਪ੍ਰੈਕਟੀਕਲ। ਬਾਕੀ ਜਦੋਂ ਮੇਰੇ ਖਿਆਲ ਨਾਲ ਚੋਣ ਦੰਗਲ ਮੱਘ ਗਿਆ, ਕਿਉਂਕਿ ਆ 2-4 ਦਿਨਾਂ ਦੀ ਕਹਾਣੀ ਆ, ਇਹਦੀ ਗੱਲ ਪੱਕੀ ਹੈ ਵੀ ਜੇ ਚੋਣ ਨਿਸ਼ਾਨ ਨਾ ਵੀ ਮਿਲਿਆ ਤੇ ਆਜ਼ਾਦ ਤੇ ਉਹ ਲੜ ਹੀ ਸਕਦੇ ਵੀ ਮੰਨ ਲਓ ਨਹੀਂ ਰਾਜਨੀਤਿਕ ਪਾਰਟੀ ਦਾ ਦਰਜਾ ਮਿਲਿਆ ਨਹੀਂ ਤੇ ਨਾ ਸਹੀ, ਕਿਉਂਕਿ ਜੇ ਆਜ਼ਾਦ ਕੱਲਾ ਬੰਦਾ ਲੜ ਸਕਦਾ ਤੇ ਕੱਲਾ ਲੜ ਲੂ ਚ ਕੀ ਹਰਜ ਹੈ। ਸੰਧਾਲੀਆ ਸਾਹਿਬ ਇੱਥੇ ਇੱਕ ਗੱਲ ਹੋਰ ਵੀ ਦੇਖਣੀ ਪਊਗੀ ਪੰਜਾਬ ਦੇ ਆਮ ਲੋਕਾਂ ਨੂੰ। ਅਸੀਂ ਨਹੀਂ ਕਹਿੰਦੇ ਕਾਂਗਰਸ ਨੂੰ ਪਾਓ, ਅਕਾਲੀਆਂ ਨੂੰ ਪਾਓ, ਆਪ ਨੂੰ ਪਾਓ, ਕਿਸਾਨਾਂ ਨੂੰ, ਜਿਹਨੂੰ ਵੋਟਾਂ ਪਾਉਣੀਆਂ ਪਾਓ, ਭਾਜਪਾ ਵੀ ਤੁਹਾਡੇ ਸਾਹਮਣੇ ਹੈ। ਜਾਣੀ ਗੱਲ ਨਹੀਂ ਜੀ ਉਹਨਾਂ ਦੀ ਗੱਲ ਨਹੀਂ ਬਹੁਤੀ ਤੁਰਦੀ ਕਿਸਾਨਾਂ ਦੀ, ਉਹ ਨਹੀਂ ਬਸ ਹੀ ਲੱਗਦੀ ਆ। ਕਿੱਥੋਂ? ਸੋਸ਼ਲ ਮੀਡੀਆ ਤੇ ਪੋਸਟਾਂ ਘੱਟ ਆਉਂਦੀਆਂ ਤਾਂ ਕਰਕੇ, ਜਾਂ ਪਿੱਛੇ ਸਕਰੀਨਾਂ ਵੱਡੀਆਂ ਲਾ ਕੇ ਅੱਜ ਕੱਲ੍ਹ ਹਰ ਇੱਕ ਸਿਆਸੀ ਪਾਰਟੀ ਬੜਾ ਮਹਿੰਗਾ ਜਿਹਾ ਆਯੋਜਨ ਕਰ ਲੈਂਦੀ ਆ ਇਸ ਕਰਕੇ। ਜਾਣੀ ਅਸੀਂ ਕਿੱਥੋਂ ਇਹ ਮਹਿਸੂਸ ਕਰਨ ਲੱਗ ਪਏ ਆ, ਨਾ ਤਾਂ ਕਿਸੇ ਦੇ ਕੋਲੇ ਇਸ ਗੱਲ ਦਾ ਅੱਜ ਤੱਕ ਸਬੂਤ ਆਇਆ ਕਿ ਕਿਸਾਨ ਕਿਹੜੇ 5 ਸਟਾਰ ਹੋਟਲਾਂ ਦੇ ਵਿੱਚ ਦਿੱਲੀ ਰਹਿੰਦੇ ਸੀ, ਕਿੱਡਾ ਪ੍ਰਚਾਰ ਹੁੰਦਾ ਸੀ ਇਹ ਜੀ 5 ਸਟਾਰ ਹੋਟਲਾਂ 'ਚ ਰਹਿੰਦੇ, ਅੱਜ ਤੱਕ ਕੋਈ ਸਬੂਤ ਦੇ ਸਕਿਆ। ਫਿਰ ਕਹਿੰਦੇ ਸੀ ਜੀ ਸਾਡੇ ਇਹਨਾਂ ਦੀਆਂ ਵੀਡੀਓ ਸਾਹਮਣੇ ਆ ਗਈਆਂ। ਅਸੀਂ ਨਹੀਂ ਕਹਿੰਦੇ ਉਹ ਸਹੀ ਹੈ ਜਾਂ ਗਲਤ ਹੈ, ਪਰ ਉਹ ਦੋਸ਼ ਲੱਗਦੇ ਸੀ ਮੁੜ ਕੇ ਬਹਿ ਗਏ। ਫਿਰ ਇਹ ਤਾਂ ਜੀ ਅੰਦਰ ਖਾਤੇ ਜਾ ਕੇ ਸਰਕਾਰ ਦੇ ਨਾਲ ਮੁਲਾਕਾਤਾਂ ਕਰਦੇ ਸੀ, ਇਹ ਜੀ ਅੱਧੇ ਵਿਕ ਗਏ ਜੀ ਪੌਣੇ ਵਿਕ ਗਏ, ਕਾਨੂੰਨ ਤਾਂ ਵਾਪਸ ਹੋਏ ਨੇ, ਉਹ ਗੱਲਾਂ ਕਿੱਥੇ ਆਈਆਂ ਗਈਆਂ। ਤੀਸਰੇ ਪਾਸੇ ਇਹ ਤਾਂ ਜੀ ਹੁਣ ਰਲ ਗਏ ਆ ਤੇ ਇਹਨਾਂ ਨੇ ਆਮ ਆਦਮੀ ਪਾਰਟੀ ਨੂੰ ਜਾਂ ਕਿਸੇ ਪਾਰਟੀ ਵਿਸ਼ੇਸ਼ ਨੂੰ ਹਰਾਉਣਾ ਹੀ। ਕੇਜਰੀਵਾਲ ਸਾਹਿਬ ਕਹਿੰਦੇ ਆ ਜੀ ਇਹ ਸਿੱਧੇ ਬੰਦੇ ਨੇ, ਚੰਗੇ ਬੰਦੇ ਨੇ, ਮੈਂ ਸਤਿਕਾਰ ਕਰਦਾ। ਉਹਨਾਂ ਨੇ ਕਦੇ ਵੀ ਨਹੀਂ ਕਿਹਾ ਕਿ ਭਾਈ ਉਹ ਮਾੜੇ ਬੰਦੇ ਨੇ, ਕਦੇ ਕਿਹਾ? ਹੁਣ ਇਹਨਾਂ ਦਾ ਕਸੂਰ ਤਾਂ ਮੈਨੂੰ ਹਾਲ ਦੀ ਘੜੀ 'ਚ ਕੋਈ ਬੰਦਾ ਸਬੂਤ ਤਾਂ ਨਹੀਂ ਦੇ ਸਕਿਆ। ਹਾਲ ਦੀ ਘੜੀ 'ਚ ਕਸੂਰ ਇਹ ਲੱਗਦਾ ਕਿ ਇਹਨਾਂ ਨੇ ਚੋਣਾਂ ਲੜ ਲਈਆਂ ਵੀ ਹੈ ਨਾ, ਯਾਨੀ ਸਭ ਤੋਂ ਵੱਡਾ ਕਸੂਰ ਅਜੇ ਤੱਕ ਤਾਂ ਇਹੀ ਸਾਹਮਣੇ ਆਇਆ ਕਿ ਉਹ ਚੋਣਾਂ ਲੜਨ ਚਲ ਗਿਆ ਜੀ। ਉਹ ਤੇ ਦੇਖੋ ਕਲੀਅਰ ਹੀ ਹੈ ਨਾ, ਅਗਲਾ ਕਹਿੰਦਾ ਵੀ ਜੇ ਪਤਾ ਨਾ ਹੋਵੇ ਵੀ ਭਾਈ ਸਾਹਿਬ ਕੋ ਪੁਰਾਣੇ ਸਮੇਂ 'ਚ ਕਮੀ ਪੇਸ਼ੀ ਰਹੀ ਹੈ ਤੇ ਜੇ ਪਤਾ ਕਰਨਾ ਫ੍ਰੀ ਤੇ ਬਾਅਦ ਇਲੈਕਸ਼ਨ ਲੜ ਲਓ, ਲੋਕ ਆਪੇ ਦੱਸ ਦਿੰਦੇ ਆ। ਅੱਛਾ, ਪਰ ਇੱਕ ਚੀਜ਼ ਆ ਮੈਂ ਇੱਥੇ ਜ਼ਰੂਰ ਬੇਨਤੀ ਕਰਾਂ ਵੀ ਉਹ ਜਿੱਤਣ ਉਹ ਹਾਰਨ ਉਹ ਜੋ ਮਰਜ਼ੀ ਕਰਨ। ਜਦੋਂ ਉਹ ਮੇਰੇ ਖਿਆਲ ਇਸ ਪਾਸੇ ਆਏ ਸੀ ਉਦੋਂ ਮੈਂ ਸਿਰਫ ਇੱਕੋ ਗੱਲ ਦਾ ਹਾਮੀ ਸੀਗਾ ਵੀ ਯਾਰ ਜੇ ਉਹ ਇਸ ਲੜਾਈ 'ਚ ਹੈਗੇ ਨਾ, ਇਹ ਉੱਦਾਂ ਹੈ ਵੀ ਜਿਹੜਾ ਮੇਲੇ 'ਚ ਭਾਵੇਂ ਧੱਕੇਬਾਜ਼ੀ ਦੇ ਵੱਜੀ ਜਾਣ ਪਰ ਘੱਟੋ ਘੱਟ ਹਾਜ਼ਰੀ ਤੇ ਹੈਗੀ ਹੈ, ਕਿਰਦਾਰ ਨਾਲੇ ਸਾਫ਼ ਨੇ, ਹੈ ਨਾ, ਕਿਰਦਾਰ ਸਾਫ਼ ਨੇ। ਮੈਂ ਸਿਰਫ ਇਹ ਚਾਹੁੰਦਾ ਵੀ ਜੇ ਉਹ ਬੰਦੇ ਵਿੱਚ ਵੱਜਦੇ ਫਿਰਦੇ ਆ, ਉਹ ਮੈਨੀਫੈਸਟੋ ਲੈ ਕੇ ਆਉਣਗੇ, ਹੋ ਸਕਦਾ ਉਹਨਾਂ ਦੇ ਮੈਨੀਫੈਸਟੋ ਵੱਲ ਵੇਖਦੇ ਆ ਮੂੰਹ ਦੇ ਕੋਈ ਦੂਜੇ ਤੀਜੇ ਬੰਦੇ ਜਿਹੜੇ ਉਹ ਵੀ ਕੋਈ ਨਾ ਕੋਈ ਐਡਜਸਟਮੈਂਟ ਕਰਨ। ਪਲੱਸ ਜਦੋਂ ਇਹ ਰਿਜ਼ਲਟ ਆਉਂਦੇ, ਨਤੀਜੇ ਕੀ ਆਉਂਦੇ, ਚੰਗੇ ਆਉਂਦੇ ਮਾੜੇ ਆਉਂਦੇ, ਆਪਾਂ ਪੈਂਦੇ ਨਹੀਂ। ਸਿਰਫ ਇੰਨੀ ਕੁ ਆਪਾਂ ਗੱਲ ਰੱਖੀਏ ਵੀ ਲੋਕ ਜੇ ਚੰਗਾ ਨਹੀਂ ਤੇ ਐਟਲੀਸਟ ਆਪਾਂ ਮਾੜਾ ਬੰਨਿਆ ਕਹੀਏ, ਕਿਉਂਕਿ ਇੰਨੀ ਕੁ ਗੱਲ ਜ਼ਰੂਰ ਯਾਦ ਰੱਖੀ ਹੈ ਵੀ ਸਾਲ ਸਵਾ ਸਾਲ ਉਹਨਾਂ ਦੇ ਵੱਲ ਧਿਆਨ ਸੀਗਾ, ਉਹ ਬੰਦੇ ਉੱਥੇ ਬੈਠੇ ਸੀ। ਤੇ ਜੇ ਰੱਬ ਨਾ ਕਰੇ ਵੀ ਜਿੱਦਾਂ ਜੇ 31 ਨੂੰ ਫਿਰ ਵਿਸ਼ਵਾਸਘਾਤ ਦਿਵਸ ਮਨਾਉਣਾ ਹੀ ਹੈ ਜੇ ਉਹਨਾਂ ਨੇ, ਉਹ ਰੇੜਕਾ ਵਿੱਚ ਹੀ ਹੈ ਜੇ ਪੂਰੀਆਂ ਮੰਗਾਂ ਵਾਲਾ ਕੰਮ ਨਿਬੜਿਆ ਨਹੀਂ, ਵੀ ਜੇ 10-11 ਮਾਰਚ ਤੱਕ ਜਾਂਦੇ ਪਤਾ ਲੱਗਦਾ ਵੀ ਯਾਰ ਉਹ ਤਾਂ ਸਿਆਪਾ ਉੱਥੇ ਦਾ ਉੱਥੇ ਹੀ ਹੈ। ਇਹ ਨਾ ਹੋਵੇ ਵੀ ਜਿੱਦਣ ਉਦੋਂ ਫਿਰ ਲੱਗੇ ਵੀ ਯਾਰ ਹੁਣ ਬੰਦੇ ਕਿਹੜੇ ਲੜਨ ਵਾਲੇ ਹੋਣ ਤੇ ਇਹੋ ਹੀ ਬੰਦਿਆਂ ਦਾ ਤੁਰਨ ਨੂੰ ਦਿਲ ਨਾ ਕਰੇ ਵੀ ਯਾਰ ਸਾਨੂੰ ਤਾਂ ਬਦਨਾਮ ਹੀ ਕਰਤਾ ਜੀ ਤੁਸੀਂ। ਨਹੀਂ, ਇੰਨੇ ਕੁ ਰੱਖ ਲਈਏ। ਮੈਂ ਇਹ ਬਹੁਤ ਇੰਪੋਰਟੈਂਟ ਹੈ ਸੰਧਾਲੀਆ ਸਾਹਿਬ। ਉਹਨਾਂ ਨੇ ਕਿਹਾ ਕਿ ਇੱਕ ਵੀ ਸਿਆਸੀ ਧਿਰ ਨੇ ਨਹੀਂ ਕਿਹਾ। ਤੁਸੀਂ ਇਹ ਦੇਖੋ ਇੱਥੇ ਆ ਹੁਣ 2 ਦਿਨ ਰਹਿ ਗਏ ਨਾ ਵਿਸ਼ਵਾਸਘਾਤ ਦਿਵਸ ਮਨਾਉਣਾ ਹੈ। ਉਹਨਾਂ ਨੂੰ ਪੱਤਰਕਾਰ ਕਹਿਣ ਜੀ ਤੁਹਾਨੂੰ ਤਾਂ ਸਟੇਜ ਤੇ ਨਹੀਂ ਚੜ੍ਹਨ ਦੇਣਾ, ਤੁਹਾਨੂੰ ਸਸਪੈਂਡ ਕੀਤਾ। ਉਹ ਕਹਿੰਦੇ ਕੀਤਾ, ਕੋਈ ਗੱਲ ਨਹੀਂ, ਅਸੀਂ ਪਿੱਛੇ ਖੜਾਂਗੇ। ਸਾਡੇ ਸਾਰੇ ਉਮੀਦਵਾਰ ਉਦੋਂ ਵਿਸ਼ਵਾਸਘਾਤ ਦਿਵਸ ਮਨਾਉਣਗੇ, ਅਸੀਂ ਸਿਆਸੀ ਰੈਲੀਆਂ ਨਹੀਂ ਉਦੋਂ ਕਰਨੀਆਂ, ਅਸੀਂ ਉੱਥੇ ਜਾ ਕੇ ਖਲੋਵਾਂਗੇ, ਉਹਨਾਂ ਦੇ ਨਾਲ ਖਲੋਵਾਂਗੇ। ਪ੍ਰਾਇਓਰਟੀ ਸਾਡੀ ਉਹ ਆ, ਸਾਡੇ ਸਾਰੇ ਵਰਕਰ ਉੱਥੇ ਜਾਣਗੇ। ਇੱਕ ਦਿਨ 'ਚ ਅਸੀਂ ਕਹਿੰਦੇ 10-12 ਪਿੰਡ ਕੱਢਦੇ ਆ, ਨਾ ਕੱਢ ਹੋਣਗੇ ਤਾਂ ਕੀ ਹੋਇਆ, ਪਰ ਅਸੀਂ ਵਿਸ਼ਵਾਸਘਾਤ ਦਿਵਸ ਮਨਾਉਣ ਦੇ ਲਈ ਭਾਵੇਂ ਕਤਾਰ 'ਚ ਸਭ ਤੋਂ ਪਿੱਛੇ ਖੜੇ ਹੋਈਏ, ਸਾਡੇ ਸਾਰੇ ਉਮੀਦਵਾਰ ਉਧਰਲੇ ਪਾਸੇ ਨੂੰ ਜਾਣਗੇ। ਇੱਕ ਹੋਰ ਗੱਲ ਸੰਧਾਲੀਆ ਸਾਹਿਬ ਜਿਹੜੀ ਬਹੁਤ ਜ਼ਿਆਦਾ ਧਿਆਨ ਮੰਗਦੀ ਹੈ, ਅੱਜ ਰਕੇਸ਼ ਟਕੈਤ ਹੋਰਾਂ ਦਾ ਇੱਕ ਬਿਆਨ ਆਇਆ, ਉਹਨਾਂ ਨੇ ਸਾਫ਼ ਕਹਿਤਾ ਸੀ ਅਸੀਂ ਇਲੈਕਸ਼ਨ ਨਹੀਂ ਲੜਨੀ ਤੇ ਇਲੈਕਸ਼ਨ ਲੜਨ ਵਾਲਿਆਂ ਨਾਲ ਸਾਡਾ ਸਬੰਧ ਕੋਈ ਨਹੀਂ। ਰਕੇਸ਼ ਟਕੈਤ ਦਾ ਸਿੱਧਾ ਕਹਿਣਾ ਹੈ। ਅੱਜ ਉਹਨਾਂ ਦਾ ਇੱਕ ਬਿਆਨ ਆਇਆ, ਉਹਨਾਂ ਨੂੰ ਪੁੱਛਿਆ ਪੱਤਰਕਾਰ ਨੇ, ਕਹਿੰਦੇ ਜੀ ਕਿੱਦਾਂ ਫਿਰ ਵੋਟਾਂ ਲੋਕ ਕਿਹਨੂੰ ਪਾਉਣਗੇ? ਉਹਨਾਂ ਨੂੰ ਹੀ ਵੋਟਾਂ ਪਾਉਣਗੇ ਜਿਹੜੇ ਕਿਸਾਨਾਂ ਦੇ ਹੱਕ 'ਚ ਗੱਲ ਕਰਦੇ ਆ। ਕਿਸੇ ਦਾ ਨਾਂ ਨਹੀਂ ਲਿਆ, ਉਹ ਗੱਲ ਯੂਪੀ ਦੀ ਕਰਦੇ ਸੀ, ਪਰ ਰਕੇਸ਼ ਟਕੈਤ ਜੇ ਪੈਰ ਯੂਪੀ 'ਚ ਰੱਖਦੇ ਆ ਤਾਂ ਧਮਕ ਪੰਜਾਬ 'ਚ ਪੈਂਦੀ ਆ।
ਜਦੋਂ ਰਾਕੇਸ਼ ਟਕੈਤ ਹੋਰੀ ਇਹ ਕਹਿੰਦੇ ਆ ਕਿ ਲੋਕ ਵੋਟਾਂ ਉਹਨੂੰ ਪਾਉਣਗੇ ਜਿਹੜੇ ਕਿਸਾਨਾਂ ਦੀ ਗੱਲ ਕਰਨਗੇ, ਮੈਨੂੰ ਲੱਗਦਾ ਫਿਰ ਕਰਦੇ ਹੀ ਹੋਣੇ ਆ। ਜਾਣੀ ਇਹ ਰੌਲਾ ਹੀ ਆ ਨਾ ਕਿ ਸੋਸ਼ਲ ਮੀਡੀਆ ਤੇ 100 ਟਿੱਪਣੀ ਇੱਕੋ ਵਾਰੀ ਆ ਜਾਵੇ, ਲੋਕਾਂ ਨੂੰ ਲੱਗਣ ਲੱਗ ਪੈਂਦਾ ਵਿਗ ਹੈ। ਇੱਦਾਂ ਨਹੀਂ, ਤੁਸੀਂ ਆਪਣੀ ਬੁੱਧੀ ਤੇ ਵਿਵੇਕ ਦੇ ਨਾਲ ਗੱਲ ਕਰੋ। ਹਾਂ, ਸੰਯੁਕਤ ਸਮਾਜ ਮੋਰਚੇ ਦੇ ਕਈ ਉਮੀਦਵਾਰਾਂ ਦੇ ਉੱਤੇ ਟਿੱਪਣੀਆਂ ਹੋਈਆਂ। ਜਿਹੜਾ ਬੰਦਾ ਤੁਹਾਨੂੰ ਸਥਾਨਕ ਪੱਧਰ ਦੇ ਉੱਤੇ ਲੱਗਦਾ ਹੈ ਕਿ ਮਾੜਾ, ਠੋਕ ਕੇ ਉਹਦੀ ਭੰਡੀ ਵੀ ਕਰਨੀ ਚਾਹੀਦੀ ਹੈ, ਸਬੂਤਾਂ ਸਮੇਤ ਉਹਦੀ ਗੱਲ ਵੀ ਰੱਖਣੀ ਚਾਹੀਦੀ ਹੈ, ਚਾਹੇ ਆਮ ਆਦਮੀ ਪਾਰਟੀ ਵਾਲੇ, ਚਾਹੇ ਸੰਯੁਕਤ ਵਾਲੇ, ਚਾਹੇ ਰਵਾਇਤੀ ਪਾਰਟੀਆਂ ਵਾਲੇ ਆ, ਕੋਈ ਵੀ ਹੋਣ, ਪਰ ਲੋਕ ਹੁਣ ਬੁੱਧੀ ਤੇ ਵਿਵੇਕ ਦੀ ਵਰਤੋਂ ਕਰਨ। ਨਹੀਂ, ਇਹ ਬੜਾ ਜ਼ਰੂਰੀ ਆ। ਚਲੋ ਆਪਾਂ ਇੰਨੀ ਕੁ ਬੇਨਤੀ ਕਰਦੇ ਵੀ ਇਹਦੇ ਮੰਨ ਲਿਆ ਗਿਆ ਸੀ ਨਾ ਵੀ ਉਹ ਬੰਦੇ ਪ੍ਰੈਸ਼ਰ ਗਰੁੱਪ ਹੈਗਾ ਇੱਕ, ਪ੍ਰੈਸ਼ਰ ਗਰੁੱਪ ਦੇ ਤੌਰ ਤੇ ਜੋ ਉਹਨਾਂ ਨੇ ਕੀਤਾ ਉਹਨਾਂ ਦਾ ਰਿਜ਼ਲਟ ਵੀ ਆਪਾਂ ਨੂੰ ਪਤਾ। ਹੁਣ ਪੋਲੀਟੀਕਲ ਪਾਰਟੀ ਦੇ ਤੌਰ ਤੇ ਜਾਂ ਚੋਣਾਂ ਲੜਨ ਦੇ ਵਿੱਚ ਉਹ ਕਿੰਨੇ ਕਾਮਯਾਬ ਹੁੰਦੇ ਕਿੰਨੇ ਨਹੀਂ, ਇਹ 10 ਮਾਰਚ ਨੇ ਫੈਸਲਾ ਕਰਨਾ। ਹਾਂ, ਉਦੋਂ ਤੱਕ ਉਹ ਪ੍ਰੈਸ਼ਰ ਗਰੁੱਪ ਰਹਿਣ ਤੇ ਉਹਦੇ ਤੋਂ ਬਾਅਦ ਵੀ ਪੰਜਾਬ ਦੇ ਲੋਕ ਜਿਹੜੇ ਕਹਿੰਦੇ ਵੀ ਇੱਕ ਪ੍ਰੈਸ਼ਰ ਗਰੁੱਪ ਦੀ ਲੋੜ ਹੈ ਜੀ, ਘੱਟੋ ਘੱਟ ਉਹ ਬਣਾ ਕੇ ਰੱਖਿਓ। ਉਹਦੇ ਵਾਲਾ ਪ੍ਰੈਸ਼ਰ ਇਹ ਨਾ ਖੁਦ ਹੀ ਵਿੱਚ ਸੂਏ ਮਾਰ ਕੇ ਤੇ ਫੂਕ ਕੱਢ ਲਈਏ ਤੇ ਜਿੱਦਣ 12 13 15 ਤਰੀਕ ਨੂੰ ਮੰਨ ਲਓ ਫਿਰ ਤੁਰਨ ਤੇ ਆਪਣੇ ਲੋਕਾਂ ਦੀਆਂ ਸਟੇਟਮੈਂਟਾਂ ਫਿਰ ਪੋਲੀਟੀਕਲ ਪਾਰਟੀਆਂ ਵਾਲੇ ਚਲਾਉਂਦੇ ਲੈ ਇਹਨਾਂ ਨੂੰ ਤੇ ਲੋਕ ਉਦੋਂ ਇਦਾਂ ਕਹਿੰਦੇ ਸੀ, ਇਹ ਹੁਣ ਇੱਧਰ ਤੁਰ ਪਏ। ਉਹ ਮੌਕਾ ਨਹੀਂ ਦੇਣਾ ਚਾਹੀਦਾ। ਮਤਲਬ ਇਹ ਨਾ ਹੋਵੇ ਵੀ ਕੱਲ ਨੂੰ ਇੱਕ ਹੁੰਦਾ ਨਾ ਵੀ ਹਥਿਆਰ ਤੋਂ ਜਿਹੜਾ ਮੌਕੇ ਦੇ ਕੰਮ ਆ ਜਾਏ, ਮੌਕੇ ਦੇ ਅਗਲੇ ਕੰਮ ਆ ਗਏ ਇੱਕ ਤੇ ਇਹ ਨਾ ਹੋਵੇ ਵੀ ਜੇ ਆਪਾਂ ਨੂੰ ਹੁਣ ਲੋੜ ਨਹੀਂ ਜਾਪਦੀ ਤੇ ਆਪਾਂ ਇੱਟ ਵੀ ਗਵਾ ਬਈਏ, ਕਿਸੇ ਵੇਲੇ ਲਾਗੇ ਰੱਖ ਲਈਦੇ ਵੀ ਚੱਲ ਕੋਈ ਨਹੀਂ, ਜੇ ਲੋੜ ਪਈ ਤੇ ਫਿਰ ਵੇਖ ਲਾਂਗੇ। ਨਹੀਂ, ਬਿਲਕੁਲ ਜੀ। ਦੇਖੋ, ਉਹ ਤਾਂ ਨਵੇਂ ਨੇ, ਉਹਨਾਂ ਦਾ ਕਸੂਰ ਨਿਕਲਦਾ ਤਾਂ ਰੱਜ ਕੇ ਭੰਡੋ, ਜੇ ਨਹੀਂ ਕਸੂਰ ਨਿਕਲਦਾ ਤਾਂ ਸਿਰਫ ਇਸ ਕਰਕੇ ਉਹਨਾਂ ਨੂੰ ਭੰਡੋ ਨਾ ਕਿ ਭਾਈ ਉਹ ਤੁਹਾਡੀ ਪਾਰਟੀ ਲਈ ਕਿਸੇ ਲਈ ਨੁਕਸਾਨਦੇਹ ਹੋ ਜਾਣਗੇ, ਕਿਉਂਕਿ ਸਾਬਤ ਤਾਂ ਉਹਨਾਂ ਨੇ ਕੁਛ ਨਾ ਕੁਛ ਕੀਤਾ ਹੈ। ਹਾਂ, ਮੁੜ ਕੇ ਏਜੰਡੇ ਤੋਂ ਥਿੜਕਿਆ ਨਹੀਂ ਥਿੜਕੇ ਉਹ ਤੁਸੀਂ ਫੈਸਲਾ ਕਰਨਾ। ਸੁਖਪਾਲ ਸਿੰਘ ਖਹਿਰਾ ਸਾਹਿਬ ਤੇ ਹੁਣ ਪੂਰੇ ਇਸ ਵਕਤ ਗੁੱਸੇ 'ਚ ਨੇ। ਉਹ ਕਹਿੰਦੇ ਵੀ ਮੇਰੇ ਨਾਲ ਜੋ ਇਹਨਾਂ ਨੇ ਕੀਤੀ ਹੈ ਨਾ, ਇਹਦਾ ਹਿਸਾਬ ਤੇ ਮੈਂ ਲੈਣਾ ਜੀ, ਇਹ ਤੁਸੀਂ ਭੁੱਲ ਜਾਓ ਵੀ ਮੈਂ ਨਹੀਂ ਲੈਣਾ ਹਿਸਾਬ। ਖੈਰ, ਬਹੁਤਾ ਕਰਕੇ ਤੂੰ ਵੈਸੇ ਆਪਣੀ ਪਾਰਟੀ ਦੇ ਵਿੱਚੋਂ ਹੀ ਤੇ ਉਹ ਵੀ ਗੁਆਂਢ ਵਾਲੇ ਹਲਕੇ ਦੇ ਵਿੱਚੋਂ ਹੀ ਜੋ ਕੁਛ ਉਹਨਾਂ ਦੇ ਨਾਲ ਕੀਤਾ ਕਰਾਇਆ ਉਹਦੀ ਗੱਲ ਉਹਨਾਂ ਨੇ ਕੀਤੀ। ਕਹਿੰਦੇ ਵੀ ਆਹ ਸਾਰਾ ਕੁਛ ਕਰਨ ਵਾਲੇ ਲੋਕ ਉੱਥੇ ਇੱਦਾਂ ਕਰਦੇ ਨੇ, ਉੱਦਾਂ ਕਰਦੇ ਨੇ, ਮੈਂ ਫਿਰ ਉਹ ਨਹੀਂ ਕਰਾਉਣਾ ਕਿ ਵੀ ਵੇਖੋ ਮੈਂ ਚੀਜ਼ ਕੀ ਆ ਪਰ ਹਾਂ ਭਾਵੇਂ ਇੱਦਾਂ ਹੀ। ਸੰਧਾਲੀਆ ਸਾਹਿਬ, ਦੇਖੋ, ਸੁਖਪਾਲ ਸਿੰਘ ਖਹਿਰਾ ਜੇ ਕਸੂਰਵਾਰ ਨੇ ਨਾ, ਉਹਨਾਂ ਨੂੰ ਠੋਕ ਕੇ ਸਜ਼ਾ ਮਿਲਣੀ ਚਾਹੀਦੀ ਹੈ। ਮਜੀਠੀਆ ਸਾਹਿਬ ਦੇ ਉੱਤੇ ਕੇਸ ਹੈ, ਜੇ ਕਸੂਰਵਾਰ ਨੇ ਠੋਕ ਕੇ ਸਜ਼ਾ ਮਿਲਣੀ ਚਾਹੀਦੀ ਹੈ। ਪਰ ਜੇ ਕਸੂਰ ਨਹੀਂ ਹੈਗਾ ਤੇ ਜੇ ਰਾਜਸੀ ਤੌਰ ਦੇ ਉੱਤੇ ਕਿਸੇ ਨੂੰ ਲਪੇਟੇ 'ਚ ਲਿਆ ਜਾ ਰਿਹਾ ਤਾਂ ਬਹੁਤ ਮਾੜੀ ਗੱਲ ਹੈ। ਹੁਣ ਤੁਸੀਂ ਦੇਖੋ ਕਿ ਸੁਖਪਾਲ ਸਿੰਘ ਖਹਿਰਾ ਹੋਰੀ ਇਨਫੋਰਸਮੈਂਟ ਡਾਇਰੈਕਟੋਰੇਟ ਬਹੁਤ ਵੱਡਾ ਜਾਂਚ ਅਦਾਰਾ ਭਾਰਤ ਸਰਕਾਰ ਦਾ, ਉਹਦੇ ਵਿੱਚੋਂ ਉਹਨਾਂ ਨੇ ਕਮੀਆਂ ਕੱਢੀਆਂ। ਉਹਨਾਂ ਨੇ ਨਾ ਉਹ ਦਿਖਾ ਲਿਆ ਸਾਰਾ, ਕਹਿੰਦੇ ਜੀ ਆਹ ਮੇਰੇ ਖਿਲਾਫ ਪੇਸ਼ ਕੀਤਾ ਹੈ। ਉਹ ਕਹਿੰਦੇ ਜੀ ਮੇਰੇ ਖਿਲਾਫ ਜੋ ਇਲਜ਼ਾਮ ਪਹਿਲਾਂ ਲਾਉਂਦੇ ਸੀ ਉਹ ਤਾਂ ਮੁੜ ਕੇ ਲਾਏ ਨਾ। ਉਹਨਾਂ ਨੇ ਇੱਕ ਕੀਤਾ, ਕਹਿੰਦੇ ਜੀ ਆਹ ਦੇਖੋ ਇੰਨੇ ਨੰਬਰ ਪਹਿਰੇ ਤੇ ਆਹ ਈਡੀ ਵਾਲਿਆਂ ਨੇ ਲਿਖਿਆ ਕਿ 2014 ਤੋਂ ਲੈ ਕੇ 2020 ਤੱਕ ਸੁਖਪਾਲ ਸਿੰਘ ਖਹਿਰੇ ਦੀ ਆਮਦਨ ਤੇ ਜਿਹੜੇ ਪੈਸੇ ਨੇ ਉਹਨਾਂ ਦੇ ਵਿੱਚ 3 ਕਰੋੜ ਤਾਂ ਮੇਰੇ ਖਿਆਲ 82 ਲੱਖ ਦੀ ਮਿਸਮੈਚਿੰਗ ਆ ਕਿ ਉਹ ਦੱਸ ਨਹੀਂ ਸਕੇ 3 ਕਰੋੜ 82 ਲੱਖ ਆਏ ਕਿੱਥੋਂ। ਉਹ ਕਹਿੰਦੇ ਬਿਲਕੁਲ ਠੀਕ ਹੈ। ਫਿਰ ਕਹਿੰਦੇ ਇੰਨਾ ਨੰਬਰ ਪਹਿਰੇ 'ਚ ਲਿਖਿਆ ਕਿ ਉਸ ਗੁਰਦੇਵ ਸਿੰਘ ਨੇ ਦਿੱਤੇ ਆ ਜਿਹੜਾ ਫਾਜ਼ਿਲਕਾ ਕੋ ਨਸ਼ੇ ਵਾਲੇ ਮਸਲੇ 'ਚ ਫੜ ਹੋ ਗਿਆ ਸੀ। ਉਹ ਕਹਿੰਦੇ ਜੀ ਠੀਕ ਹੈ। ਉਹ ਕਹਿੰਦੇ ਜੀ 2014 ਤੋਂ 2020 ਤੱਕ ਉਹਨਾਂ ਨੇ ਕਿਹਾ ਕਿ ਖਹਿਰੇ ਦੀ ਆਮਦਨ ਆਈ ਆ 2 ਨੰਬਰ ਦੀ ਆਈ ਆ, ਗੁਰਦੇਵ ਸਿੰਘ ਨੇ ਦਿੱਤੀ ਹੈ ਜਿਹੜਾ ਨਸ਼ਾ ਵੇਚਦਾ। ਉਹ ਕਹਿੰਦੇ 2014 ਤੋਂ 20 ਤੱਕ ਦੀ ਆਮਦਨ ਦੱਸੀ, 2015 ਦਾ ਉਹ ਅੰਦਰ ਹੈ, ਜੇਲ੍ਹ 'ਚ ਹੈ, ਤਾਂ ਉਹ ਜੇਲ੍ਹ ਦੇ ਵਿੱਚ ਬੈਠਾ ਹੀ ਕਹਿੰਦੇ ਮੈਨੂੰ ਪੈਸੇ ਦਿੰਦਾ ਰਿਹਾ। ਦੂਸਰੀ ਗੱਲ ਕਹਿੰਦੇ ਜੀ ਉਹ ਖੁਦ ਬੈਂਕਾਂ ਉਹਦੇ ਤੋਂ ਆਪਣੇ ਪੈਸੇ ਵਸੂਲਣ ਦੇ ਲਈ ਕੇਸ ਕਰੀ ਫਿਰਦੀਆਂ, ਤਾਂ ਜਿਹੜਾ ਬੈਂਕਾਂ ਨੂੰ ਆਪਦੇ ਪੈਸੇ ਨਹੀਂ ਦੇ ਸਕਿਆ ਉਹ ਸੁਖਪਾਲ ਸਿੰਘ ਖਹਿਰੇ ਨੂੰ 3 ਕਰੋੜ 82 ਲੱਖ ਦੇ ਜੂ। ਤੀਜੀ ਗੱਲ ਉਹਨਾਂ ਨੇ ਫੇਰ ਕਹਿ ਦਿੱਤਾ, ਉਹ ਕਹਿੰਦੇ ਜੀ ਦੇਖੋ ਮੇਰੀ ਖੇਤੀਬਾੜੀ ਤੋਂ ਆਮਦਨ ਜਿਹੜੀ ਹੈ ਉਹ ਵੇਚੀ ਨਹੀਂ ਪਾਈ, ਜਾਣੀ ਉਹ ਹਿਸਾਬ ਮੰਗਦੇ ਸੀ ਕਿ 3 ਕਰੋੜ 82 ਲੱਖ ਤੇਰੇ ਕੋਲ ਆਇਆ ਕਿੱਥੋਂ। ਉਹ ਕਹਿੰਦੇ ਜੀ ਜਿਹਨੂੰ ਮੈਂ ਆਪਦੀ ਜ਼ਮੀਨ ਠੇਕੇ ਦੇ ਦਿੱਤੀ ਹੈ, ਸਾਨੂੰ ਨਹੀਂ ਪਤਾ ਖਹਿਰਾ ਸਾਹਿਬ ਠੀਕ ਨੇ ਜਾਂ ਗਲਤ ਨੇ। ਉਹਨੇ ਕਹਿੰਦੇ 1.25 ਕਰੋੜ ਰੁਪਏ ਦੀਆਂ ਐਂਟਰੀਆਂ ਵੀ ਦਿਖਾਤੀਆਂ, ਉਹਨੂੰ ਵੀ ਸੱਦਿਆ ਕਹਿੰਦੇ ਉਹਨਾਂ ਨੇ ਕਿ ਆਹ ਪੈਸੇ ਮੈਂ ਸੁਖਪਾਲ ਸਿੰਘ ਖਹਿਰੇ ਦੇ ਠੇਕੇ ਦੇ ਇਦੋਂ ਦੇ ਦਿੱਤੇ ਆ, ਉਹਨੂੰ ਕਹਿੰਦੇ ਵਿੱਚ ਨਹੀਂ ਲਿਖਿਆ। ਫਿਰ ਕਹਿੰਦੇ ਜੀ ਮੈਂ ਮੁੰਡੇ ਦਾ ਤੇ ਕੁੜੀ ਦਾ ਵਿਆਹ ਕੀਤਾ, ਮੇਰੇ ਖਿਆਲ 2017 ਦੇ 20 ਦੀ ਉਹਨਾਂ ਨੇ ਗੱਲ ਦੱਸੀ। ਉਹਦੇ ਵਿੱਚ ਕਹਿੰਦੇ ਮੈਂ ਇਕੱਲੇ ਬੰਦੇ ਦਾ ਨਾਂ, ਜਿਹੜੀ ਉਹਨੇ ਸ਼ਗਨ ਦੇ ਰੂਪ 'ਚ ਮੈਨੂੰ ਰਕਮ ਦਿੱਤੀ, ਉਹਦਾ ਟੈਲੀਫੋਨ ਨੰਬਰ, ਕਿਸੇ ਨੇ ਕਹਿੰਦੇ ਮੈਨੂੰ 5000 ਦਿੱਤਾ, ਕਿਸੇ ਨੇ 3 ਦਿੱਤਾ, ਕਿਸੇ ਨੇ 21000 ਵੀ ਦਿੱਤਾ, 60 ਲੱਖ ਰੁਪਈਆ ਕਹਿੰਦੇ ਸ਼ਗਨ ਦਾ ਬਣਿਆ ਸੀ। ਮੈਂ ਕਹਿੰਦੇ ਇਕੱਲੇ ਬੰਦੇ ਦਾ ਨਾਂ, ਉਹਦੀ ਰਕਮ ਤੇ ਉਹਦਾ ਟੈਲੀਫੋਨ ਨੰਬਰ ਵੀ ਦਿੱਤਾ, ਵੀ ਉਹਨਾਂ ਨੂੰ ਸੱਦ ਕੇ ਪੁੱਛ ਲਓ ਵੀ ਦਿੱਤਾ ਕਿ ਨਹੀਂ। ਕਹਿੰਦੇ ਉਹ 60 ਲੱਖ ਰੁਪਈਏ ਦੀ ਕਿਤੇ ਐਂਟਰੀ ਨਹੀਂ। ਫਿਰ ਹੋਰ ਵੀ ਉਹਨਾਂ ਨੇ ਕਈ ਚੀਜ਼ਾਂ ਗਣਾਈਆਂ, ਉਹ ਕਹਿੰਦੇ ਐਂਟਰੀਆਂ ਹੀ ਨਹੀਂ ਕੀਤੀਆਂ ਕਿਤੇ। ਫਿਰ ਉਹਨੇ ਕਹਿੰਦੇ ਜੀ ਘਰ ਦੀ ਰੈਨੋਵੇਸ਼ਨ ਕਰਾਈ ਆ, ਨਿਆਣਿਆਂ ਦੇ ਵਿਆਹ ਕੀਤੇ, ਜਰੇ ਨਹੀਂ ਗਏ, ਮੈਨੂੰ ਸਿਰਫ ਕਹਿੰਦੇ ਇਲੈਕਸ਼ਨ ਤੋਂ ਬਾਹਰ ਰੱਖਣ ਦੀ ਸਾਜ਼ਿਸ਼ ਸੀ, ਬਣਦਾ ਬੁਣਦਾ ਮੇਰੇ ਖਿਲਾਫ ਕੋਈ ਨਹੀਂ, ਚਿੱਟੀ ਕਿਤਾਬਾਂ ਨੂੰ ਤੁਹਾਡੇ ਮੂਹਰੇ ਖੜਾ। ਨਹੀਂ ਦੇਖੋ, ਇਸ ਮੌਕੇ ਤੇ ਇਹ ਤੇ ਗੱਲ ਹੈਗੀ ਆ ਵੀ ਜਿਹੜਾ ਜਾਪਦਾ ਸੀ ਵੀ ਕੱਲ ਤੱਕ ਭਲੱਥ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਸਾਹਿਬ ਹੈ ਨਹੀਂ,
ਅੱਜ ਉਹ ਬੰਦਾ ਲੜਾਈ 'ਚ ਹੈ ਜੀ, ਤੇ ਲੜਾਈ 'ਚ ਵੀ ਪ੍ਰੋਪਰ ਬਰਾਬਰ ਟੱਕਰਦੇ ਆ। ਹੁਣ ਹੋ ਸਕਦਾ ਵੀ ਉੱਥੇ ਜਿਹੜਾ ਉਹ ਪੰਜਾਬੀ ਦੀ ਕਹਾਵਤ ਆ ਕੁੰਡੀਆਂ ਦੇ ਸਿੰਗ ਫਸਣ ਵਾਲੀ ਵੀ ਉਹ ਫਸ ਜਾਣ। ਹੁਣ ਵੜੇਵੇਂ ਖਾਣੀ ਨਹੀਂ ਇੱਥੋਂ ਨਿਕਲਣੀ, ਇੱਥੇ ਦਾ ਸਿੰਗ ਹੀ ਪੁੱਟਾ ਜਾਣਾ ਇੱਕ ਅੱਧੇ ਦਾ। ਹੁਣ ਪਤਾ ਨਹੀਂ ਕਿਹਦਾ ਪੁੱਟਾ ਜਾਵੇ ਇਸ ਹਿਸਾਬ ਦੀ ਲੜਾਈ। ਇੱਕ ਸੰਧਾਲੀਆ ਸਾਹਿਬ ਹੋਰ ਗੱਲ ਉਹਨਾਂ ਦੀ ਚੇਤੇ ਆ ਗਈ। ਉਹ ਕਹਿੰਦੇ ਜੀ 2015 ਦੇ ਵਿੱਚ ਗੁਰਦੇਵ ਸਿੰਘ ਦੇ ਕੁਝ ਸਾਥੀ ਫੜੇ ਉਧਰਲੇ ਫਾਜ਼ਿਲਕੇ ਦੇ, ਉਹ ਵੀ ਵਿੱਚ ਕਹਿੰਦੇ ਇੰਨੇ ਨੰਬਰ ਪਹਿਰੇ 'ਚ ਆ ਦੇਖੋ ਲਿਖਿਆ, ਮੈਂ ਤੁਹਾਨੂੰ ਕਹਿੰਦੇ ਭੇਜ ਦੇਣਾ ਸਾਰਾ। ਈਡੀ ਵਾਲਿਆਂ ਨੇ ਲਿਖਿਆ ਕਿ ਉਹ ਬੰਦੇ ਦੱਸਦੇ ਆ, ਕਹਿੰਦੇ ਜੀ ਸਾਨੂੰ ਗੁਰਦੇਵ ਸਿੰਘ ਨੇ ਦੱਸਿਆ ਕਿ ਸੁਖਪਾਲ ਸਿੰਘ ਖਹਿਰਾ 2015 'ਚ ਕਹਿੰਦਾ ਸੀ ਡਟ ਕੇ ਕੰਮ ਕਰੋ ਨਸ਼ੇ ਵਾਲਾ, ਮੈਂ ਬਚਾਊਂ ਤੁਹਾਨੂੰ। ਉਹ ਕਹਿੰਦੇ ਜੀ ਕਿਸੇ ਬੰਦੇ ਨੂੰ ਕਿਸੇ ਨੇ ਦੱਸਿਆ, ਕਹਿੰਦੇ 2015 'ਚ ਮੈਂ ਕਾਂਗਰਸ ਪਾਰਟੀ 'ਚ ਸੀ, ਮੈਂ MLA ਵੀ ਨਹੀਂ ਸੀ, ਸਰਕਾਰ ਵੀ ਸਾਡੀ ਨਹੀਂ ਸੀ। ਹੁਣ ਜਿਹੜਾ ਬੰਦਾ ਕਹਿੰਦੇ MLA ਦੀ ਇਲੈਕਸ਼ਨ ਹਰਿਆ, ਸਰਕਾਰ ਵੀ ਉਹਦੀ ਨਹੀਂ, ਉਹ ਕਿਸੇ ਨੂੰ ਕਿੱਦਾਂ ਕਹਿ ਦੂਗਾ ਕਿ ਭਾਈ ਤੁਸੀਂ 2 ਨੰਬਰ ਦਾ ਕੰਮ ਕਰੋ, ਮੈਂ ਤੁਹਾਨੂੰ ਬਚਾ ਲੂੰ। ਕਹਿੰਦੇ ਮੇਰੀ ਅਫਸਰ ਕੋਈ ਸੁਣੂ, ਮੇਰੀ ਤਾਂ MLA ਬਣ ਕੇ ਨਹੀਂ ਹੁੰਦੇ। ਇਹ ਦੇਖੋ ਮੈਂ ਤਾਂ ਹੀ ਕਿਹਾ ਵੀ ਜਿਹੜੇ ਲੌਜਿਕ ਉਹਨਾਂ ਨੇ ਦਿੱਤੇ ਆ ਉਹ ਲੌਜਿਕ ਦੇ ਤੌਰ ਤੇ ਆਪਣੀ ਗੱਲ ਉਹਨੇ ਕਰ ਲਈ। ਹੋ ਸਕਦਾ ਇਹ ਤਾਂ ਉਹ ਗੱਲਾਂ ਹੋ ਗਈਆਂ ਜਿਹੜੀਆਂ ਉਹਨਾਂ ਨੇ ਮੀਡੀਆ ਸਾਹਮਣੇ ਕੀਤੀਆਂ ਜੀ। ਹੁਣ ਜਦੋਂ ਉੱਥੇ ਅਦਾਲਤ 'ਚ ਜਿਹੜਾ ਹੁੰਦੀ ਹੋਊਗੀ ਤਾਂ ਉਹਨਾਂ ਦੇ ਆਪਣੇ ਬੇਟੇ ਵਕੀਲ ਨੇ ਇਹ ਗੱਲਾਂ ਸਾਰੀਆਂ ਉਦੋਂ ਹੋ ਸਕਦਾ ਟੈਕਨੀਕਲੀ ਉਹਨਾਂ ਨੇ ਵਿਚਾਰਨੀਆਂ। ਨਾ 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 ਨਾ, ਉਹ ਕਹਿੰਦੇ ਮੈਨੂੰ ਵਕੀਲ ਦੀ ਲੋੜ ਨਹੀਂ, ਆ ਜਿੰਨਾ ਸਿੱਧਾ ਕੇਸ ਆ ਮੈਂ ਆਪ ਹੀ ਕਰੂੰ ਉੱਥੇ ਜਿਹੜਾ। ਨਹੀਂ ਕਾਰਨ ਇਹ ਆ ਵੀ ਉਹ ਆਪ ਜੀ ਸਦਕੇ ਕਰ ਲੈਣ, ਪਰ ਜਿਹੜੀ ਗੱਲ ਟੈਕਨੀਕਲੀ ਉਹ ਟੈਕਨੀਕਲੀ ਜਿਹੜੀ ਜਿੱਦਾਂ ਮੁੰਡੇ ਨੇ ਪਿੱਛੋਂ ਮੋਰਚਾ ਸਾਂਭਿਆ ਅਗਲਾ ਅਦਾਲਤ 'ਚ ਵੀ ਸਾਂਭ ਸਕਦਾ। ਹਾਂ ਮੈਂ ਤਾਂ ਹੀ ਕਿਹਾ ਵੀ ਹੁਣ ਇਹ ਨਾ ਕਿ ਇਦਾਂ ਨਾ ਕਰੋ ਵੀ ਹੁਣ ਖਹਿਰਾ ਸਾਹਿਬ ਬਾਹਰ ਆ ਗਏ ਉਹ ਕਹਿੰਦੇ ਲੈ ਡੈਡੀ ਹੁਣ ਕੀ ਕਰੀਏ। ਸੋ ਮਤਾਬ ਹੁਣ ਇਹ ਨਾ ਸੋਚਣ ਯਾਰ ਆਹ ਕੰਮ ਔਖਾ ਕਰਦਾ ਬਾਪੂ ਨੂੰ ਬਾਹਰ ਕੱਢਿਆ, ਬਾਪੂ ਕਹਿੰਦਾ ਕਿਹੜਾ ਮੁੰਡਾ, ਇਦਾਂ ਨਹੀਂ। ਚਲੋ ਆਪਾਂ ਭਗਵੰਤ ਮਾਨ ਤੇ ਕੇਜਰੀਵਾਲ ਹੋਣ ਦੀ ਗੱਲ ਵੀ ਕਰ ਲਈ ਨਾ। ਹਾਂ ਕੇਜਰੀਵਾਲ ਤਾਂ ਭਗਵੰਤ ਮਾਨ ਦੀ ਕਰਨੀ ਹੈ ਅਜੇ ਵੀ ਨਾ ਕੇਜਰੀਵਾਲ ਸਾਹਿਬ ਦਾ ਮੋਰੇ ਹੁੰਦੇ। ਚਲੋ ਇਹਦਾ ਕਰ ਲੈਂਦੇ ਆ। ਅੱਛਾ ਉਹਨਾਂ ਨੇ ਦੁਬਾਰਾ ਉਹ ਕਹਿੰਦੇ ਵੀ ਕਾਰਨ ਇਹ ਆ ਵੀ ਅਸੀਂ ਪਿੰਡਾਂ ਥਾਵਾਂ ਲਈ ਜਾਂ ਬਾਕੀ ਗਰੰਟੀਆਂ ਦਿੱਤੀਆਂ ਤੇ ਉਹਨਾਂ ਸਾਰੀਆਂ ਗਰੰਟੀਆਂ ਦੇ ਚੱਕਰ ਦੇ ਵਿੱਚ ਸਾਨੂੰ ਸ਼ਹਿਰਾਂ ਵਾਲੇ ਆਂਦੇ ਵੀ ਮਾਰੇ ਸਾਡਾ ਚੀਤੇ ਹੀ ਨਹੀਂ, ਅਸੀਂ ਵੀ ਤੇ ਰਹਿੰਦੇ ਆ ਪੰਜਾਬ 'ਚ, ਤੁਸੀਂ ਜਦੋਂ ਆਨੇ ਪੰਜਾਬ 'ਚ 13,000 ਪਿੰਡ ਨੇ, ਕਦੇ ਸ਼ਹਿਰ ਵੀ ਹੈਗੇ ਨੇ ਮਹਾਰਾਜ, ਕੋਈ ਸ਼ਹਿਰ ਬਾਰੇ ਵੀ ਕੋਈ ਦੱਸੋ ਜੀ। ਸੋ ਸ਼ਹਿਰ ਬਾਰੇ ਜਿਹੜੀਆਂ ਨਿੱਕੀਆਂ ਉਹਨਾਂ ਨੇ ਗਰੰਟੀਆਂ ਦਿੱਤੀਆਂ। ਮੈਨੂੰ ਹੁਣ ਮੈਂ ਨਾ ਵੀ ਆਪਾਂ ਗਲਤ ਮਲਤ ਨਾ ਬੋਲਦੀ, ਨਹੀਂ ਮੈਂ ਤੁਹਾਨੂੰ ਦੱਸਦੀਆਂ 10 ਉਹੀ ਦੱਸਦਾ। ਨਹੀਂ ਮੈਂ ਪੜ੍ਹਨ ਦੀ ਲੋੜ ਨਹੀਂ, ਮੈਂ ਪੜਾਂਗਾ। ਮੈਂ ਪਹਿਲਾਂ ਇੱਕ ਚੀਜ਼ ਕਰਦਾ, ਪੜ੍ਹ ਤੁਸੀਂ ਦਿਓ। ਉਹ ਕਹਿੰਦੇ ਦਿੱਲੀੋਂ ਪੁੱਛ ਲਓ ਇਹ ਕੰਮ ਕੀਤੇ ਆ। ਉਹ ਤੇ ਆਪਾਂ ਕੱਲ ਕਿਹਾ ਸੀ ਜੀ, ਨਕਲ ਮਾਰਦੇ ਨੇ ਸਾਡੇ। ਪੜ੍ਹ ਦਿਓ। ਅੱਛਾ ਉਹ ਕਹਿੰਦੇ ਵੀ ਸ਼ਹਿਰ ਅਸੀਂ ਸਾਫ਼ ਕਰਨੇ ਆ। ਮੈਂ ਵੈਸੇ ਸੋਚਦਾ BJP ਵਾਲਿਆਂ ਦੇ ਬੜੇ ਚਿਰ ਪਹਿਲਾਂ ਦੇ ਕਰ ਦੇਣੇ। ਦੂਜੀ ਗੱਲ ਉਹ ਕਹਿੰਦੇ ਵੀ ਡੋਰ ਸਟੈਪ ਤੇ ਆਪਾਂ ਡਿਲੀਵਰੀ ਕਰਿਆ ਕਰਨੀ ਸਰਵਿਸਿਜ਼ ਦੀ, ਉਹਨੂੰ ਆਪਾਂ ਐਕਸਪਲੇਨ ਕਰ ਦਿੰਦੇ ਹਾਂ। ਸ਼ਹਿਰਾਂ 'ਚ ਬਿਜਲੀ ਵਾਲੀਆਂ ਤਾਰਾਂ ਕਹਿੰਦੇ ਅੰਡਰਗਰਾਊਂਡ ਕਰ ਦੇਣੀਆਂ, ਹਸਪਤਾਲਾਂ 'ਚ ਸੁਧਾਰ ਕਰ ਦੇਣਾ, ਮੁਫਤ ਆਪਾਂ ਇਲਾਜ ਕਰ ਦੇਣਾ, ਸਰਕਾਰੀ ਸਕੂਲਾਂ 'ਚ ਸੁਧਾਰ, ਉਹ ਵੀ ਉਹ ਗੱਲ ਜਿਹੜੀ ਕਰਦੇ ਆ। 24 ਘੰਟੇ ਬਿਜਲੀ ਕਰ ਦੇਣੀ ਆ, ਪਾਣੀ 24 ਘੰਟੇ ਹੋਣਾ, 5 ਸਾਲਾਂ ਦੇ ਟੈਕਸ 'ਚ ਕੋਈ ਵਾਧਾ ਅਸੀਂ ਕਰਾਂਗੇ ਨਹੀਂ, ਤੇ CCTV ਜਿਹੜੇ ਕੈਮਰੇ ਕਿ ਅਸੀਂ ਲਾ ਦੇਣੇ। ਬਾਕੀ ਕਹਿੰਦੇ ਵੀ ਮਾਰਕੀਟ ਦਾ ਵਿਕਾਸ ਕਰ ਦੇਣਾ। ਹੁਣ ਆਪਾਂ ਨੂੰ ਕਰਦੀ ਐਕਸਪਲੇਨ। ਦੇਖੋ ਸੰਧਾਲੀਆ ਸਾਹਿਬ ਬਹੁਤ ਕਲੀਅਰ ਕੱਟ ਹੈ ਕਿ ਪੰਜਾਬ ਦੇ ਸ਼ਹਿਰਾਂ ਦਾ ਹਾਲ ਹੈ ਬੁਰਾ। ਉਹਨਾਂ ਨੇ ਜਿਹੜੀਆਂ 10 ਚੀਜ਼ਾਂ ਦਿੱਤੀਆਂ ਉਹਦੇ ਵਿੱਚੋਂ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਹੈ ਨਾ ਉਹ ਹੈਗੀ ਔਰਤਾਂ ਦੀ ਸੁਰੱਖਿਆ ਦੀ। ਉਹਨਾਂ ਨੇ ਫੇਰ ਉਹੀ ਕਿਹਾ, ਉਹ ਕਹਿੰਦੇ ਦਿੱਲੀ ਦੇ ਵਿੱਚ ਨਿਊਯਾਰਕ ਤੋਂ ਵੀ ਵੱਧ CCTV ਕੈਮਰੇ ਨੇ, ਉਹਨੇ ਲੰਡਨ 'ਚ ਵੀ ਨਹੀਂ ਹੈਗੇ ਜਿੰਨੇ ਕਿ ਅਸੀਂ ਦਿੱਲੀ ਦੇ ਵਿੱਚ ਲਾਤੇ ਆ, ਜਿਹਦੇ ਨਾਲ ਕਿ ਹਰ ਬੰਦੇ ਨੂੰ ਡਰ ਰਹਿੰਦਾ ਕਿ ਜੇ ਮੈਂ ਕਿਸੇ ਨਾਲ ਵਾਧਾ ਘਾਟਾ ਕੀਤਾ ਤਾਂ ਕਿਤੇ ਨਾ ਕਿਸੇ ਕੈਮਰੇ ਦੇ ਵਿੱਚ ਕੈਦ ਹੋ ਜਾਣਾ। ਦੂਸਰਾ ਉਹਨਾਂ ਨੇ ਜਿਹੜੀ ਗੱਲ ਬਿਜਲੀ ਦੀਆਂ ਤਾਰਾਂ ਦੀ ਕਹੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਤਾਰਾਂ ਦਾ ਜਾਲ ਵਿਛਿਆ। ਉਹ ਕਹਿੰਦੇ ਅਸੀਂ ਅੰਡਰਗਰਾਊਂਡ ਕਰਾਂਗੇ। ਕਈ ਵਾਰੀ ਬਿਲਡਿੰਗ ਬਣਾਉਣੀ ਹੁੰਦੀ ਹੈ, ਪ੍ਰਵਾਨਗੀ ਨਹੀਂ ਮਿਲਦੀ, ਕਹਿੰਦੇ ਜੀ ਤਾਰਾਂ। ਆਪਾਂ ਕਿੰਨੀ ਵਾਰੀ ਦੇਖਿਆ ਕਿ ਕੋਈ ਨਾ ਕੋਈ ਬੰਦਾ ਚਿੰਬੜਿਆ ਹੀ ਹੁੰਦਾ। ਕਈ ਵਾਰੀ ਇਦਾਂ ਦੀ ਡੋਰ ਨਾਲ ਨਿਆਣੇ ਪਤੰਗ ਚੜਾਉਂਦੇ ਆ ਕਿ ਕਰੰਟ ਵੀ ਲੱਗਦਾ, ਬੜਾ ਕੁਝ ਹੁੰਦਾ। ਹੁਣ ਉਹ ਕਹਿੰਦੇ ਜੀ ਉਹ ਸਾਰਾ ਕੰਮ ਖਤਮ ਹੋਊਗਾ, ਬਿਜਲੀ ਦੀਆਂ ਤਾਰਾਂ ਅੰਡਰਗਰਾਊਂਡ ਹੋਣਗੀਆਂ। ਤੇ ਜਿਹੜੀ ਇੱਕ ਸਭ ਤੋਂ ਇੰਪੋਰਟੈਂਟ ਗੱਲ ਤੁਸੀਂ ਮਿਸ ਕੀਤੀ, ਉਹ ਆਮ ਬੰਦੇ ਨੂੰ, ਤੁਹਾਨੂੰ ਤਾਂ ਚਲੋ ਤੁਸੀਂ ਘਰੋਂ ਉੱਠਦੇ ਸੀ, ਗੱਡੀ 'ਚ ਬਹਿੰਦੇ ਸੀ, ਨਹੀਂ ਬੈੱਡ ਤੋਂ ਗੱਡੀ 'ਚ ਬਹਾ ਲੈਂਦੇ ਮੈਨੂੰ। ਮਤਲਬ ਕਈ ਵਾਰ ਤਾਂ ਮੈਨੂੰ ਐਂ ਬਣਾਉਂਦੇ ਵੀ ਪਤਾ ਨਹੀਂ ਵੀ ਸੰਧਾਂ ਵਾਲੀ ਦਾ ਤਾਂ ਪਤਾ ਨਹੀਂ, ਮਤਲਬ ਐਸ ਮਤਲਬ ਈਰਾ ਦਾ ਵੀ ਮਹਾਰਾਜਾ ਹੀ ਹੈ। ਦੇਖੋ ਜਿਹਦਾ ਯਾਰ ਟਰੰਪ ਹੋਵੇ, ਅੱਛਾ ਮਾੜਾ ਬੰਦਾ ਤਾਂ ਹੋ ਨਹੀਂ ਸਕਦਾ। ਤੇ ਸਾਨੂੰ ਤਾਂ ਇਸੇ ਗੱਲ ਦਾ ਬਹੁਤ ਮਾਣ ਹੈ ਕਿ ਅਸੀਂ ਤੁਹਾਡੇ ਯਾਰ ਆ, ਹੈ ਨਾ। ਤੁਸੀਂ ਇਹ ਦੇਖੋ ਨਾ, ਚਲੋ ਅੱਗੇ ਚੱਲੀ ਹੁਣ ਮੇਰੇ ਦੁਆਲੇ ਗੱਲ ਹੀ ਹੋ ਗਈ। ਟਰੰਪ ਸਾਹਿਬ ਤੋਂ ਅੱਗੇ ਚੱਲ ਕੇ ਆਪਾਂ ਜੇ ਸਿੱਧੇ ਜਾਈਏ, ਉਹ ਕਹਿੰਦੇ ਜੀ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਪਬਲਿਕ ਟਾਇਲਟਸ ਦੀ ਬਹੁਤ ਕਮੀ ਹੈ। ਜੇ ਹੈਗੀ ਆ ਤਾਂ ਉੱਥੇ ਸਫਾਈ ਕੋਈ ਨਹੀਂ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜਿਹੜੇ ਤੁਹਾਡੇ ਵਰਗੇ ਬੰਦੇ ਵੱਡੇ ਸ਼ੋਰੂਮ 'ਚ ਜਾਂਦੇ ਆ, ਉੱਥੇ ਤਾਂ ਉਹ ਕਹਿੰਦੇ ਜੀ ਠੰਡਾ ਲਿਆਈਏ, ਵਾਸ਼ਰੂਮ ਇੱਧਰ ਹੈ ਜੀ, ਪਹਿਲਾਂ ਹੀ ਦੱਸਣਾ। ਜਿਹੜੇ ਬੰਦੇ ਨੇ ਆਮ ਰੇਹੜੀ ਤੋਂ ਸਮਾਨ ਲੈਣਾ, ਛੋਟੀ ਦੁਕਾਨ ਤੋਂ ਸਮਾਨ ਲੈਣਾ, ਪ੍ਰਬੰਧ ਕੋਈ ਨਹੀਂ ਹੁੰਦਾ, ਦੁਕਾਨਾਂ ਵਾਲੇ ਵਿਚਾਰੇ ਔਖੇ ਤੁਰੇ ਫਿਰਦੇ ਹੁੰਦੇ ਆ। ਉਹ ਕਹਿੰਦੇ ਜੀ ਉਹਦਾ ਪ੍ਰਬੰਧ ਪਹਿਲ ਦੇ ਆਧਾਰ ਤੇ ਕਰਾਂਗੇ, ਇੱਦਾਂ ਦੀ ਗੱਲ ਕੋਈ ਨਹੀਂ। ਪਾਰਕਾਂ ਦੀ ਸਫਾਈ ਹੋਊਗੀ, ਸਟਰੀਟ ਲਾਈਟਾਂ ਵਧੀਆ ਹੋਣਗੀਆਂ, ਤੇ ਤੁਸੀਂ ਸ਼ਹਿਰ ਦੇ ਵਿੱਚ ਕੋਈ ਕੰਮ ਕਰਾਉਣਾ, ਇਹ ਨਹੀਂ ਦਫ਼ਤਰ ਜਾਓਗੇ ਬਾਊ ਨੇ ਉੱਪਰ ਨੂੰ ਦੇਖਣਾ, ਨਹੀਂ ਤਾਂ ਮੁੜ ਕੇ ਦਲਾਲ ਲੱਭੋਗੇ। ਦਿੱਲੀ ਵਾਂਗੂ ਇੱਕ ਟੈਲੀਫੋਨ ਨੰਬਰ ਹੋਊਗਾ, ਕੋਈ ਕਾਗਜ਼ ਪੱਤਰ ਬਣਾਉਣਾ ਹੈ, ਕੋਈ ਟਰਾਂਸਪੋਰਟ ਦਾ ਕੰਮ ਹੈ, ਬੰਦੇ ਤੁਹਾਡੇ ਟਾਈਮ ਦੇ ਮੁਤਾਬਕ ਤੁਹਾਡੇ ਘਰੇ ਆਉਣਗੇ। ਬਸ ਇੱਕੋ ਹੀ ਕੰਮ ਤੁਸੀਂ ਪਹਿਲਾਂ ਕਰ ਦਿਓ,
ਵੋਟਾਂ ਝਾੜੂ ਨੂੰ ਕਹਿੰਦੇ ਪਾ ਦਿਓ। ਹੈ ਨਹੀਂ, ਉਹ ਤੇ ਹੁਣ ਲੋਕਾਂ ਨੇ ਦੇਖਣਾ, ਪਰ ਇਹ ਗੱਲ ਜਿਹੜੀ ਹੈ ਨਾ ਵੀ ਸਰਵਿਸ ਜਿਹੜੀ ਆ ਉਹ ਦੇਣ ਬੰਦਾ ਰਾਤ ਨੂੰ ਤੁਹਾਡੇ ਘਰ ਆ, ਮੰਨ ਲਓ ਉਹਨਾਂ 11 ਵਜੇ ਦਾ ਟਾਈਮ ਵਰਤਿਆ ਜੀ, ਵੀ ਤੁਸੀਂ ਵੀ ਮੈਂ ਯਾਰ ਕੰਮ ਤੇ ਜਾਣਾ, ਮੇਰੇ ਕੋਲ 11 ਵਜੇ ਟਾਈਮ ਹੈ, ਤੇ 11 ਵਜੇ ਵੀ ਬੰਦਾ ਜਿਹੜਾ ਤੁਹਾਡੇ ਕੋਲੇ ਆਊਗਾ ਵੀ ਹਾਂਜੀ ਦੱਸੋ, ਸਕੈਨਰ ਮਸ਼ੀਨ ਲੈ ਕੇ ਆਊਗਾ, ਤੁਹਾਡੇ ਕਾਗਜ਼ ਡਾਕੂਮੈਂਟ ਸਕੈਨ ਕਰਕੇ 10 ਦਿਨਾਂ 'ਚ ਰਾਸ਼ਨ ਕਾਰਡ ਕਰੇ। ਹੁਣ ਮੈਨੂੰ ਨਹੀਂ ਪਤਾ ਵੀ ਇਹ ਚੀਜ਼ ਹੁੰਦੀ ਕਿ ਨਹੀਂ ਹੁੰਦੀ, ਆਪਾਂ ਕੱਲ੍ਹ ਵੀ ਕਿਹਾ ਸੀ, ਅੱਜ ਆਪਾਂ ਫਿਰ ਕਹਿ ਦਿੰਦੇ ਵੀ ਇਹਦਾ ਵੀਰ ਪਤਾ ਕਰ ਲਓ ਜੀ, ਇਹ ਵੀ ਦਿੱਲੀ ਇਹ ਜੇ ਸਾਰਾ ਕੁਝ ਹੁੰਦਾ ਫਿਰ ਬੰਦੇ ਦੇ ਕਾਬੂ ਆਇਓ, ਇਹ ਨਾ ਹੋਵੇ ਵੀ ਉਹਦੀਆਂ ਗੱਲਾਂ 'ਚ ਆ ਜਾਓ। ਨਹੀਂ, ਮੈਂ ਕਹਿੰਦਾ ਸਾਨੂੰ ਜਾਣਕਾਰੀ ਦਿਓ, ਅਸੀਂ ਤੈਅ ਲਾਈਏ ਕੱਲ ਨੂੰ। ਆਹੋ, ਪਰ ਇਹ ਨਹੀਂ ਹੁੰਦਾ। ਇੱਕ ਕੇਜਰੀਵਾਲ ਸਾਹਿਬ ਤੋਂ ਪਹਿਲਾਂ ਭਗਵੰਤ ਮਾਨ ਸਾਹਿਬ ਨੂੰ, ਭਗਵੰਤ ਮਾਨ ਸਾਹਿਬ ਜਦੋਂ ਸ਼ਹਿਰ ਦੇ ਲੋਕਾਂ ਨਾਲ ਵਾਅਦੇ ਕਰਦੇ ਹੋ ਪਿੰਡਾਂ ਵਾਲੇ ਨਾਲ, ਇੱਕ ਚੀਜ਼ ਉਹਦੇ ਵਿੱਚ ਜ਼ਰੂਰ ਰੱਖੋ, ਤੁਹਾਨੂੰ ਫਾਇਦਾ ਹੋਊਗਾ, ਉਹ ਰੱਖੋ ਬਰਥ ਸਰਟੀਫਿਕੇਟ ਦੀ, ਕਿ ਜੇ ਨਾਂ ਗਲਤ ਹੋ ਗਿਆ, ਸਪੈਲਿੰਗ ਮਿਸਟੇਕ ਹੈ, ਰਾਸ਼ਨ ਕਾਰਡ 'ਚੋਂ ਤਾਂ ਅੱਜ ਕੱਲ੍ਹ ਬਹੁਤਾ ਕੁਝ ਲੱਭਦਾ ਹੀ ਨਹੀਂ। ਕੇਜਰੀਵਾਲ ਸਾਹਿਬ ਨੂੰ ਵੀ ਦੱਸੋ ਕਿ ਇੱਥੇ ਜੇ ਤੁਹਾਡਾ ਆਪਣਾ ਹੀ ਮੁੰਡਾ ਕੁੜੀ ਉਹਦੇ ਹੀ ਨਾਂ ਦੇ ਵਿੱਚ ਕੋਈ ਗਲਤ ਮਲਤ ਮਾੜਾ ਮੋਟਾ ਹੋ ਗਿਆ, ਸਿੱਧੇ ਤੌਰ ਤੇ ਕੁਝ ਨਹੀਂ ਹੁੰਦਾ, ਨਾਲ ਰੁਪਈਆ 20,000 ਤੋਂ ਲੈ ਕੇ 35,000 ਗਿਣ ਕੇ ਰਬੜ ਪਾ ਕੇ ਐਂ ਫੜਾ ਦੋ ਤਾਂ ਦੂਜੇ ਦਿਨ ਹੀ ਆ ਜਾਂਦਾ। ਤੁਸੀਂ ਪੰਜਾਬ 'ਚ ਰਾਸ਼ਨ ਕਾਰਡ ਵਾਲਾ ਪੱਤਾ ਸ਼ਾਇਦ ਘੱਟ ਚੱਲੇ, ਬਰਥ ਸਰਟੀਫਿਕੇਟ ਵਾਲਾ ਵੱਧ ਚੱਲ ਜੂਗਾ। ਹਾਂ, ਇਹ ਤਾਂ ਸ਼ਹਿਰਾਂ ਛੱਡ ਕੇ ਪਿੰਡਾਂ ਥਾਵਾਂ ਦੇ ਵਿੱਚ ਚੱਲ ਜੂਗਾ। ਐਂਡ ਖਾਸ ਕਰਕੇ ਨਿਗਾਹ ਰੱਖਿਓ ਵੀ ਜਿਹਦਾ ਵੀ ਨਿਆਣਾ 10ਵੀਂ 11ਵੀਂ 12ਵੀਂ ਦੇ ਆਸੇ-ਪਾਸੇ ਆ, ਉਹਨਾਂ ਘਰਾਂ ਦੇ ਬਾਹਰ ਜਾ ਕੇ ਜ਼ਰੂਰ ਸਪੀਕਰ ਤੋਂ ਆਹ ਗੱਲ ਬੋਲਣੀ ਵੀ ਬਰਥ ਸਰਟੀਫਿਕੇਟ ਵਾਲੀ ਗੱਲ ਹੈ ਨਾ। ਹਾਂ, ਪਾਸਪੋਰਟ ਬਣਾਉਣਾ ਹੈ, ਬਾਹਰੋਂ ਕਾਗਜ਼ ਲਵਾਉਣੇ ਆ, ਜੇ ਕਿਸੇ ਦੇ ਕੋਈ ਨਾਂ ਥਾਂ ਦੀ ਗਲਤੀ ਹੈ ਤਾਂ ਸਾਡੀ ਪਾਰਟੀ ਐਂ ਕਰੂਗੀ, ਐਂ ਕਰੋ। ਇਹ ਉਦਾਂ ਹੋਣਾ ਵੀ ਜਿੱਦਾਂ ਪਿੰਡਾਂ ਹੀ ਨਹੀਂ ਕਹਿੰਦੇ ਵੀ ਉਹ ਡੂਮਣਾ ਜਿਹਨੂੰ ਕਹਿੰਦੇ ਮਖਿਆਲ ਜੀ, ਵੀ ਉਹਦੇ ਵੱਲੋਂ ਉਂਗਲ ਨਹੀਂ ਕਰੀ, ਜੇ ਕਰੀਏ ਤੇ ਉੱਡੇ ਆਉਂਦਾ। ਇਹਦਾ ਬਿਲਕੁਲ ਪ੍ਰਭਾਵ ਉਦਾਂ ਪੈਣਾ ਵੀ ਇਹ ਗੱਲ ਤੁਸੀਂ ਜਿੱਥੇ ਜਾ ਕੇ ਕਰਨੀ, ਲੋਕਾਂ ਖੁੰਦਾਂ ਚੋਂ ਵਿੱਥਾਂ ਚੋਂ ਨਿਕਲ ਕੇ ਬਾਹਰ ਆਉਣਾ ਵੀ ਹੈ ਭਾਈ ਕੋਈ ਆ ਵੀ ਕੰਮ ਕਰਨ ਵਾਲਾ ਆ ਗਿਆ। ਹੋ ਸਕਦਾ ਅੰਦਰ ਕੋਈ ਬੀਬੀ ਸਟੋਵ ਨੂੰ ਐ ਪੰਪ ਜਿਹਾ ਮਾਰਦੀ, ਜੇ 5 ਸਾਲ ਪਹਿਲਾਂ ਆ ਜਾਂਦੇ ਜਿਹੜਾ ਅਸੀਂ 25,000 ਦਿੱਤਾ ਸ਼ਾਇਦ ਨਾ ਦੇਣਾ, ਸਿਆਪਾ ਖਾਨਾ ਨਾ ਹੀ ਪੈਂਦਾ। ਚਲੋ ਇਹ ਤਾਂ ਹੁਣ ਕਹਿ ਗਏ, ਆਪਾਂ ਜਾਂਦੇ ਜਾਂਦੇ ਕੰਗ ਸਾਹਿਬ ਦੀ ਗੱਲ ਕਰਨੀ ਕਰੋ। ਜਗਮੋਹਨ ਸਿੰਘ ਕੰਗ ਸਾਹਿਬ ਕਰਦੇ, ਉਹਨਾਂ ਨੇ ਮੋਰਚਾ ਖੋਲ੍ਹ ਲਿਆ। ਉਹ ਕਹਿੰਦੇ ਵੀ ਕਾਰਨ ਇਹ ਵੀ ਜੋ ਕੁਛ ਮੈਂ ਚੰਨੀ ਲਈ ਕੀਤਾ ਜੀ, ਜੇ ਉਹਦੇ 'ਚ ਚਵਾਨੀ ਵੀ ਝੂਠ ਹੋਵੇ ਤੇ ਮੈਨੂੰ ਕੀੜੇ ਪੈ ਜਾਣ, ਉਹ ਤੁਹਾਡੀ, ਹਾਂ, ਜੇ ਨਹੀਂ ਤੇ ਫਿਰ ਚੰਨੀ ਨੂੰ ਪੈਣ। ਦੇਖੋ ਆ ਤਾਂ ਕਦੀ ਕੱਖ ਨਾ ਰਹੇ, ਕਦੇ ਕੀੜਿਆਂ ਤੇ ਗੱਲ ਪਹੁੰਚੀ। ਉਹ ਮੈਂ ਇਹੀ ਸੋਚਦਾ ਹੈ ਵੀ ਜਗਮੋਹਨ ਸਿੰਘ ਕੰਗ ਸਾਹਿਬ ਜਿੰਨੇ ਗੁੱਸੇ 'ਚ ਨੇ ਨਾ ਐਤਕੀ, ਉਹ ਕਹਿੰਦੇ ਵੀ ਮੁੰਡੇ ਦਾ ਕੁਛ ਇੱਥੋਂ ਬਣੇ ਚਾਹੇ ਨਾ ਬਣੇ, ਚੰਨੀ ਦਾ ਚਮਕੌਰ ਸਾਹਿਬ ਤੋਂ ਨਹੀਂ ਉਹ ਬਣ ਦੇਣਾ। ਨਹੀਂ, ਠੀਕ ਹੈ। ਤੇ ਇਹ ਵੀ ਗੱਲ ਮੈਂ ਦੱਸ ਦਿਆਂ, ਆਮ ਆਦਮੀ ਪਾਰਟੀ ਵਾਲੇ ਕਹਿਣਗੇ ਸਾਡੀ ਗੱਲ ਨਹੀਂ ਕੀਤੀ, ਤੇ ਅਕਾਲੀ ਦਲ ਕਹਿਣਗੇ ਸਾਡੀ ਸਾਂਝੀ ਗੱਲ ਹੈ। ਇਸਤਰੀ ਅਕਾਲੀ ਦਲ ਦਿੱਲੀ ਰਾਜਧਾਨੀ ਦੀ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਰਣਜੀਤ ਕੌਰ, ਉਹ ਵੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ। ਤੇ ਸੋਈ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਅਕਾਲੀ ਦਲ ਦਾ ਵਿਦਿਆਰਥੀ ਵਿੰਗ ਹੈ, ਉਹਦੇ ਵੀ ਦਿੱਲੀ ਦੇ ਪ੍ਰਧਾਨ ਨੇ ਗਗਨ ਸਿੰਘ, ਉਹ ਵੀ ਆਮ ਆਦਮੀ ਪਾਰਟੀ ਸ਼ਾਮਲ ਹੋ ਗਏ। ਤੇ ਉੱਥੇ ਬੈਠੇ ਸੀਗੇ ਉਹੀ ਜਿਹੜੇ ਪੰਜਾਬ ਦੇ ਇੰਚਾਰਜ ਨੇ ਜਰਨੈਲ ਸਿੰਘ, ਉਹਨਾਂ ਨੇ ਆਪ ਸ਼ਾਮਲ ਕਰਾਏ ਆ। ਚਲੋ, ਸਿਰਸਾ ਸਾਹਿਬ ਆਉਣ ਨੂੰ ਚਲ ਗਏ, ਐ ਨੂੰ ਚਲ ਗਏ, ਆਪਾਂ ਵੀ ਚੱਲੀਏ ਯਾਰ ਕਿਤੇ। ਚਲੋ ਚਾਹ ਪੀਨੇ ਘੁੱਟ-ਘੁੱਟ। ਆਹੋ, ਮੈਂ ਵੀ ਟਾਈਮ ਹੋ ਗਿਆ, ਹੋਰ ਤਾਂ ਆਪਾਂ ਕਿੱਥੇ ਜਾਣਾ। ਸੋ ਕੱਲ ਦੁਬਾਰਾ ਮਿਲਾਂਗੇ ਜੀ। ਇੱਕ ਵਾਰ ਤੁਸੀਂ ਦੇਖਦੇ ਰਹਿਣਾ ਪ੍ਰਾਈਮ ਮਿਨਿਸਟਰ TV, ਤੁਹਾਡਾ ਆਪਣਾ, ਤੁਹਾਡੇ ਲਈ।